ਹੋਰੇ ਤੈਨੂੰ ਦੱਸਿਆ ਜੀਵਨ ਦਾ ਢੰਗ ਸਿੱਖਾ ਕਿਵੇਂ ਰਜਾ ਵਿੱਚ ਰਹੀਦਾ, ਵੀ ਕਿਵੇਂ ਰਜਾ ਤੇ ਰਜਾ ਵਿੱਚ ਕਿਵੇਂ ਰਹਿੰਦਾ ਬੰਦਾ। ਉਹ ਗੁਰੂ ਅਰਜਨ ਪਾਤਸ਼ਾਹ ਨੇ ਜੱਗ ਨੂੰ ਦੱਸਿਆ ਸੀ। ਤੇ ਆਓ ਉਹਨਾਂ ਨੂੰ ਇੱਕ ਵਾਰੀ ਪਿਆਰ ਤੇ ਸਤਿਕਾਰ ਤੇ ਸ਼ਰਧਾ ਦੇ ਨਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਝੁਕਾਓ ਸੀਸ ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖ ਕੇ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਹਾਂਜੀ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਹਾਂਜੀ ਗੁਰਾਂ ਤੋਂ ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ ਜੀ ਮੈਂ ਐਸਿਆਂ ਗੁਰਾਂ ਤੋਂ। ਹਾਂਜੀ ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ ਜੀ ਮੈਂ ਐਸਿਆਂ ਗੁਰਾਂ ਤੋਂ। ਹਾਂਜੀ ਬਲ ਬਲ ਜਾਵਾਂ ਐਸਿਆਂ ਗੁਰਾਂ ਤੋਂ, ਬਲ ਬਲ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ। ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜੇ ਸੋ ਚੰਦਾ ਯੁਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਹੋਂ ਕੁਰਬਾਨੀ ਜਾਉ ਤਿਨਾ ਕੇ, ਹੋਂ ਕੁਰਬਾਨੀ ਜਾਉ ਤਿਨਾ ਕੇ। ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ। ਹੋਂ ਸਦ ਕੁਰਬਾਨੇ ਜਾਉ, ਮੈਂ ਸਦ ਕੁਰਬਾਨੇ ਜਾਵਾਂ। ਜਪਦੇ ਜੋ ਨਾਮ ਗੁਰਾਂ ਦਾ ਜੀ ਮੈਂ ਸਦ ਕੁਰਬਾਨੇ ਜਾਵਾਂ। ਜਪਦੇ ਜੋ ਨਾਮ ਗੁਰਾਂ ਦਾ ਮੈਂ ਸਦ ਕੁਰਬਾਨੇ। ਉਹ ਜੀ ਮੈਂ ਸਦ ਕੁਰਬਾਨੇ ਜਾਵਾਂ, ਕੁਰਬਾਨੇ ਜਾਵਾਂ। ਜਪਦੇ ਜੋ ਨਾਮ ਗੁਰਾਂ ਦਾ ਸਦ ਕੁਰਬਾਨੇ ਜਾਵਾਂ। ਜਪਦੇ ਜੋ ਨਾਮ ਗੁਰਾਂ ਦਾ
ਉਹ ਪਿਆਰੇ ਦੀ ਜਪਦੇ ਜੋ ਨਾਮ ਗੁਰਾਂ ਦਾ, ਪਿਆਰੇ ਦੀ ਜਪਦੇ ਜੋ ਨਾਮ ਗੁਰਾਂ ਦਾ। ਬਾਬਾ ਬਾਬਾ ਜੀ ਜਪਦੇ ਜੋ ਨਾਮ ਗੁਰਾਂ ਦਾ, ਬਾਬਾ ਬਾਬਾ ਜੀ ਜਪਦੇ ਜੋ ਨਾਮ ਗੁਰਾਂ ਦਾ। ਉਹ ਜੀ ਮੈਂ ਸਦ ਕੁਰਬਾਨੇ ਜਾਵਾਂ, ਕੁਰਬਾਨੇ ਜਾਵਾਂ, ਜਪਦੇ ਜੋ ਨਾਮ ਗੁਰਾਂ ਦਾ। ਸਦ ਕੁਰਬਾਨੇ ਜਾਵਾਂ, ਜਪਦੇ ਜੋ ਨਾਮ ਗੁਰਾਂ ਦਾ। हों कुर्बाने जाऊं तिना की, हों कुर्बाने जाऊं, हों कुर्बाने जाऊं तिना की, लैन जो तेरा नाव, लैन जो तेरा नाव तिना की, हों सद कुर्बाने जाऊं। आओ विचार ਚੱਲੀ ਸੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ। ਮੇਰੇ ਪਾਤਸ਼ਾਹ ਨੇ ਇਹੋ ਜਿਹੇ ਸਿੱਖ ਤਿਆਰ ਕੀਤੇ ਜਿਨ੍ਹਾਂ ਦੀ ਵਿੱਚ ਰਹਿਣ ਦੀ, ਜਿਨ੍ਹਾਂ ਨੂੰ ਜਾਚ ਆ ਗਈ, ਸੰਗਤ ਵਿੱਚ ਬਹਿਣ ਦੀ ਜਾਚ ਆ ਗਈ, ਸੰਗਤ ਵਿੱਚ ਕਹਿਣ ਦੀ ਜਾਚ ਆ ਗਈ, ਸਹਿਣ ਦੀ ਜਾਚ ਆ ਗਈ, ਰਹਿਣ ਦੀ ਜਾਚ ਆ ਗਈ। ਸਾਰੀਆਂ ਚੀਜ਼ਾਂ ਪੂਰਨ ਹੋ ਗਈਆਂ। ਜਿਹੜੇ ਬੱਚੇ ਨੇ, ਤੁਸੀਂ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਂਦੇ, ਤੁਸੀਂ ਕਿਵੇਂ ਜਾਂਦੇ ਹੋ, ਉੱਥੇ ਜਾ ਕੇ ਕਿਵੇਂ ਬਹਿੰਦੇ ਹੋ, ਕਿਵੇਂ ਰਹਿੰਦੇ ਹੋ, ਕਿਵੇਂ ਖਾਂਦੇ ਹੋ, ਸਾਰਾ ਕੁਝ ਤੁਹਾਡਾ ਫਾਲੋ ਕਰਦੇ ਹੈ। ਤੇ ਜੇ ਕਿਤੇ ਲੜਦੇ ਵੀ ਹੋ ਨਾ ਤੇ ਉਹ ਵੀ ਦੇਖਦੇ ਹੈ। ਫਿਰ ਸਾਰਾ ਕੁਝ ਬਹੁਤਾ ਬੱਚਿਆਂ ਦਾ ਨਾਂ ਆਉਣਾ। ਮਹਾਂਪੁਰਖਾਂ ਨੇ ਕਈ ਵਾਰ ਲੋਕਾਂ ਨੂੰ ਕੁਐਸਚਨ ਪੁੱਟ ਕੀਤੇ, ਬੱਚੇ ਕਿਉਂ ਨਹੀਂ ਆਉਂਦੇ। ਬੱਚਿਆਂ ਨੂੰ ਕੁਐਸਚਨ ਕੀਤਾ ਜੀ, ਉੱਥੇ ਲੜਾਈ ਹੁੰਦੀ ਹੈ। ਲੜਾਈ ਕਰਦਾ ਕੌਣ ਹੈ? ਲੜਾਈ ਅਸੀਂ ਕਰਦੇ ਹਾਂ ਆਪਸ ਵਿੱਚ, ਕਿਉਂਕਿ ਇਹ ਚੌਧਰ ਪੁਣੇ ਦਾ ਸਾਰਾ ਹੀ ਕਸੂਰ ਹੈ। ਜਦੋਂ ਬੰਦਾ ਚੌਧਰ ਛੱਡ ਜਾਂਦਾ ਹੈ ਤੇ ਜਦੋਂ ਰੱਬ ਦਾ ਬਣ ਜਾਂਦਾ ਤੇ ਫਿਰ ਰੱਬ ਇਹਨੂੰ ਸਭ ਕੁਝ ਦੇ ਦਿੰਦਾ ਹੈ। ਫਿਰ ਕਿਸੇ ਚੀਜ਼ ਦੀ ਉਹ ਕਮੀ ਨਹੀਂ ਰਹਿਣ ਦਿੰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਆਓ ਮਹਾਂਪੁਰਖ ਸ਼ਹਿਨਸ਼ਾਹ ਦੀ ਛਤਰ 'ਚ ਆਇਆ ਹੇਠ ਪਹੁੰਚ ਚੁੱਕੇ ਨੇ। ਆਪਾਂ ਉਹਨਾਂ ਤੋਂ ਅਗਲਾ ਸਮਾਂ ਸਰਵਣ ਕਰਨਾ ਹੈ ਤੇ ਬੜੇ ਪਿਆਰ ਸਤਿਕਾਰ ਨਾਲ ਜਿਹੜੀਆਂ ਸੰਗਤਾਂ ਕਿਤੇ ਹੁਣ ਬੱਚਿਆਂ ਦੀਆਂ ਛੁੱਟੀਆਂ ਵਿੱਚ ਇੰਡੀਆ ਜਾਂਦੀਆਂ ਹੋਣ ਤੇ ਉਹ 17 ਤੇ 18 ਤੇ 19 ਤਰੀਕ ਦਾ ਪ੍ਰੋਗਰਾਮ ਅਨੰਦਪੁਰ ਸਾਹਿਬ ਦਾ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਤੇ ਜਦੋਂ ਤੁਸੀਂ ਉੱਥੇ ਜਾਓ ਤੇ ਫਿਰ ਜੇ ਤੁਹਾਡੇ ਕੋਲ ਸਮਾਂ ਹੋਵੇ ਕਿਤੇ ਇੰਡੀਆ ਵੈਸੇ ਵੀ ਜਾਓ ਅੱਗੇ ਪਿੱਛੇ, ਤੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਾਵਨ ਪਵਿੱਤਰ ਯਾਦ ਵਿੱਚ ਇੱਕ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਪਹੇਵੇ ਦੇ ਵਿੱਚ, ਪਿੰਡ ਜਰਾਸੀ ਖੁਰਦ ਹੈ, ਭੇਵੇ ਤੋਂ 3 ਕਿਲੋਮੀਟਰ ਦੀ ਦੂਰੀ ਪਟਿਆਲਾ ਰੋਡ 'ਤੇ। ਉਹ ਮਹਾਂਪੁਰਖ ਕਿਹੇ ਜੋ ਸਨ, ਉਹਨਾਂ ਦੀ ਪਾਵਨ ਪਵਿੱਤਰ ਨਿੱਘੀ ਯਾਦ ਵਿੱਚ ਇੱਕ ਗੁਰੂ ਘਰ ਬਣਾਇਆ ਜਾ ਰਿਹਾ ਹੈ। ਤੇ ਮਹਾਂਪੁਰਖਾਂ ਦੀ ਇਹ ਕੋਸ਼ਿਸ਼ ਹੈ ਵੀ ਜਿਵੇਂ ਲੋਕ ਹੋਲੀ ਪਲੇਸ ਕੋਈ ਚੰਗੇ ਚੰਗੇ ਜਿਹੜੇ ਵਰਲਡ ਦੇ ਨੇ, ਜੋ ਲੋਕ ਉਹਨੂੰ ਦੇਖਣ ਵਾਸਤੇ ਜਾਂਦੇ ਨੇ, ਤੇ ਸੰਤ ਮਹਾਰਾਜ ਦੀ ਯਾਦ ਜੋ ਉੱਥੇ ਬਣ ਰਹੀ ਹੈ ਉਹਨੂੰ ਵੀ ਲੋਕ ਦੂਰੋਂ ਦੂਰੋਂ ਵੇਖਣ ਵਾਸਤੇ ਆਇਆ ਕਰਨਗੇ। ਤੇ ਬਣਿਆ ਤੇ ਦੁਨੀਆ ਦੇਖਦੀ ਹੈ, ਤੇ ਜਦੋਂ ਬਣਦਾ ਹੋਵੇ ਉਹ ਕਿਹੋ ਜਿਹਾ ਸਮਾਂ ਹੋਏਗਾ ਜਦੋਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਹੋਏਗੀ। ਉਹ ਫਿਰ ਵੇਖਣ ਵਾਲਾ ਸਮਾਂ
ਜਿਨ੍ਹਾਂ ਨੇ ਬਣਾਇਆ, ਜਿਨ੍ਹਾਂ ਸੇਵਾ ਕੀਤੀ। ਉੱਥੇ ਕਈ ਵਾਰੀ ਸੰਗਤਾਂ ਨੂੰ ਮਹਾਂਪੁਰਖਾਂ ਨੇ ਕਿਹਾ, ਮਿਸਤਰੀ ਕਹਿੰਦੇ ਬਈ ਇਹ 5 ਦਿਨ 'ਚ ਲੈਂਟਰ ਪੈਣਾ, ਇਹ 7 ਦਿਨ 'ਚ ਪੈਣਾ। ਅਤੇ ਉਹ ਸੰਗਤਾਂ ਰਾਤ ਨੂੰ 4 ਵਜੇ 2 ਵਜੇ ਆ ਕੇ ਡੇਰੇ ਬਹਿ ਜਾਂਦੀਆਂ, ਉਹ ਦਿਨ ਦੇ 2 ਨਹੀਂ ਵੱਜਣ ਦਿੰਦੇ। ਇੰਨੀਆਂ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਅਤੇ ਕੋਈ ਲੈਣ ਦੇਣ ਨਹੀਂ। ਤੁਸੀਂ ਸਿਰਫ ਉਹਨੂੰ ਨਾ ਇੱਕ ਵਾਰੀ ਵੇਖ ਕੇ ਆਉਣਾ। ਜਦੋਂ ਕਿਤੇ ਇੰਡੀਆ ਜਾਓ ਅਤੇ ਦਿੱਲੀ ਨੂੰ ਚੜ੍ਹਨਾ ਅਤੇ ਉੱਥੋਂ ਪਟਿਆਲੇ ਤੋਂ ਸਿੱਧਾ ਹੀ ਸਾਗਾ ਸ਼ਾਰਟਕੱਟ ਪੈਂਦਾ ਕੁਰੂਕਸ਼ੇਤਰ ਨੂੰ, ਅਤੇ ਉਹ ਸ਼ਾਰਟਕੱਟ ਰਾਹ ਦੇ ਉੱਤੇ ਹੀ ਨਾ ਪਟਿਆਲੇ ਵਾਲੇ ਰੋਡ 'ਤੇ ਜਦੋਂ ਸਰਹੰਦ ਤੋਂ ਪਟਿਆਲੇ ਤੋਂ ਸਿੱਧਾ ਹੀ ਪਿਪਲੀ ਆ ਜਾਓ, ਅਤੇ ਉਸ ਰੋਡ ਦੇ ਉੱਤੇ ਰਾਹ ਵੀ ਸਾਫ਼ ਹੈ, ਰਸ਼ ਵੀ ਨਹੀਂ ਹੈਗਾ, ਅਤੇ ਉੱਥੋਂ ਜ਼ਰੂਰ ਦਰਸ਼ਨ ਦੇ ਕੇ ਲੰਘਣਾ। ਅਤੇ ਆਓ ਅਗਲਾ ਸਮਾਂ ਮੈਂ ਬਹੁਤਾ ਨਾ ਲੈਂਦਾ ਹੋਇਆ, ਅੱਜ ਇਸ ਫੇਰੀ ਦਾ ਲਾਸਟ ਦੀਵਾਨ ਹੈ। ਫਿਰ ਆਪ ਗੁਰੂ ਨੇ ਚਾਹਿਆ ਫਿਰ ਦਰਸ਼ਨ ਕਰਾਂਗੇ, ਅਤੇ ਕੱਲ੍ਹ ਨੂੰ ਮਹਾਂਪੁਰਖਾਂ ਦੀ 10 ਵਜੇ ਤੋਂ ਇੱਥੋਂ ਡੇਰੇ ਤੋਂ ਚੱਲਣਗੇ, ਅਤੇ ਜਿਨ੍ਹਾਂ ਸੰਗਤਾਂ ਨੇ ਮਿਲਣਾ ਹੋਵੇ ਉਹ 10 ਵਜੇ ਸਵੇਰ ਤੋਂ ਪਹਿਲਾਂ ਮਿਲ ਲੈਣ। ਇੰਨੇ ਸ਼ਬਦ ਕਰੋ ਪ੍ਰਵਾਨ ਜੀ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬਤਰ ਰਮਨੰਗ, ਨਾਨਕ ਅਗਨਾਸਨ ਜੁਗਦੀਸ਼ਰੈ। ਵੇਖਣ ਸੁਣ ਸੁਨਾਵਨੋ, ਮਨ ਮੈਂ ਦ੍ਰਿੜੀਐ ਸਾਚ। ਪੂਰ ਰਹੋ ਸਰਬਤਰ ਮੈਂ, ਨਾਨਕ ਹਰ ਸੰਗ ਰਾਚ। ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ। हाँ पूरे के गुण गाओ, पूरे के गुण, पूरे के गुण गाओ, पूरे के गुण गाओ, पूरे के गुण गाओ, पूरे के गुण गाओ। पूरे के गुण गाओ, नानक पूरे के गुण गाओ, पूरे के गुण गाओ, पूरे के गुण गाओ। पूरे के गुण गाओ, पूरे के गुण, हाँ पूरे के गुण गाओ, पूरे के गुण गाओ, पूरे के गुण, पूरे के गुण गाओ, पूरे के गुण गाओ।
पूरे के गुण गाओ, 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 पूरे पूरे के गुण गाओ, पूरे के गुण गाओ, पूरे के गुण पूरे के गुण गाओ, पूरे के गुण गाओ। परम सत्कारयोग जुगो जुग अटल धन धन साहब श्री गुरु ग्रंथ ਸਾਹਿਬ महाराज जी ਦੀ पावन पवित्र रुचि सुची ते निगी गोद ਦਾ आनंद मान रही गुरु रूप गुरु सारी साध संगत जीओ, जिथे आप जी माई भाई सारे ही प्रेमी जन गुरु चरणों में पुज के अपनी जिंदगी के मूलक समय नूं गुरु चरणों में लगा के सफलियां करन दी खिचला जानी किरपालता कर रहे हो। उत्थे धन धन शहीदां दे सरताज साहब श्री गुरु अर्जन देव महाराज जी दे पावन पवित्र शहीदी पुरब नूं मुख रख के ये प्रोग्राम लिखिया गया सी, जो अज आपां सारे मनाउण वास्ते जा रहे हैं। राती कीर्तन दे विच गल चली सी किहड़े कारण सन जिहदे करके पंजवें पातशाह नूं तत्तियां तवियां ते बहना पिया। गुरु की संगत इस्लाम दा राज सी। इस समा बड़ा लंबा समा चलिया, पर साडे सतगुरु पातशाह दा जीवन संतन अवर न काहू जानी बेप्रवाह सदा रंग हर के जाको पाक सुमामी। गुरु की संगत जेकर वेख्या जावे इस्लाम दे राज विच एक पासे मंदिर ढाए जा रहे सन, एक पासे हिंदू भरावां दे कतल किए जा रहे सन, तो दूजे पासे साडे सतगुरु पातशाह जी बाणी उचारण कर रहे सन। एक बारी कह दिओ वाहिगुरू। किते गुरु ग्रंथ साहिब की बाणी का जहाज तैयार किया जा रहा सी, किते हरमंदर साहिब की नींह रखी जा रही सी, किते गोविंदवाल साहिब की नींह गुरु अमरदास जी महाराज ने अपने पवित्र घर कमला नाल रखी, किते खंडूर साहिब की नींह रखी गई। मुक्कदी गल की गुरु की संगत इत्थे जरा ध्यान देना पवेगा। कई बारी कीर्तन दे विच गल चली है कि एक सिख धर्म है जिहड़ा गुलामी च जम्मिया, गुलामी च पलिया ते गुलामी च अगे वधिया। माफ़ करना, खालसा पंथ की सिरजना की गई तो गुलामी च, खालसा जी आनंदपुर साहब की नींह रखी गई तो गुलामी दे विच। महाराज ने जदों कि बादशाह रंगजेब के जीवन नूं जे फड़ीए, कोई हिंदू भरा अज की तरह इस तरह सतसंगत नहीं सी कर सकता, दरबार नहीं सी लगा सकता, चंगा बच्चा बच्ची अपने घर नहीं सी रख सकता, उन्होंने सरकारे दरबारे पेश करना पैंदा सी। जे तुसी अहमद शाह अब्दाली दे राज का जिक्र पढ़ीए ना, किते जिक्र करिए हिंदुस्तान की 16-16 हज़ार धी भैन नूं बन के एमनाबाद माफ़ करना तो काबल कंधार नूं बसरे वर्गे शहरों नूं ले जाते रहे। गऊ मझ की कीमत तो भावें 100 रुपया पै जाती सी, साडियां धीआं भैणां टके टके दे विकदियां सन। बड़ी लंबी तैयारी की जा रही सी। पंथ गुरु नानक दे समय भी साजिया जा सकता सी, पर हिंदुस्तान की गैरत अणख खत्म हो चुकी सी। खालसा जी इत्थों तक दे इतिहास नूं पढ़ के वेखीए ना, माफ़ करना, जदों ये जरवाने आउंदे सन, नादर शाह वर्गे, अहमद शाह अब्दाली वर्गे, मुहम्मद गजनी वर्गे साध संगत जी, उस समय के लोग कहते सन साडी धी भैन नूं ते लै जाओ, पर सानू कुछ ना कहो जी। खालसा जी इन्नी भारत की जनता माफ़ करना गुरु की संगत कुचल चुकी सी, दब चुकी सी। कई लोग कहते हैं कि गुरु तेग बहादुर जी महाराज ने शहीदी हिंदू धर्म लिए दी है। नहीं, गुरु तेग बहादुर जी ने शहीदी हर धर्म के वास्ते दी है। एक बारी कह दो वाहिगुरू। किसी भी, क्योंकि बादशाह रंगजेब का एको ही नारा सी, जिन्होंने स्लोगन कह दें असी, एको ही नारा सी कि भारत की धरती से
मैं किसी दूजे धर्म का दीवा नहीं बन देना। ਜਦੋਂ ਨੌਵੇਂ ਪਾਤਸ਼ਾਹ ਦਿੱਲੀ ਦੇ ਵਿੱਚ ਗਏ, ਬਾਦਸ਼ਾਹ ਰੰਗਜ਼ੇਬ ਦੇ ਸੱਦੇ 'ਤੇ ਬੜੀ ਵਿਚਾਰ ਲੰਬੀ ਹੋਈ। ਅੱਜ ਦਾ ਮੁੱਦਾ, ਅੱਜ ਦੀ ਵਿਚਾਰ ਪੰਜਵੇਂ ਪਾਤਸ਼ਾਹ 'ਤੇ, ਪਰ ਆਪ ਜੀ ਨੂੰ ਥੋੜ੍ਹਾ ਜਿਹਾ ਇਸ਼ਾਰੇ ਮਤ ਦੱਸਿਆ ਜਾ ਰਿਹਾ। ਬਾਦਸ਼ਾਹ ਰੰਗਜ਼ੇਬ ਨੇ ਆਖਿਆ ਸੀ ਇਸਲਾਮ ਕਬੂਲ ਕਰ ਲਓ। ਗੁਰੂ ਜੀ ਨੇ ਮੇਰੀਆਂ 2 ਸ਼ਰਤਾਂ ਨੇ। ਮਰ ਕਹਿੰਦੇ ਤੈਨੂੰ ਕੀ ਮਿਲੇਗਾ? ਕਹਿਣ ਲੱਗਾ ਵੀ ਮੈਂ ਕਸਮ ਖਾਧੀ ਹੈ ਮੈਂ ਭਾਰਤ ਦੀ ਧਰਤੀ 'ਤੇ ਦੂਜੇ ਧਰਮ ਦਾ ਦੀਵਾ ਨਹੀਂ ਬਣ ਦੇਣਾ। ਪਰ ਮਰ ਕਹਿੰਦੇ ਤੇਰੇ ਤੇ ਮੇਰੇ ਧਰਮ 'ਚ ਇੰਨੇ ਫਰਕ ਹੈ। ਤੂੰ ਕਹਿੰਦਾ ਮੈਂ ਦੀਵਾ ਬਲ ਨਹੀਂ ਦੇਣਾ, ਮੈਂ ਦੀਵਾ ਜਗਣ ਨਹੀਂ ਦੇਣਾ, ਮੈਂ ਕਿਸੇ ਵੀ ਧਰਮ ਦਾ ਦੀਵਾ ਬੁਝਣ ਨਹੀਂ ਦੇਣਾ। ਖਾਲਸਾ ਜੀ, ਜਿੱਥੇ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਉੱਥੇ ਦੂਜੇ ਧਰਮਾਂ ਦਾ ਸਤਿਕਾਰ ਕਰਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਖੈਰ ਐਨੀ ਹੋ। ਇੱਧਰ ਨਾ ਜਾਈਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਜਿੱਥੇ ਚੰਦੂ ਮਾਫ ਕਰਨਾ ਉਹਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕੀਤਾ, ਤਾਂ ਇਹਨੇ ਆਖਿਆ ਮੈਂ ਦੇਖਾਂਗਾ, ਪਰ ਹਰਜੂ ਹੰਕਾਰ ਨਾ ਭਾਵੀ ਬੇਦ ਕੂਕ ਸੁਣਾਵੇ। ਮਹਾਰਾਜ ਮਾਫ ਕਰਨਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ 3 ਸੁਪੁੱਤਰ ਸਨ। ਵੱਡਾ ਪ੍ਰਿਥੀ ਚੰਦ ਸੀ, ਛੋਟੇ ਮਹਾਦੇਵ ਸਨ। ਉਦੋਂ ਛੋਟੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਨ। ਟੂ ਬੀ ਵੈਰੀ ਫਰੈਂਕ ਟੈਲ ਯੂ ਵਨ ਥਿੰਗ ਵੇਅਰ ਦਾ ਕੁਐਸਚਨ ਯੂਰ ਫੈਮਿਲੀਜ਼। ਆਪਣੇ ਘਰਾਂ ਦੇ ਵਿੱਚ ਵੀ ਤੁਸੀਂ ਦੇਖੋ, ਜੇ ਛੋਟੇ ਵੱਡੇ ਦੀ ਕੋਈ ਗੱਲ ਨਹੀਂ ਹੁੰਦੀ, ਜੇ ਛੋਟਾ ਬੱਚਾ ਲੈਕ ਹੋਵੇ ਤਾਂ ਮਾਤਾ ਪਿਤਾ ਉਹਨੂੰ ਜ਼ਿਆਦਾ ਪਿਆਰ ਦਿੰਦੇ ਨੇ। ਇੱਕ ਬਰੀਕਾ ਦੇ ਵੈਰੂ, ਇਹ ਇੱਕ ਦੁਨਿਆਵੀ ਗੱਲ ਹੈ। ਘਰ ਦੇ ਵਿੱਚ ਵੀ ਉਹਨੂੰ ਮਾਣ ਚੰਗਾ ਮਿਲਦਾ, ਸਤਿਕਾਰ ਉਹਨੂੰ ਚੰਗਾ ਮਿਲਦਾ। ਛੋਟੇ ਵੱਡੇ ਦੀ ਗੱਲ ਨਹੀਂ ਹੈ। ਜਿਹੜਾ ਘਰ ਦੇ ਵਿੱਚ ਵੀ ਆਗਿਆਕਾਰੀ ਹੁੰਦਾ, ਲੈਕ ਹੁੰਦਾ, ਆਗਿਆਕਾਰੀ ਬਪਰਾ ਜੀਓ ਸਦਾ ਸੁਹੇਲਾ ਕਰ ਲੈ ਜੀਓ। ਖੈਰ ਗੁਰੂ ਕੀ ਸੰਗਤ ਗੁਰੂ ਰਾਮਦਾਸ ਜੀ ਮਹਾਰਾਜ ਦੀ ਸੇਵਾ ਕਰਕੇ ਆਗਿਆ ਮੰਨ ਕੇ, ਹੁਕਮ ਮੰਨ ਕੇ, ਹੁਕਮ ਮੰਨੀਏ ਹੋਵੇ ਪ੍ਰਮਾਣ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ। ਪ੍ਰਿਥੀ ਚੰਦ ਬੜਾ ਕੁਰਲਾਉਂਦਾ ਸੀ, ਬੜਾ ਰੋਂਦਾ ਸੀ, ਤਾਹਾਂ ਮਾਰਦਾ ਸੀ, ਪਿਤਾ ਜੀ ਤੁਸੀਂ ਮੇਰੇ ਨਾਲ ਵਧੀਕੀ ਕੀਤੀ ਹੈ। ਮੈਂ ਆਪ ਜੀ ਦਾ ਵੱਡਾ ਸਾਹਿਬਜ਼ਾਦਾ ਸਾਂ, ਗੁਰਤਾ ਗੁਰਗੱਦੀ 'ਤੇ ਮੇਰਾ ਹੱਕ ਬਣਦਾ ਸੀ। ਗੁਰੂ ਰਾਮਦਾਸ ਜੀ ਨੇ ਆਖਿਆ ਸੀ ਬੇਟਾ ਇੱਥੇ ਹੱਕ ਜਤਾਉਣ ਦੀਆਂ ਗੱਲਾਂ ਨਹੀਂ ਹਨ, ਇੱਥੇ ਤਾਂ ਗੱਲ ਆਗਿਆ ਮੰਨਣ ਅਤੇ ਸੇਵਾ ਕਰਨ ਦੀ ਹੈ। ਫਿਰ ਆਖਿਆ ਸੀ ਪ੍ਰਿਥੀ ਚੰਦ ਇਹ ਵਸਤੂਆਂ ਛੋਟੇ ਵੱਡੇ ਦਾ ਸਵਾਲ ਨਹੀਂ, ਇਹ ਤਾਂ ਉਹਦੇ 'ਤੇ ਕਿਰਪਾ ਹੁੰਦੀ ਹੈ ਜਿਹਦੇ 'ਤੇ ਧੁਰੋਂ ਹੀ, ਜਿਹਦੇ ਮੱਥੇ ਦੇ ਉੱਤੇ ਲਿਖਿਆ ਹੁੰਦਾ। ਇਹ ਦਾਤ ਗੁਰੂ ਅਰਜਨ ਦੇ ਮੱਥੇ 'ਚ ਲਿਖੀ ਸੀ ਅਤੇ ਉਸ ਨੂੰ ਪ੍ਰਾਪਤ ਹੋ ਗਈ। ਇਹਨੇ ਵੀ ਆਖਿਆ ਸੀ ਮੈਂ ਵੇਖਾਂਗਾ ਪਿਤਾ ਜੀ। ਮੇਰੇ ਪਾਤਸ਼ਾਹ ਨੇ ਬੜਾ ਸਮਝਾਇਆ ਸੀ ਗੁਰੂ ਰਾਮਦਾਸ ਜੀ ਨੇ, ਪੂਤ ਸਾਰੇ ਪੜੋ, ਪੂਤ ਕਾਹੇ ਝਗਰਤ ਸੰਗ ਬਾਪ, ਪੂਤ ਕਾਹੇ ਝਗਰਤ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, 300 ਝਗਰਤ ਪਾਪ। ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਆਪਣੇ ਮਾਂ ਬਾਪ ਨਾਲ ਲੜਨਾ ਝਗੜਨਾ ਚੰਗੀ ਗੱਲ ਨਹੀਂ। ਖੈਰ ਗੁਰੂ ਕੀ ਸੰਗਤ, ਇਹਦੇ ਅੰਦਰ ਗੁਰਤਾ ਗੁਰਗੱਦੀ ਦੀ ਭੁੱਖ ਸੀ। ਮਾਫ ਕਰਨਾ ਗੁਰਤਾ ਗੁਰਗੱਦੀ ਦੀ ਭੁੱਖ ਸੀ। ਇਹਨੇ ਆਖਿਆ ਮੈਂ ਗੁਰਤਾ ਗੁਰਗੱਦੀ ਲੈ ਕੇ ਰਹਾਂਗਾ, ਪਰ ਸੱਜਣੋ ਜਿਸ ਘਰ ਦੇ ਕੁੱਤੇ ਚੋਰਾਂ ਨਾਲ ਮਿਲ ਜਾਣ, ਕੁੱਤੇ ਘਰ ਦੀ ਰਾਖੀ ਵਾਸਤੇ ਹੁੰਦੇ ਨੇ, ਉਸ ਘਰ ਦਾ ਬਚਣਾ ਬੜਾ ਮੁਸ਼ਕਲ ਹੈ। ਉੱਧਰੋਂ ਪ੍ਰਿਥੀ ਚੰਦ ਆਪਣੇ ਮਾਫ ਕਰਨਾ ਫਨੀਅਤ ਸੱਪ ਦੀ ਤਰ੍ਹਾਂ ਵਿਸ ਘੋਲਦਾ ਸੀ। ਇੱਧਰੋਂ ਪ੍ਰਿਥੀ ਚੰਦ, ਇਹ ਦੋਵੇਂ ਜਦੋਂ ਮਿਲੇ ਅਤੇ ਉਸ ਮੌਕੇ ਗੁਰੂ ਕੀ ਸੰਗਤ, ਇਹ ਵਕਤ ਦੇ ਬਾਦਸ਼ਾਹ ਦਾ ਦੀਵਾਨ ਸੀ ਚੰਦੂ, ਅਤੇ ਚੰਦੂ ਨੂੰ ਜਾ ਕੇ ਨਾ ਪ੍ਰਿਥੀ ਚੰਦ ਨੇ ਆਖਿਆ ਕਿ ਗੁਰਤਾ ਗੁਰਗੱਦੀ 'ਤੇ ਮੇਰਾ ਹੱਕ ਬਣਦਾ ਸੀ। ਅੱਗੇ ਰਾਜੇ ਬੜੇ ਇਨਸਾਫ ਪ੍ਰਦ ਹੁੰਦੇ ਸਨ, ਜਰਾ ਧਿਆਨ ਦੇਣਾ ਪਵੇਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਪਰ ਸਾਧ ਸੰਗਤ ਜੀ, ਸਿਆਣਿਆਂ ਦੀ ਕਹਾਵਤ ਹੈ, ਚੁੱਕਾਂ ਨੇ ਜਿਹੜੀਆਂ ਪੱਥਰ ਪਾੜ ਕੇ ਰੱਖ ਦਿੰਦੀਆਂ ਨੇ। ਇੱਧਰੋਂ ਇਹ ਜਾ ਕੇ ਰੋਇਆ ਪਿੱਟਿਆ ਚੰਦੂ ਦੀਵਾਨ ਦੇ ਕੋਲ ਕਿ ਮੇਰਾ ਹੱਕ ਬਣਦਾ ਸੀ ਗੁਰਤਾ ਗੁਰਗੱਦੀ 'ਤੇ, ਮੇਰਾ ਭਰਾ ਅਰਜਨ ਧੱਕੇ ਨਾਲ ਹੀ ਗੁਰੂ ਬਣ ਬੈਠਾ। ਉਸ ਮੌਕੇ ਪ੍ਰਿਥੀ ਚੰਦੂ ਦੀਵਾਨ ਨੇ ਆਖਿਆ ਪ੍ਰਿਥੀ ਚੰਦ ਤੂੰ ਰੋ ਨਾ, ਘਬਰਾ ਨਾ, ਮੇਰੀ ਵਕਤ ਦੇ ਬਾਦਸ਼ਾਹ ਨਾਲ ਬੜੀ ਬਣਦੀ ਹੈ। ਮਾਫ ਕਰਨਾ ਗੁਰੂ ਕੀ ਸੰਗਤ, ਕਈ ਵਾਰੀ ਨਾ ਬੰਦਾ ਸੋ ਮੈਨੀ ਟਾਈਮ, ਅਸੀਂ ਕਈ ਵਾਰੀ ਸਤਸੰਗ ਜਿਹੜਾ ਧਿਆਨ ਦੇਣਾ ਪਵੇਗਾ। ਕਈ ਵਾਰੀ ਨਾ ਅਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਯਕੀਨ ਕਰ ਲੈਂਦੇ ਹਾਂ, ਪਰ ਸੱਚ ਵਿੱਚੋਂ ਕੁਝ ਹੋਰ ਨਿਕਲਦਾ। ਕਿਸੇ ਦੀਆਂ ਗੱਲਾਂ ਸੁਣ ਕੇ ਨਾ ਅਸੀਂ ਆਪਣੀਆਂ ਰੋਟੀਆਂ ਸੇਕ ਕੇ ਚਲੇ ਜਾਂਦੇ ਹਾਂ।
नहीं ऐसा नहीं है। माफ़ करना, इंसान ਨੂੰ ਅੱਖਾਂ ਦਿੱਤੀਆਂ ਨੇ ਦੇਖਣ ਵਾਸਤੇ, ਕੰਨ ਦਿੱਤੇ ਨੇ ਸੁਣਨ ਵਾਸਤੇ, ਜ਼ਬਾਨ ਦਿੱਤੀ ਹੈ ਬੋਲਣ ਵਾਸਤੇ, ਔਰ ਦਿਮਾਗ ਦਿੱਤਾ ਇਹਨੂੰ ਸੋਚਣ ਤੇ ਵਿਚਾਰ ਕਰਨ ਵਾਸਤੇ ਕੀ ਹੋ ਸਕਦਾ ਜਾਂ ਨਹੀਂ ਹੋ ਸਕਦਾ। ਮੁੱਕ ਦੀ ਗੱਲ ਕੀ, ਇਹ ਚੰਦੂ ਦਾ ਪ੍ਰਿਥੀ ਚੰਦ ਨੂੰ ਲੈ ਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਪੁੱਜਣਾ। ਉਸ ਮੌਕੇ ਸਾਧ ਸੰਗਤ ਜੀ ਇਹ ਬੜਾ ਰੋਇਆ ਪਿੱਟਿਆ ਪ੍ਰਿਥੀ, ਤੇ ਨਾਲ ਲੱਗਦੇ ਕਹਿੰਦੇ ਚੰਦੂ ਦੀਵਾਨ ਨੇ ਆਖਿਆ ਕਿ ਇਹ ਗੁਰੂ ਰਾਮਦਾਸ ਦਾ ਵੱਡਾ ਸਾਹਿਬਜ਼ਾਦਾ ਹੈ, ਗੁਰਗੱਦੀ ਤੇ ਇਹਦਾ ਹੱਕ ਬਣਦਾ ਸੀ। ਇਹਦਾ ਛੋਟਾ ਭਰਾ ਧੱਕੇ ਨਾਲ ਗੁਰੂ ਬਣ ਕੇ ਬਹਿ ਗਿਆ। ਮਾਫ਼ ਕਰਨਾ, ਇਹਦਾ ਹੱਕ ਇਹਨੂੰ ਦਬਾਓ। ਬਾਦਸ਼ਾਹ ਜਹਾਂਗੀਰ ਨੇ ਬੜੇ ਧਿਆਨ ਨਾਲ ਗੱਲ ਸੁਣੀ। ਅੱਜ ਤੁਸੀਂ ਇੱਕ ਬੜੀ ਨਵੀਂ ਗੱਲ ਸੁਣੋਗੇ, ਜਰਾ ਧਿਆਨ ਦੇਣਾ ਪਵੇਗਾ ਖਾਲਸਾ ਜੀ, ਜਰਾ ਧਿਆਨ ਦੇਣ ਵਾਲੀ ਗੱਲ ਹੈ। ਲੋਕੀ ਕਹਿੰਦੇ ਨੇ ਕਿ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬਿਠਾਇਆ, ਪਰ ਗੱਲ ਕੁਝ ਹੋਰ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਗੱਲ ਕੁਝ ਹੋਰ ਸੀ। ਉਸ ਮੌਕੇ ਖਾਲਸਾ ਜੀ ਜਦੋਂ ਮਾਫ਼ ਕਰਨਾ ਇਹਨੇ ਜਾ ਕੇ ਰੋਣਾ ਪਿੱਟਣਾ ਸ਼ੁਰੂ ਕੀਤਾ, ਚੰਦੂ ਨੇ ਦੀ ਮਦਦ ਕੀਤੀ ਕਿ ਗੁਰਤਾ ਗੁਰਗੱਦੀ ਲੈਣ ਵਿੱਚ ਇਹਦਾ ਸਾਥ ਦਿਓ, ਇਹਦਾ ਹੱਕ ਦਵਾਓ। ਬਾਦਸ਼ਾਹ ਜੀ ਜਹਾਂਗੀਰ ਨੇ ਆਖਿਆ ਚੰਦੂ ਗੁਰਤਾ ਗੁਰਗੱਦੀ ਤੇ ਹੱਕ ਤੇ ਉਹਦਾ ਹੀ ਹੈ ਜਿਹਨੂੰ ਗੁਰੂ ਰਾਮਦਾਸ ਜੀ ਥਾਪ ਗਏ ਨੇ। ਬਾਕੀ ਰਹੀ ਗੱਲ ਜਿਹਨੂੰ ਕਿਸੇ ਜਗੀਰ ਦੀ ਲੋੜ ਹੈ, ਮੈਂ ਜਗੀਰਾਂ ਲਵਾ ਦਿੰਦਾ। ਪੈਸੇ ਦੀ ਲੋੜ ਹੈ, ਪੈਸੇ ਦੇ ਸਕਦਾ, ਪਰ ਜਿੱਥੇ ਤੱਕ ਗੁਰਤਾ ਗੁਰਗੱਦੀ ਦਾ ਸਵਾਲ ਹੈ ਉੱਥੇ ਤੱਕ ਮੈਂ ਇਹਦੀ ਕੋਈ ਮਦਦ ਨਹੀਂ ਕਰ ਸਕਦਾ। ਫਿਰ ਗੱਲ ਇਹਨੇ ਕੱਟ ਕੇ ਆਖਿਆ ਜੀ ਤੁਹਾਨੂੰ ਪਤਾ ਜੀ ਬਾਦਸ਼ਾਹ ਸਲਾਮਤ। ਚੰਦੂ ਦੀਵਾਨ ਨੇ ਆਖਿਆ ਜੀ ਦਰਿਆਏ ਬਿਆਸਾ ਦੇ ਕੰਢੇ ਤੇ ਅਰਜਨ ਗੁਰੂ ਜਿਸ ਦੇ ਬਾਰੇ ਤੁਸੀਂ ਕਹਿੰਦੇ ਇਹਦਾ ਹੱਕ ਨਹੀਂ ਦਿਵਾਉਣਾ। ਮੁੱਕਦੀ ਗੱਲ ਕੀ, ਮਾਫ਼ ਕਰਨਾ, ਉਹ ਆਪ ਗੁਰੂ ਬਣ ਬੈਠਾ। ਉਹਨੇ ਚੋਰ ਰੱਖੇ ਨੇ, ਉਹਨੇ ਡਾਕੂ ਰੱਖੇ ਨੇ, ਉਹਨੇ ਧਾੜਵੀ ਰੱਖੇ ਨੇ, ਉਹਨੇ ਲੁਟੇਰੇ ਰੱਖੇ ਨੇ। ਸੱਚ ਨੂੰ ਬੜੀਆਂ ਮੁਸ਼ਕਲਾਤਾਂ 'ਚੋਂ ਲੰਘਣਾ ਪੈਂਦਾ। ਸੱਚ ਦਾ ਜਨਮ, ਮੇਰੇ ਕਹਿਣ ਤੋਂ ਮੁਰਾਦ ਕ੍ਰਿਸ਼ਨ ਭਗਵਾਨ ਦਾ ਜਨਮ ਜੇਲ੍ਹ 'ਚ ਹੋਇਆ ਸੀ। ਉਹਨੂੰ ਘਰ 'ਚ ਵੀ ਨਹੀਂ ਜੰਮਣ ਦਿੱਤਾ, ਜਨਮ ਲੈਣ ਦਿੱਤਾ। ਸੱਚ ਨੂੰ 14 ਸਾਲ ਜੰਗਲਾਂ ਵਿੱਚ ਧੱਕੇ ਪੈਣੇ ਪਏ। ਇੱਕ ਕਕਈ ਦੀ, ਮਾਫ਼ ਕਰਨਾ ਛੋਟੀ ਜਿਹੀ ਗਲਤੀ ਕਰਕੇ, ਰਾਮ ਵਰਗੇ ਲੈਕ ਪੁੱਤਰ ਨੂੰ 14 ਸਾਲ ਜੰਗਲਾਂ ਦੇ ਵਿੱਚ ਧੱਕੇ ਖਾਣੇ ਪਏ। ਸਾਧ ਸੰਗਤ ਜੀ ਮੈਂ ਮਾਫ਼ ਕਰਨਾ, ਕਹਿੰਦੇ ਨੇ ਇਤਿਹਾਸ ਦੱਸਦਾ ਕਿ ਜਿੰਨਾ ਕਕਈ ਰਾਮ ਚੰਦਰ ਨੂੰ ਪਿਆਰ ਕਰਦੀ ਸੀ ਨਾ, ਇਹਨਾਂ ਪਿਆਰ ਭਰਤ ਨੂੰ ਨਹੀਂ ਸੀ ਕਰਦੀ। ਪਰ ਚੁੱਕਾ ਨੇ ਉਸ ਪੁੱਤਰ ਨੂੰ ਜੰਗਲਾਂ ਵਿੱਚ ਜਾਣ ਦਾ ਵਰ ਮੰਗ ਲਿਆ ਜਿਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ। ਪਰ ਸਾਧ ਸੰਗਤ ਜੀ ਵਕਤ ਬੜਾ ਬਲਵਾਨ ਹੈ। ਸੱਚ ਨੂੰ ਸਰਹੰਦ ਦੀ ਖੂਨੀ ਦਰਬਾਰ ਵਿੱਚ ਖੜਨਾ ਪਿਆ। ਸੱਚ ਨੂੰ ਆਰਿਆਂ ਥੱਲੇ ਸਿਰ ਦੇਣੇ ਪਏ, ਸੱਚ ਨੂੰ ਖੋਪਰ ਰਵਾਉਣੇ ਪਏ, ਸੱਚ ਨੂੰ ਬੰਦ ਕਟਾਉਣੇ ਪਏ, ਸੱਚ ਨੂੰ ਬਿਨਾਂ ਸਿਰ ਤੋਂ ਲੜਨਾ ਪਿਆ। ਬਾਦਸ਼ਾਹ ਜਹਾਂਗੀਰ ਲੱਗਾ ਕਹਿਣ ਇਹ ਤਾਂ ਹੋ ਨਹੀਂ ਸਕਦਾ ਕਿ ਮਾਫ਼ ਕਰਨਾ ਮੇਰੇ ਰਾਜ ਵਿੱਚ ਕੋਈ ਡਾਕੂ ਰੱਖੇ, ਕੋਈ ਧਾੜਵੀ ਰੱਖੇ, ਕੋਈ ਲਟੇਰੇ ਰੱਖੇ। ਆਖਿਆ ਨਹੀਂ ਜੀ, ਖੈਰ ਗੁਰੂ ਕੀ ਸੰਗ 2-4, ਇਹ ਕੱਲ੍ਹ 2-4 ਦੀ ਹੁੰਦੀ, 2, 3, 5, 7, 9, ਇਸ ਤੋਂ ਉੱਤੇ ਗੱਲ ਨਹੀਂ ਹੁੰਦੀ ਖਾਲਸਾ ਜੀ। ਜਿਹੜੇ ਮਾੜੇ ਬੰਦੇ ਹੁੰਦੇ ਨੇ ਸਾਧ ਸੰਗਤ, ਜਿਵੇਂ ਕਹਿੰਦੇ ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਕੇ ਰੱਖ ਦਿੰਦੀ, ਕੁਝ ਕੁ ਮਾੜੇ ਬੰਦੇ। ਸਾਧ ਸੰਗਤ ਜੀ ਜਦੋਂ ਸਾਹਿਬਜ਼ਾਦੇ ਸਰਹੰਦ ਦੀ ਖੂਨੀ ਦੀਵਾਰ ਚਿਣੇ ਜਾਣੇ ਸਨ, ਫੈਸਲਾ ਸੁਣਾਇਆ ਜਾ ਚੁੱਕਾ। ਮਾਫ਼ ਕਰਨਾ ਗੁਰੂ ਕੀ ਸੰਗਤ, ਬੇਨਜਾ ਵਜੀਦੇ ਖਾਂ ਦੀ ਬੇਗਮ ਸੀ। ਇਹ ਹਿੰਦੂਆਂ ਦੀ ਲੜਕੀ ਸੀ ਜਿਹਨੂੰ ਇਹ ਜੰਮੂ ਕਸ਼ਮੀਰ ਤੋਂ ਲੈ ਕੇ ਆਇਆ ਸੀ। ਬੇਨਜਾ ਨੂੰ ਪਤਾ ਲੱਗਾ, ਇਹ ਜੋ ਘਰ ਗਿਆ, ਇਹਨੇ ਵਜੀਦੇ ਖਾਂ ਨੂੰ ਆਖਿਆ ਜੀ ਮੈਨੂੰ ਪਤਾ ਲੱਗਾ ਤੁਸੀਂ ਆਹ ਕਾਲੀ ਕਰਤੂਤ ਕਰਨ ਵਾਸਤੇ ਜਾ ਰਹੇ। ਮਾਫ਼ ਕਰਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੂੰ ਕੱਲ੍ਹ ਨੂੰ ਸਰਹੰਦ ਦੀ ਨੀਂਹ ਦੀਵਾਰ ਦੇ ਵਿੱਚ ਚਿਣ ਕੇ ਉਹਨਾਂ ਨੂੰ ਸ਼ਹੀਦ ਕਰਨਾ। ਉਹਨੇ ਆਖਿਆ ਇਹ ਕੰਮ ਨਾ ਕਰਿਓ ਜੇ, ਖੁਦਾ ਦਾ ਕਿਆ ਟੁੱਟ ਪਊਗਾ, ਖੁਦਾ ਦਾ ਤੁਹਾਡੇ 'ਤੇ ਕਿਆ ਟੁੱਟ ਪਊਗਾ, ਅਸਮਾਨ ਡਿੱਗ ਪਊਗਾ। ਪਰ ਬਹੁਤ ਘੱਟ ਲੋਕਾਂ ਨੂੰ ਪਤਾ। ਇਤਿਹਾਸਕਾਰ ਤਾਂ ਇਤਿਹਾਸ ਸੁਣਾ ਕੇ ਚਲੇ ਜਾਂਦੇ ਨੇ, ਪਰ ਕਹਿੰਦੇ ਨੇ ਜਦੋਂ ਸਾਹਿਬਜ਼ਾਦੇ ਸਰਹੰਦ ਦੀ ਖੂਨੀ ਦੀਵਾਰ 'ਚ ਚਿਣੇ ਗਏ, ਇੱਕ ਪਾਸੇ ਦੀਵਾਰ ਡਿੱਗ ਪਈ, ਦੂਜੇ ਪਾਸੇ ਉੱਥੇ ਸ਼ਾਹੀ ਮਸਜਿਦ ਬਣੀ ਹੈ, ਉਹਦਾ ਉੱਤੋਂ ਗੁੰਮਟ ਕਹਿੰਦੇ ਨੇ ਖਾਲਸਾ ਜੀ ਢਹਿ ਕੇ ਜ਼ਮੀਨ 'ਤੇ ਡਿੱਗ ਪਿਆ। ਤੀਜੇ ਨੰਬਰ 'ਤੇ ਸਾਹਿਬਜ਼ਾਦੇ
ਖਲੋਤੇ ਸਨ ਸਰਹੰਦ ਦੀ ਦੀਵਾਰ ਵਿੱਚ, ਉਹ ਉੱਥੇ ਮਾਫ ਕਰਨਾ ਉਹਨਾਂ ਦਾ ਡਿੱਗਣਾ ਹੀ ਸੀ ਜਾਂ ਕੰਧ ਡਿੱਗ ਪਈ, ਸ਼ਹੀਦ ਕੀਤੇ ਗਏ। ਚੌਥੇ ਨੰਬਰ 'ਤੇ ਅਸਮਾਨੀ ਬਿਜਲੀ ਕੜਕੀ। ਖੈਰ ਮੈਂ ਇੱਧਰ ਨਾ ਜਾਵਾਂ, ਇੱਧਰ ਸਾਧ ਸੰਗਤ ਜੀ ਉਹਨੇ ਆਖਿਆ ਇਹ ਕੰਮ ਨਾ ਕਰੀ। ਪਰ ਸਾਧ ਸੰਗਤ ਜੀ ਉਹਨੇ ਆਖਿਆ, ਬਾਦਸ਼ਾਹ ਆਖਿਆ ਪਤੀ ਦੇਵ ਇਹ ਕੰਮ ਨਾ ਕਰਿਓ ਜੇ, ਤੁਹਾਡੇ ਤੇ ਖੁਦਾ ਦਾ ਕਹਿ ਟੁੱਟ ਪਊਗਾ, ਅਸਮਾਨ ਡਿੱਗ ਪਊਗਾ, ਢਹਿ ਢੇਰੀ, ਮਾਫ ਕਰਨਾ ਤੁਹਾਡਾ ਜੀਣਾ ਔਖਾ ਹੋ ਜਾਊਗਾ। ਪਰ ਸਾਧ ਸੰਗਤ ਜੀ ਉਹ ਕਹਿ ਤੇ ਗਿਆ ਮੈਂ ਇਹ ਨਹੀਂ ਕਰਦਾ, ਪਰ ਸੁੱਚਾਨੰਦ ਦੀ ਗਲਤੀ ਕਰਕੇ ਮਾਫ ਕਰਨਾ ਗੁਰੂ ਗੋਬਿੰਦ ਸਿੰਘ ਇੱਕ ਕੰਟਰੋਲ 'ਚ ਨਹੀਂ। ਤੇ ਮੁੱਕਦੀ ਗੱਲ ਕੀ, ਆਹ ਦੋ ਪੈ ਤਿਆਰ ਹੁੰਦੇ ਨੇ। ਇੱਧਰ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਦੇ ਇੱਥੇ ਤੱਕ ਕੰਨ ਭਰ ਦਿੱਤੇ। ਬਾਣੀ ਦੇ ਵਿੱਚ ਨਾ ਸ਼ਬਦ ਆਉਂਦਾ, ਇਹ ਬਾਣੀ ਦੀ ਗੱਲ ਹੈ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਇਹ ਬਾਣੀ ਦੀ ਗੱਲ ਹੈ। ਇਸਲਾਮੀ ਮਤ 'ਚ ਜਿਹੜਾ ਬੰਦਾ ਅੱਗ 'ਚ ਸੜ ਕੇ ਮਰ ਜਾਏ ਨਾ, ਕਹਿੰਦੇ ਉਹਦੀ ਮੁਕਤੀ ਨਹੀਂ ਹੁੰਦੀ। ਕਿ ਤੇ ਬਾਦਸ਼ਾਹ ਜਹਾਂਗੀਰ ਨੇ ਦੂਜੇ ਦਿਨ ਆਖਿਆ ਵੀ ਜਾਓ, ਸੁਲਭੀ ਖਾਨ ਨਾਂ ਦਾ ਜਰਨੈਲ ਸੀ, ਆਖਿਆ ਜਾਓ ਪਤਾ ਕਰਕੇ ਆਓ। ਇਹ ਪ੍ਰਿਥੀ ਚੰਦ ਇੱਕ ਫੌਜੀ ਦਸਤਾ ਲੈ ਕੇ ਨਾ, ਮਾਫ ਕਰਨਾ ਪ੍ਰਿਥੀ ਚੰਦ ਤੇ ਚੰਦੂ ਦੀਵਾਨ ਬਿਆਸਾ ਵੱਲ ਨੂੰ ਵੱਧ ਰਹੇ ਨੇ। ਇਹ ਪ੍ਰਿਥੀ ਚੰਦ ਨੇ ਇੱਕ ਪੱਠਾ ਤਿਆਰ ਕੀਤਾ ਸੀ, ਪੱਠਾ ਮਾਫ ਕਰਨਾ। ਤੇ ਜਿਵੇਂ ਆਪਣੇ ਕੋਈ ਰਿਸ਼ਤੇਦਾਰ ਆ ਜਾਂ ਆਪਣਾ ਬਿਜ਼ਨਸ ਦਿਖਾਉਣ ਤੁਰ ਪੈਂਦੇ ਆ ਜੀ, ਆਹ ਸਾਡਾ ਸਟੋਰ ਹੈ ਜੀ, ਆਹ ਸਾਡਾ ਕਾਰੋਬਾਰ ਹੈ ਜੀ, ਆਹ ਸਾਡਾ ਕਾਰੋਬਾਰ ਹੈ ਜੀ, ਆਪਾਂ ਆਪਣਾ ਕਾਰੋਬਾਰ ਦਿਖਾਉਣ ਤੁਰ ਪੈਂਦੇ ਹਾਂ। ਤੇ ਇਹ ਪ੍ਰਿਥੀ ਚੰਦ ਨਾ ਇੱਧਰ ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਆਖਿਆ ਮਹਾਰਾਜ ਸੁਲਭੀ ਖਾਂ ਜਾਂ ਸੁਲਹੀ ਖਾਂ ਉਹ ਫੌਜੀ ਦਸਤਾ ਲੈ ਕੇ ਚੜ੍ਹਾਈ ਕਰਨ ਵਾਸਤੇ ਆ ਰਿਹਾ। ਮਾਰੇ ਕਹਿੰਦੇ ਫਿਕਰ ਨਾ ਕਰੋ, ਰਸਤੇ 'ਚ ਗਰਕ ਹੋ ਜਾਏਗਾ ਖਾਲਸਾ ਜੀ। ਸੁਲਹੀ ਤੇ ਨਰੈਣ ਰਾਖ, ਸੁਲਹੀ ਕਾ ਹਾਥ ਕਿਉਂ ਨਾ ਪਹੁੰਚੈ, ਸੁਲਹੀ ਹੋਏ ਮੁਆ ਨਾ ਪਾਕ। ਮਾਫ ਕਰਨਾ। ਤੇ ਜਦੋਂ ਉਹ ਗਿਆ ਨਾ ਪੱਠਾ ਵੇਖਣ, ਤੇ ਜਦੋਂ ਪੱਠੇ ਦੇ ਉੱਤੇ ਜਾ ਕੇ ਸੁਲਹੀ ਖਾਂ ਖੜਿਆ, ਤੇ ਸਾਧ ਸੰਗਤ ਜੀ ਉਹ ਪੱਠਾ ਬਹਿ ਗਿਆ ਤੇ ਸੁਲਹੀ ਖਾਂ ਅੱਗ ਦੇ ਵਿੱਚ ਸੜ ਕੇ ਮਰ ਗਿਆ। ਫਿਰ ਰਿਪੋਰਟ ਕੀ ਦਿੱਤੀ ਗਈ, ਉੱਥੇ ਫਿਰ ਉਹ ਲਿਖਦਾ ਜਹਾਂਗੀਰ, ਪਰ ਸਮਾਂ ਕਹਿੰਦੇ ਨੇ ਹਾਂਗਕਾਂਗ ਇੱਕ ਚੀਨੀ ਯਾਤਰੀ ਸੀ। ਜਦੋਂ ਵਕਤ ਨਿਕਲ ਜਾਂਦਾ ਨਾ, ਜ਼ਬਾਨ ਮੂੰਹ 'ਚੋਂ ਨਿਕਲ ਜਾਏ, ਵਕਤ ਹੱਥੋਂ ਨਿਕਲ ਜਾਏ। ਅੰਗਰੇਜ਼ੀ ਦੀ ਕਹਾਵਤ ਹੈ ਟਾਈਮ ਹੰਸ ਗਾਨ ਕੈਨ ਨਾਟ ਬੀ ਰਿਕਾਲਡ। ਸਮਾਂ ਇੱਕ ਵਾਰੀ ਹੱਥੋਂ ਨਿਕਲ ਜਾਏ। ਬਜ਼ੁਰਗੋ, ਭਰਾਵੋ, ਭੈਣੋ, ਮਤਾਬੋ, ਬੀਬੀਓ, ਇਹਨੂੰ ਆਵਾਜ਼ਾਂ ਮਾਰੋ, ਵਾਪਸ ਨਹੀਂ ਮੁੜਦਾ। ਮੁੱਕਦੀ ਗੱਲ ਕੀ, ਦੂਜੇ ਨੰਬਰ 'ਤੇ ਮੂੰਹ 'ਚੋਂ ਨਿਕਲੀ ਗੱਲ ਓਨੇ ਚਿਰ ਹੀ ਤੁਹਾਡੀ ਗੱਲ ਹੈ, ਜਿੰਨੇ ਚਿਰ ਮੂੰਹ 'ਚ ਬਾਹਰ ਨਿਕਲ ਗਈ, ਮੁੜ ਕੇ ਇਹ ਵਾਪਸ ਨਹੀਂ ਮੁੜਦੀ। ਮੁੱਕਦੀ ਕਹਿੰਦੇ ਨੇ ਫਿਰ ਰਿਪੋਰਟ ਕੀ ਦਿੱਤੀ ਗਈ, ਵੇਖਿਆ ਜੀ ਉਹ ਤੁਹਾਡਾ ਜਰਨੈਲ ਵੀ ਉੱਥੇ ਉਹਨਾਂ ਮਾਰਤਾ। ਪਰ ਉੱਥੇ ਇਹ ਲਿਖਦਾ, ਕਿਉਂਕਿ ਸਿਆਣਿਆਂ ਦੀ ਕਹਾਵਤ ਸੀ ਚੁੱਲ੍ਹੇ ਪਿੱਛੇ ਪਰਦੇਸ਼ ਹੈ। ਅੱਜ ਮੋਬਾਈਲ ਦਾ ਜ਼ਮਾਨਾ ਹੈ, ਅੱਜ ਸਾਇੰਸ ਦਾ ਜ਼ਮਾਨਾ ਹੈ, ਅੱਜ ਤਾਂ ਸਾਰੀ ਦੁਨੀਆ ਹੀ ਮੋਬਾਈਲ ਦੇ ਵਿੱਚ ਫਿੱਟ ਹੈ। ਖੈਰ ਗੁਰੂ ਕੀ ਸੰਗਤ, ਉਹ ਬਾਦਸ਼ਾਹ ਜਹਾਂਗੀਰ ਲਿਖਦਾ, ਤਵਾਰੀਖੇ ਜਹਾਂਗੀਰ 'ਚ ਲਿਖਦਾ ਕਿ ਬਿਆਸਾ ਦੇ ਕੰਢੇ 'ਤੇ ਗੱਲ ਚੱਲੀ ਸੀ ਕਿ ਹਾਂਗਕਾਂਗ ਨਾਂ ਦਾ ਇੱਕ ਚੀਨੀ ਯਾਤਰੀ ਤੈਮੂਰ ਲੰਗ ਦੇ ਰਾਜ ਵਿੱਚ ਆਇਆ ਸੀ। ਉਹਨੇ ਨਾ ਤੈਮੂਰ ਲੰਗ ਨੇ ਪੁੱਛਿਆ ਸੀ ਤੂੰ ਕੀ ਲਿਖਦਾ? ਕਹਿੰਦਾ ਮੈਂ ਇਤਿਹਾਸ ਲਿਖਦਾ। ਕਹਿੰਦਾ ਮੇਰਾ ਇਤਿਹਾਸ ਲਿਖ। ਉਹਨੇ ਜਦੋਂ ਇਤਿਹਾਸ ਲਿਖਣਾ ਸ਼ੁਰੂ ਕੀਤਾ, ਅੱਧੇ ਪੈਸੇ ਪਹਿਲਾਂ ਦੇਣੇ ਕੀਤੇ, ਇਤਿਹਾਸ ਲਿਖੀ ਗਿਆ। ਜਦੋਂ ਬਾਕੀ ਪੈਸੇ ਮੰਗੇ ਤੇ ਉਹਨੇ ਨਾ ਕਰ ਦਿੱਤੀ। ਫਿਰ ਉਹਨੇ ਅੱਗੇ ਉਹਦੀ ਨਰਾਦਰੀ ਲਿਖਣੀ ਸ਼ੁਰੂ ਕਰਤੀ, ਨਿੰਦਾ ਕਰਨੀ ਸ਼ੁਰੂ ਕਰਤੀ ਕਿ ਹਾਂਗਕਾਂਗ ਲਿਖਦਾ ਕਿ ਤੈਮੂਰ ਲੰਗ ਇੱਕ ਪੜ੍ਹਿਆ ਲਿਖਿਆ ਬੇਵਕੂਫ ਬਾਦਸ਼ਾਹ ਸੀ। ਪੜ੍ਹਿਆ ਲਿਖਿਆ ਬੇਵਕੂਫ ਬਾਦਸ਼ਾਹ ਸੀ, ਜਿਹਨੇ ਦਿੱਲੀ ਦੀ ਬਜਾਏ ਹੈਦਰਾਬਾਦ ਨੂੰ ਆਪਣੀ ਰਾਜਧਾਨੀ ਬਣਾਇਆ। ਬੜਾ ਪੈਸਾ ਹੈਦਰਾਬਾਦ ਖਰਚ ਕੀਤਾ, ਉੱਥੇ ਜਾ ਕੇ ਘਾਟਾ ਪੈ ਗਿਆ। ਫਿਰ ਦਿੱਲੀ ਮੁੜਿਆ, ਫਿਰ ਅੱਗੇ ਉਹ ਜਾ ਕੇ ਲਿਖਦਾ ਮੁੱਕਦੀ ਗੱਲ ਕੀ ਗੁਰੂ ਕੀ ਸੰਗਤ। ਫਿਰ ਉਹਨੇ ਚਮੜੇ ਦੇ ਸਿੱਕੇ ਚਲਾਉਣੇ ਸ਼ੁਰੂ ਕਰਤੇ, ਚੰਮ ਦੇ। ਫਿਰ ਲੋਕਾਂ ਨੇ ਘਰ 'ਚ ਹੀ ਚਮੜੇ ਦੇ ਸਿੱਕੇ ਬਣਾ ਕੇ ਚਲਾਉਣੇ ਸ਼ੁਰੂ ਕਰਤੇ। ਕਹਿੰਦੇ ਨੇ ਪਹਿਲਾਂ ਜਦ ਉਹਨੇ ਪਹਿਲਾ ਪੱਖ ਪੜ੍ਹਿਆ ਨਾ, ਤੈਮੂਰ ਲੰਗ ਨੇ ਬੜਾ ਖੁਸ਼ ਹੋਇਆ। ਪਰ ਜਦੋਂ ਦੂਜਾ ਪੱਖ ਸ਼ੁਰੂ ਹੋਇਆ ਤੇ ਉਹਨੇ ਜਦੋਂ ਪੜ੍ਹਿਆ, ਆਪਣੀ ਨਿੰਦਾ ਪੜ੍ਹੀ, ਨਰਾਦਰੀ ਪੜ੍ਹੀ। ਇਹ ਫਿਰ ਉੱਥੋਂ ਇੰਡੀਆ ਤੋਂ ਚਾਈਨਾ ਆਇਆ ਹਾਂਗਕਾਂਗ ਨੂੰ ਮਿਲਣ ਵਾਸਤੇ ਕਿ ਉਹ ਦੂਜਾ ਪੱਖ ਮੈਂ ਖਤਮ ਕਰਵਾ ਲਾਂ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਪਰ ਕਹਿੰਦੇ ਨੇ ਜਦੋਂ ਚਾਈਨਾ ਪਹੁੰਚਿਆ, ਹਾਂਗਕਾਂਗ ਦੀ ਮੌਤ ਹੋ ਚੁੱਕੀ ਸੀ। ਇਹੀ ਹਾਲਤ
बादशाह जहांगीर दी होई। एक बारी कह दे वैर जरा ध्यान देना पवेगा। कहते ने बादशाह जहांगीर ने आख्या कि थोड़े दिन नूं मैं छुट्टियां मैं गर्मी दी छुट्टियां बिताउण वास्ते जम्मू कश्मीर जा रहा। ये बड़ा ठंडी रुत है, मैनूं कई बारी जाण दा मौका मिलिया। ये फिर उत्थे लाहौर पहुंचिया। जरा ध्यान देना पवेगा कित्थे ने लिखिया कि उस अर्जन गुरु ने डाकू रखे ने, लुटेरे रखे ने, वो माफ कर आउंदियां जांदियां नूं लुट लैंदे ने, आउंदियां जांदियां मार दिंदे ने। पंजवें पातशाह नूं लाहौर सद्दिया गया। मेरे पातशाह खालसा जी रब्बी हुक्म नूं मनदे होए जदों उत्थे पुजे, 5 सिख नाल ले, भाई गुरदत्ता जी वर्गे, जैता जी वर्गे, होर माफ करना पुराना जेठा इतिहास सिखां नूं लैके जदों लाहौर गए ने, अगे राजे बड़े इंसाफ परद होंदे सन। उत्थे बादशाह जहांगीर ने आख्या कि मैनू पता लगा कि तुसी एक ग्रंथ तैयार किया जिन्हों गुरु ग्रंथ साहिब का रुतबा दिता है, ਉਹਦੇ ਵਿੱਚ ਤੁਸੀਂ इस्लाम की माफ करना नरादरी की। मेरे पातशाह कहते नहीं, खाक नूर कर दंग, असी ਉਹਦੇ ਚ इस्लाम की किसी भी मजहब किसी भी धर्म की नरादरी नहीं की। इन्हें आख्या जी जे नहीं की तो एक मेरी ऐत लिख लो, ਉਹਦੇ ਵਿੱਚ दर्ज कर दिओ। गुरु साहब ने आख्या तुर्की बाणी है, ये ना किसी की मर्जी ना कोई अखर लिखा जा सकता तो ना किसी की मर्जी ना कोई अखर कढ़िया जा सकता। रही गल तू आई दी गल करदा, अवल अल्लो नूर पाया कुदरत के सब बंदे, एक नूर ते सब जग उपजा कौन भले को मंदे। फरीदा अल्लाह दी कर बंदगी, जिस अल्लाह नूं तुसीं मनदे हो, खुदा नूं मनदे हो, ओहदा तां सैकड़े वारी इहदे विच जिक्र कीता है। माफ करना अल्लाह दी कर बंदगी, दिल दी लाए भरांद, दरवेसां नूं लोड़ी है रुखां दी जरांद। कोई बोले राम राम, कोई खुदाए, कोई सेवे गोसैयां, कोई अलाए। मुकदी गल की साध संग जी बादशाह जहांगीर माफ करना गुरु की संगत इन्ना प्रभावित होया, पर चंदू ने देखा कि समा तो निकल चलिया। एक बारी कह दे वैरू समा तो निकल चलिया। माफ करना दुश्मन बात करे अनहोई, सारे को दुश्मन बात करे अनहोई। इन्हें आख्या बादशाह सलामत, मैं आपे निबड़ लाँगा, बाकी पुछ पड़ताल आपे कर लाँगा। जहांगीर ने आख्या इन्हां दी पुछ पड़ताल करके इन्हां नूं छड्ड देना। जिथे तक दास ने पढ़न की कोशिश की जरा अगे चलना। एक बारी कह दे वैरू मुक्कदी गल की समा थोड़ा है। अज दा कीर्तन प्लीज इनू जरा ना ध्यान ना सुनो, जरा ध्यान देना पवेगा। खालसा जी उस मौके बादशाह जहांगीर तो अगे चला गया, पर चंदू ने गुरु अर्जन दे मारन आख्या माफ करना कि अजे भी मेरी लड़की का रिश्ता लै लो। मेरी बड़ी नरादरी हुई, मेरी बड़ी बेइज्जती हुई है, जे मेरी लड़की का रिश्ता ला लोगे चंगे रहोगे। मुक्कदी गल की खालसा जी पातशाह ने आख्या चंदू असी तेरी लड़की का रिश्ता किसी भी कीमत ते नहीं लेना, तू वड्डा बंदा है, अपने वर्गा वेख लै चबारा, असी अपने वर्गा गरीब वेख लांगे। पर खालसा जी कहते ने चंदू ने आख्या फिर याद रखना मैं भी वक्त दे बादशाह का दीवान हाँ। मेरे बादशाह कहते यदि मूर्खता ही हस के कहते बादशाही माफ करना चंदू दीवान, तू एक दीवान पुणे की गल करदा, तेनू यह पता होना चाहिए कि असी भी गुरु नानक की गुरता गुरगद्दी दे 5वें बादशाह। खालसा जी 5वें बादशाह सच ते झूठ, सच नूं बड़ियां परेशानियां आउंदियां ने। एक बारी कह दे वैरू सच नूं बड़ियां परेशानियां आउंदियां ने, पर अखीर जित सच दी हुंदी है, खीर जिस सच दी हुंदी है। खैर इन्हें भड़पूंजे सदे जिन्होंने महरे जां झूर कहते हैं। खालसा जी एक लोह गर्म की गई, लोह गर्म की गई। उस तत्ती तवी के उत्ते 5वें पातशाह नूं बिठाया गया। और भाणा वरतिया रावी के तट उत्ते, भाणा वरतिया रावी के तट उत्ते। लोकी घर घर अंदर पीम दे, पापा घर घर अंदर पीम दे। लोकी ठंडे पानी घरां दे विच लोकी बर्फां पा के पानी पी रहे हैं। जेठ दा महीना गर्मी, जेठ दा महीना गर्म, रुत गर्म, सूरज गर्म, चंदू गर्म। मुक्कदी गल की हुकूमत गर्म। इधर दूजे नंबर ते 5वें पातशाह दे सिख तड़फे तोड़ रहे सन। जरा ध्यान देना पवेगा। एक बारी कह दे बहरू माफ करना 5वें पातशाह दे
ਕਹਿੰਦੇ ਨੇ ਸੀਸ ਦੇ ਉੱਤੇ ਜਦੋਂ ਕੜਛੇ ਪਹਿਲਾਂ ਤਾਂ ਤੱਤੀ ਤਵੀ ਤੇ ਬਿਠਾਇਆ, ਚਿਰੜ 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 ਸਰੀਰ ਦੀ ਸਬਜ਼ੀ, ਸਰੀਰ ਦੀ ਚਰਬੀ ਸੜ ਰਹੀ ਸੀ, ਜਲ ਰਹੀ ਸੀ। ਮਹਾਰਾਜ ਦੇ ਦਸਤਾਰੇ ਨੂੰ ਉਤਾਰ ਕੇ ਸੀਸ ਦੇ ਵਿੱਚ ਸੜਦਾ ਪਲਦਾ ਰੇਤਾ ਕੜਛੇ ਭਰ ਕੇ ਪਾਇਆ ਜਾ ਰਿਹਾ ਸੀ। ਕਹਿੰਦੇ ਨੇ ਇਸ ਗੱਲ ਦੀ ਖਬਰ ਮੀਆਂ ਮੀਰ ਤੱਕ ਪੁੱਜੀ। ਮੀਆਂ ਮੀਰ ਦਾ ਆਉਣਾ, ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਨੀ, ਆ ਕੀ ਹੋ ਰਿਹਾ, ਆ ਕੀ ਹੋ ਰਿਹਾ, ਮਾਫ ਕਰਨਾ ਗੁਰੂ ਕੀ ਸੰਗਤ। ਮੇਰੇ ਪਾਤਸ਼ਾਹ ਕਹਿੰਦੇ ਮੀਆਂ ਮੀਰ ਤੇਰਾ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ। ਤੂੰ ਆਖਿਆ ਸੀ ਨਾ ਭਾਣਾ ਮੰਨਣਾ ਬੜਾ ਔਖਾ ਹੈ, ਤੈਨੂੰ ਆਖਿਆ ਸੀ ਨਾ ਕਿ ਵਕਤ ਆਇਆ ਤੈਨੂੰ ਦੱਸਾਂਗੇ ਭਾਣਾ ਕਿਵੇਂ ਮੰਨੀਦਾ। ਉਸ ਮੌਕੇ ਮੀਆਂ ਮੀਰ ਨੇ ਆਖਿਆ, ਗਰੀਬ ਨਵਾਜ ਮੈਂ ਇੰਨਾ ਕੁਝ ਨਹੀਂ ਵੇਖ ਸਕਦਾ, ਹੁਕਮ ਦੇਵੇਂ ਤਾਂ ਸਾਈਆਂ ਕਲਾ ਵਰਤਾ ਛੱਡਾਂ, ਕਿ ਆ ਦਿੱਲੀ ਲਾਹੌਰ ਦੀ ਬਾਦਸ਼ਾਹੀ ਫੜ ਕੇ ਇੱਟ ਨਾ ਇੱਟ ਖੜਕਾ ਛੱਡਾਂ। ਮੇਰੇ ਪਾਤਸ਼ਾਹ ਕਹਿੰਦੇ ਕਹਿੰਦੇ ਮੀਆਂ ਮੀਰ ਕਰਾਮਾਤ ਕਹਿਰ ਦਾ ਨਾਂ ਹੈ। ਰੱਬ ਦੇ ਬੰਦੇ ਕਰਾਮਾਤ 'ਚ ਨਹੀਂ ਪੈਂਦੇ, ਰੱਬ ਦੇ ਬੰਦੇ ਸਬਰ ਨੂੰ ਮੰਨਦੇ ਨੇ, ਭਾਣੇ ਨੂੰ ਮੰਨਦੇ ਨੇ, ਰੱਬੀ ਹੁਕਮ ਨੂੰ ਮੰਨਦੇ ਨੇ। ਆਖਿਆ ਮਹਾਰਾਜ ਮੈਂ ਕਰਾਮਾਤ ਵਿਖਾਊਂਗਾ। ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਮੀਆਂ ਮੀਰ ਕਰਾਮਾਤ ਵਿਖਾਏਗਾ। ਲੋਕੀ ਘਰਾਂ ਦੇ ਵਿੱਚ ਬਰਫਾਂ ਪਾ ਕੇ ਠੰਡੇ ਪਾਣੀ ਪੀਂਦੇ ਨੇ ਪਏ, ਡਰਦਾ ਮਾਰਾ ਕੋਈ ਗਰਮੀ ਤੂੰ ਬਾਹਰ ਨਹੀਂ ਨਿਕਲ ਰਿਹਾ। ਉਹ ਤੂੰ ਗੱਲ ਕਰਨ ਤੋਂ ਪਹਿਲਾਂ ਸੋਚਦੇ ਸਹੀ ਹੋਏ, ਤੱਤੀ ਤਵੀ ਤੇ ਬਹਿਣਾ ਕਿਸੇ ਕਰਾਮਾਤ ਤੋਂ ਘੱਟ ਹੈ ਖਾਲਸਾ ਜੀ। ਤੱਤੀ ਤਵੀ ਤੇ ਬਹਿਣਾ ਕਿਸੇ ਮਾਫ ਕਰਨਾ ਕਰਾਮਾਤ ਤੋਂ ਘੱਟ ਹੈ, ਕਿਸੇ ਕਰਾਮਾਤ ਤੋਂ ਘੱਟ ਹੈ, ਕਰਾਮਾਤ ਕਹਿਰ ਦਾ ਨਾਂ ਹੈ। ਖੈਰ ਗੁਰੂ ਕੀ ਸੰਗਤ, ਮੇਰੇ ਪਾਤਸ਼ਾਹ ਨੇ ਆਖਿਆ ਮੀਆਂ ਮੀਰ ਖੁਦਾਈ ਬੰਦੇ ਖੁਦਾਈ ਹੁਕਮ ਦੇ ਵਿੱਚ ਰਹਿੰਦੇ ਨੇ। ਖੈਰ ਗੁਰੂ ਕੀ ਸੰਗਤ, ਮੀਆਂ ਮੀਰ ਜੀ ਜਦੋਂ ਪੇਸ਼ ਨਾ ਗਈ, ਉਸ ਮੌਕੇ ਫਿਰ ਬੇਨਤੀ ਕੀਤੀ, ਮਹਾਰਾਜ ਪਰਿਵਾਰ ਵੱਲ ਵੇਖੋ। ਕਈ ਵਾਰੀ ਮੈਂ ਦਾਸ ਕੀਰਤਨ 'ਚ ਬੇਨਤੀ ਕਰਦਾ, ਸ਼ਰਾਬੀਆਂ ਦੀ ਲਾਦ ਵੀ ਸ਼ਰਾਬੀ ਹੁੰਦੀ ਹੈ, ਠੱਗਾਂ ਦੀ ਲਾਦ ਵੀ ਠੱਗ ਹੁੰਦੀ ਹੈ, ਡਾਕੂਆਂ ਦੀ ਲਾਦ ਕੋਈ ਚੰਗਾ ਜੰਮ ਪੈਂਦਾ ਜਿਹੜਾ ਸਾਰੇ ਧੋਣੇ ਧੋ ਦਿੰਦਾ। ਪਰ ਮੁੱਕਦੀ ਗੱਲ ਕੀ, ਕਿਸੇ ਦੀ ਕੁੱਲ ਸ਼ਰਾਬੀਆਂ ਦੀ, ਕਿਸੇ ਦੀ ਕੁੱਲ ਠੱਗਾਂ ਦੀ, ਕਿਸੇ ਦੀ ਕੁੱਲ ਚੋਰਾਂ ਦੀ। ਪਰ ਧੰਨ ਗੁਰੂ ਗੋਬਿੰਦ ਸਿੰਘ ਉਹ ਜਿਹਦੀ ਕੁੱਲ ਸ਼ਹੀਦਾਂ ਦੀ ਤੁਰੀ ਆਉਂਦੀ ਸੀ। ਖਾਲਸਾ ਜੀ ਇੱਕ ਵਾਰੀ ਕਹਿ ਦਿਓ ਵੈਰੂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸ਼ਹੀਦ, ਗੁਰੂ ਗੋਬਿੰਦ ਸਿੰਘ ਦਾ ਪਿਤਾ ਸ਼ਹੀਦ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਫ ਕਰਨਾ ਪਰਦਾਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ। ਜਰਾ ਧਿਆਨ ਦੇਣ ਵਾਲੀ ਗੱਲ ਹੈ, ਪਿਤਾ ਪਰ ਪੂਤ ਨਸਲ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ। ਮੀਆਂ ਮੀਰ ਨੇ ਆਖਿਆ ਮਹਾਰਾਜ ਸਿੱਖਾਂ ਵੱਲ ਵੇਖੋ, ਆਪਣੇ ਪਰਿਵਾਰ ਵੱਲ ਵੇਖੋ, ਮੇਰੇ ਵੱਲ ਵੇਖੋ, ਮੇਰੇ ਅੰਦਰ ਕਿਵੇਂ ਅੱਗ ਲੱਗੀ ਹੋਈ ਆ। ਮਹਾਰਾਜ ਕਿਵੇਂ ਤੜਫੇ ਸਿੱਖ ਤੋੜਦੇ ਨੇ। ਪਰਿਵਾਰ ਵਾਲਿਆਂ ਵੱਲ ਵੇਖੋ, ਸੰਸਾਰ ਵਿੱਚ ਹਾਹਾਕਾਰ ਮੱਚੀ ਹੋਈ। ਮੇਰੇ ਪਾਤਸ਼ਾਹ ਨੇ ਆਖਿਆ ਸੀ ਮੀਆਂ ਮੀਰ ਸਵਾਲ ਪਰਿਵਾਰ ਦਾ ਨਹੀਂ ਹੈ, ਸਵਾਲ ਸਿੱਖਾਂ ਦਾ ਨਹੀਂ ਹੈ। ਮੀਆਂ ਮੀਰ ਸਵਾਲ ਮੁੱਕਦੀ ਗੱਲ ਕੀ ਸੰਸਾਰ ਦਾ ਨਹੀਂ ਹੈ, ਸਵਾਲ ਤੇ ਇਸ ਗੱਲ ਦਾ ਕਿ ਮੈਂ ਵੇਖਣਾ ਚਾਹੁੰਦਾ ਕਿ ਮੇਰਾ ਯਾਰ ਕਿਸ ਗੱਲ ਵਿੱਚ ਰਾਜੀ ਹੈ। ਖਾਲਸਾ ਜੀ ਮੇਰਾ ਯਾਰ ਕਿਸ ਗੱਲ ਵਿੱਚ ਰਾਜੀ ਹੈ। ਇਹੀ ਗੱਲ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਕਹੀ ਸੀ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮੀਆਂ ਮੀਰ ਨੇ ਫਿਰ ਗੱਲ ਚਲਾਈ। ਮੇਰੇ ਪਾਤਸ਼ਾਹ ਕਹਿੰਦੇ ਮੀਆਂ ਮੀਰ ਤੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਨਾ। ਜਦੋਂ ਤੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਅਸੀਂ ਤੇਰੇ ਕਿਸੇ ਕੰਮ 'ਚ ਰੋਕ ਨਹੀਂ ਸੀ ਪਾਈ, ਕਿਸੇ ਕੰਮ 'ਚ ਵਿਗੜ ਨਹੀਂ ਸੀ ਪਾਇਆ। ਮੀਆਂ ਮੀਰ ਤੂੰ ਇਹ ਦੱਸ, ਕੱਚਾ ਰੰਗ ਕੱਪੜੇ ਨੂੰ ਕਰਾਉਣਾ ਹੋਵੇ ਉਹਦੇ ਪੈਸੇ ਜ਼ਿਆਦਾ ਲੱਗਦੇ ਨੇ ਕਿ ਪੱਕੇ ਦੇ ਜ਼ਿਆਦਾ ਲੱਗਦੇ ਨੇ? ਇਹਨੇ ਆਖਿਆ ਸੀ ਮਹਾਰਾਜ ਪੈਸੇ ਤੇ ਪੱਕੇ ਰੰਗ ਦੇ ਜ਼ਿਆਦਾ ਲੱਗਦੇ ਨੇ, ਕੱਚੇ ਰੰਗ ਦੇ ਪੈਸੇ ਘੱਟ ਲੱਗਦੇ ਨੇ, ਪਰ ਕੱਚਾ ਰੰਗ ਛੇਤੀ ਲੈ ਜਾਂਦਾ। ਮੇਰੇ ਪਾਤਸ਼ਾਹ ਨੇ ਆਖਿਆ ਸੀ ਮੀਆਂ ਮੀਰ ਜਿਵੇਂ ਪੱਕੇ ਰੰਗ ਨੂੰ ਕਰਨ ਵਾਸਤੇ ਕੱਪੜੇ ਨੂੰ ਮਾਫ ਕਰਨਾ ਕਾੜਿਆ ਜਾਂਦਾ, ਪੱਕਾ ਤਾਂ ਰੰਗ ਚੜ੍ਹਦਾ। ਆ ਤਤੀ ਤਵੀ ਤੇ ਮੇਰਾ ਸਰੀਰ ਕੜ ਰਿਹਾ,
ਝਾਤੀ ਮਾਰ ਕੇ ਵੇਖ, ਕਿਤੇ ਦੇਗਾਂ 'ਚ ਵਾਲੇ ਖਾ ਕੇ ਕੱਢ ਰਿਹਾ, ਤੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ। ਅਸੀਂ ਤੱਤੀ ਤਵੀ ਤੇ ਬੈਠ ਕੇ ਸ਼ਹੀਦਾਂ ਦੀ ਨੀਂਹ ਰੱਖ ਰਹੇ ਹਾਂ। ਖਾਲਸਾ ਜੀ, ਸ਼ਹੀਦਾਂ ਦੀ ਨੀਂਹ ਰੱਖ ਰਹੇ ਹਾਂ। ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ ਕਰਨੀ ਦੱਸੀ ਸਬਰ ਦੀ ਜੰਗ ਤੈਨੂੰ, ਦਿੱਲੀ ਚਾਂਦਨੀ ਚੌਂਕ ਬਾਜ਼ਾਰ ਅੰਦਰ ਕਿਸੇ ਦੱਸਿਆ ਜੀਵਨ ਦਾ ਢੰਗ ਤੈਨੂੰ, ਜਿਉਂ ਜਿਉਂ ਸੜੇ ਤੂੰ ਭੱਠੀਆਂ ਵਿੱਚ ਪੈ ਪੈ ਤਿਉਂ ਤੂੰ ਚੜ੍ਹਿਆ ਕੁਰਬਾਨੀ ਦਾ ਰੰਗ ਤੈਨੂੰ। ਤੈਨੂੰ ਮੌਤ ਦਾ ਡਰ ਕੀ ਪਰਵਾਨਿਆ ਹੋਏ, ਦਿੱਤਾ ਸੂਲੀ ਨੇ ਸਮੇਂ ਨੇ ਸੂਲੀ ਤੇ ਟੰਗ ਤੈਨੂੰ। ਮੀਆਂ ਮੀਰ ਦੀ ਤਾਹ ਨਿਕਲੀ ਵਾਪਸ ਮੁੜਨਾ, ਪਰ ਇੰਨੀ ਗੱਲ ਕਹਿ ਗਿਆ ਸੀ, ਚੰਦੂ ਕੋਈ ਸਮਾਂ ਆਇਆ ਨਾ, ਤੇਰੀਆਂ ਸਾਰੀਆਂ ਕਰਤੂਤਾਂ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਖੋਲੂੰਗਾ। ਕਿਉਂਕਿ ਬਾਦਸ਼ਾਹ ਜਹਾਂਗੀਰ ਮੀਆਂ ਮੀਰ ਨੂੰ ਆਪਣਾ ਪੀਰ ਮੰਨਦਾ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅਸੀਂ ਗੁਰੂ ਕਹਿ ਦਿੰਦੇ ਹਾਂ, ਇਸਲਾਮੀ ਮਤ ਦੇ ਲੋਕ ਪੀਰ ਕਹਿ ਦਿੰਦੇ ਨੇ। ਮੁੱਕਦੀ ਗੱਲ ਕੀ ਖਾਲਸਾ ਜੀ, ਦੂਜਾ ਦਿਨ ਆਉਣਾ ਇੱਧਰ ਰਾਤ ਦੇ ਸਮੇਂ ਚੰਦੂ ਦੀਵਾਨ ਦੀ ਨੂੰਹ, ਜਿਹੜੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕਿਸੇ ਸ਼ਰਧਾਲੂ ਸਿੱਖ ਪਰਿਵਾਰ ਦੀ ਲੜਕੀ ਸੀ, ਕੁਝ ਪੈਸਿਆਂ ਦਾ ਲਾਲਚ ਦੇ ਕੇ ਪਹਿਰੇਦਾਰਾਂ ਨੂੰ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਪੁੱਜੀ। ਮਹਾਰਾਜ ਪੁੱਛਿਆ, ਮਹਾਰਾਜ ਦੇ ਨੇਤਰ ਬੰਦ ਸਨ। ਖਾਲਸਾ ਜੀ, ਖੈਰ ਕਈ ਗੱਲਾਂ ਨਹੀਂ ਕਹਿਣ ਵਾਲੀਆਂ, ਤਨ ਤੇ ਕੱਪੜੇ ਕਿੱਥੇ ਰਹਿ ਗਏ ਸਨ। ਖਾਲਸਾ ਜੀ, ਇੱਕ ਵਾਰੀ ਫਿਰ ਕਹਿ ਦਿਓ, ਤਨ ਤੇ ਕਈ ਸੜ ਗਈ ਸੀ। ਮੁੱਕ ਦੀ ਗੱਲ ਕੀ, ਮਹਾਰਾਜ ਦੀਆਂ ਅੱਖਾਂ ਵੀ ਵਿੱਚ ਵੜ ਚੁੱਕੀਆਂ ਸਨ। ਇਹਨੇ ਆ ਕੇ ਆਖਿਆ, ਮਹਾਰਾਜ ਹੁਕਮ ਕਰੋ। ਮੈਂ ਮਹਾਰਾਜ ਪੁੱਛੇ, ਬੇਟੀ ਤੂੰ ਕੌਣ ਹੈ? ਆਖਿਆ, ਮਹਾਰਾਜ ਮੈਂ ਤੁਹਾਡੇ ਫਲਾਣੇ ਸ਼ਰਧਾਲੂ ਸਿੱਖ ਦੀ ਬੇਟੀ ਹਾਂ, ਪਤਾ ਨਹੀਂ ਮੇਰਾ ਕਿਹੜਾ ਮਾੜਾ ਕਰਮ ਆ ਗਿਆ, ਮੈਂ ਦੁਸ਼ਟ ਹਾਂ, ਆਪ ਹੁਕਮ ਕਰੋ, ਮੈਂ ਆਪ ਜੀ ਦੇ ਛਕਣ ਵਾਸਤੇ ਕੋਈ ਲੈ ਕੇ ਆਵਾਂ? ਹਜ਼ੂਰ ਕਹਿੰਦਾ, ਨਹੀਂ ਬੇਟੀ ਤੂੰ ਫਿਕਰ ਨਾ ਕਰ, ਇਸ ਦੁਸ਼ਟ ਦੇ ਘਰ ਦਾ ਤਾਂ ਅਸੀਂ ਪਾਣੀ ਵੀ ਪੀ ਕੇ ਰਾਜੀ ਨਹੀਂ। ਫਿਰ ਇਹਨੇ ਆਖਿਆ, ਮਹਾਰਾਜ ਇੱਕ ਬੇਨਤੀ ਹੈ, ਪ੍ਰਵਾਨ ਕਰੋ। ਮੇਰੇ ਪਾਤਸ਼ਾਹ ਕਹਿੰਦੇ, ਦੱਸ ਬੇਟੀ ਕੀ ਕਹਿਣਾ ਚਾਹੁੰਦੀ? ਆਖਿਆ, ਮੈਂ ਹੋਰ ਨਹੀਂ ਜੀਣਾ ਚਾਹੁੰਦੀ, ਜਦੋਂ ਆਪ ਨੇ ਜਾਣਾ ਮੈਨੂੰ ਨਾਲ ਲੈ ਚਲੇ ਜੀ। ਇਤਿਹਾਸ ਦੱਸਦਾ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਨਾ, ਮਹਾਰਾਜ ਕਿਹਾ ਠੀਕ ਹੈ, ਤੈਨੂੰ ਨਾਲ ਹੀ ਲੈ ਕੇ ਚੱਲਾਂਗੇ। ਇੱਧਰੋਂ ਇਸ ਸ਼ਰਧਾਲੂ ਪਰਿਵਾਰ ਦੀ ਬੇਟੀ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ। ਖੈਰ ਦੂਜਾ ਦਿਨ ਗੁਰੂ ਕੀ ਸੰਗਤ ਪਾਤਸ਼ਾਹ ਨੂੰ ਉਬਲਦੇ ਦੇਗ ਦੇ ਪਾਣੀ ਵਿੱਚ, ਇੱਕ ਦੇਗ ਜਿਸ ਵਿੱਚ 5 ਮਣ ਪਾਣੀ ਪੈਂਦਾ ਸੀ, ਦੇਗ ਪਾਣੀ ਦੀ ਭਰ ਕੇ ਉਬਲਦੀ ਮੱਚਦੀ ਦੇਗ ਅੱਗ ਦੇ ਉੱਤੇ ਰੱਖੀ ਗਈ। ਚੰਦੂ ਨੇ ਆਖਿਆ ਸੀ, ਆ ਗੁਰੂ ਅਰਜਨ ਦੇਵ ਮਹਾਰਾਜ ਗੱਲ ਤੇ ਇਹ ਨਹੀਂ ਕੀ ਸੀ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਗੱਲ ਤੇ ਇਹ ਨਹੀਂ ਕੀ ਸੀ, ਜੇਕਰ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਹਰ ਗੋਬਿੰਦ ਜੀ ਨੂੰ ਲਾ ਲੈਂਦੇ, ਅੱਜ ਤੁਹਾਨੂੰ ਤਤੀਆਂ ਤਵੀਆਂ ਦੇਣਾ ਬਹਿਣਾ ਪੈਂਦਾ। ਅੱਜ ਸੜਦੀਆਂ ਤੇ ਬਲਦੀਆਂ ਰੇਤਾਂ ਦੇ ਕੜਛੇ ਤੁਹਾਡੇ ਸੀਸ ਤੇ ਨਾ ਪੈਂਦੇ। ਅੱਜ ਤੁਹਾਨੂੰ ਦੇਖਦੇ ਉਬਲਦੇ ਪਾਣੀ 'ਚ ਉਬਾਲੇ ਨਾ ਖਾਣੇ ਪੈਂਦੇ। ਇੱਕ ਵਾਰੀ ਕਹਿ ਦੇ ਵਾਹਿਗੁਰੂ। ਮੇਰੇ ਪਾਤਸ਼ਾਹ ਨੇ ਆਖਿਆ ਸੀ, ਚੰਦੂ ਚੰਦਨ ਚੰਦ, ਚੰਦਨ ਸਾਰੇ ਪੜੋ, ਚੰਦਨ ਚੰਦ, ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਠੀ ਕਾਮ। ਇਹ 3 ਗੱਲਾਂ ਠੰਡੀਆਂ ਮੰਨੀਆਂ ਨੇ। ਚੰਦਨ ਦੀ ਲੱਕੜੀ, ਚਾਨਣੀ ਰਾਤ, ਸਰਦੀਆਂ ਦੇ ਦਿਨ ਤੇ ਹੁੰਦੇ ਠੰਡੇ ਨੇ। ਤਿੰਨੇ ਚੀਜ਼ਾਂ ਠੰਡੇ ਹੁੰਦੇ ਹੋਏ ਇਹ ਮਨ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀਆਂ। ਮਨ ਦੀ ਤਪਸ਼ ਤਾਂ ਸੀਤਲ ਥੀਵੇ ਨਾਨਕਾ, ਸਾਰੇ ਪੜੋ, ਸੀਤਲ ਥੀਵੇ ਨਾਨਕਾ ਜੋ ਪੰਦੜੋ ਹਰ ਨਾਮ। ਮਨ ਦੀ ਤਪਸ਼ ਤੇ ਨਾਮ ਨੂੰ ਜਪ ਕੇ ਦੂਰ ਹੁੰਦੀ ਹੈ। ਪਰ ਯਾਦ ਰੱਖਣਾ ਚੰਦੂ, ਤੂੰ ਤਾਂ ਤੱਤੀ ਤਵੀ ਦੇ ਨੇੜੇ ਵੀ ਨਹੀਂ ਆਇਆ। ਤੇਰੇ ਅੰਦਰ ਦਵੈਸ਼ ਰੂਪੀ ਭਾਂਬੜ ਮੱਚ ਰਹੇ ਨੇ, ਪਰ ਅਸੀਂ ਤੱਤੀ ਤਵੀ ਤੇ ਬੈਠੇ ਉਹ ਆਨੰਦ ਮਹਿਸੂਸ ਕਰਦੇ ਹਾਂ ਜਿਹੜਾ ਸਾਨੂੰ ਕਦੀ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਜਾ ਤੇ ਮਿਲਿਆ ਕਰਦਾ ਸੀ। ਮੁੱਕਦੀ ਗੱਲ ਕੀ, ਜਦੋਂ ਇਹ ਨੀਚ ਚੰਦੂ ਕਿੱਥੇ ਤੱਕ ਗਿਰ ਗਿਆ, ਜਦੋਂ ਮਹਾਰਾਜ ਦਾ ਸਰੀਰ ਮਾਫ ਕਰਨਾ ਉਬਾਲਿਆ ਗਿਆ ਦੇਗ ਦੇ ਵਿੱਚ ਤਸੀਹੇ ਦੇ ਦੇ ਕੇ, ਇਹਨੇ ਸੋਚਿਆ ਕਿ ਮੈਂ 5ਵੇਂ ਪਾਤਸ਼ਾਹ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਗਊ ਦਾ ਨਾ, ਤਾਜੀ ਮੋਈ ਗਊ ਦਾ ਚਮੜਾ ਲੈ ਕੇ
ਉਹਦੇ ਵਿੱਚ ਨਾ ਸਿਉਂਦਿਆਂ ਜੜਦਿਆਂ, ਮਾਫ ਕਰਨਾ, ਸੂਏ ਦੇ ਨਾਲ ਸਿਉਂਦਿਆਂ ਜਦੋਂ ਚਮੜਾ ਮੁੱਕਦੀ ਗੱਲ ਕੀ ਜਿਵੇਂ ਜਿਵੇਂ ਆਕੜੇਗਾ, ਤੁਹਾਨੂੰ ਪਤਾ ਕਿ ਕੱਚਾ ਚਮੜਾ ਗਰਮੀ ਜੇੜ ਦੀ ਕਿੰਨੀ ਹੁੰਦੀ ਹੈ, ਉਹਨਾਂ ਨਾਲ ਤਕਲੀਫ, ਉਹਨਾਂ ਨਾਲ ਕਸ਼ਟ ਹੋਵੇਗਾ। ਮੇਰੇ ਪਾਤਸ਼ਾਹ ਇਸ ਦੁਸ਼ਟ ਦੀ ਚਾਲ ਨੂੰ ਜਾਣਦੇ, ਕਹਿੰਦੇ ਚੰਦੂ ਸਾਡਾ ਚਿੱਤ ਕਰਦਾ ਕਿ ਅਸੀਂ ਇਸ਼ਨਾਨ ਕਰ ਲਈਏ, ਸਾਡਾ ਚਿੱਤ ਕਰਦਾ ਕਿ ਇਸ਼ਨਾਨ ਕਰ ਲਈਏ। ਹੁਣ ਸੜੇ ਜ਼ਖਮਾਂ 'ਤੇ ਜੇ ਪਾਣੀ ਪਵੇ ਤੇ ਬੜੀ ਤਕਲੀਫ ਹੁੰਦੀ ਹੈ। ਇੱਕ ਵਾਰੀ ਕਹਿ ਦਿਓ ਭੈਰੋ, ਠੰਡਾ ਪਾਣੀ ਪਵੇ ਤੇ ਬੜੀ ਤਕਲੀਫ ਹੁੰਦੀ ਹੈ। ਚੰਦੂ ਸੋਚਦਾ ਦੇਖੋ ਦੇਖੋ ਆਪਣੀ ਮੌਤ ਆਪ ਹੀ ਸੇੜ ਰਹੇ ਨੇ। ਆਖਿਆ ਠੀਕ ਹੈ ਜੀ, ਬੜੇ ਸ਼ੌਂਕ ਨਾਲ ਜੀ ਤੁਸੀਂ ਇਸ਼ਨਾਨ ਕਰੋ। ਪਰ ਸਿੱਖ ਕਹਿੰਦਾ ਸਨ ਭਾਈ ਪੁਰਾਣੇ ਤੇ ਗੁਰਦਿੱਤੇ ਵਰਗੇ, ਜੇ ਤੇ ਵਰਗੇ ਉਹ ਕਿਤੇ ਮੌਕਾ ਬਣਿਆ ਉਹ ਤੈਥੋਂ ਗਿਣ ਗਿਣ ਕੇ ਬਦਲੇ ਲਵਾਂਗੇ। ਪਰ ਸਾਧ ਸੰਗਤ ਜੀ, ਜਦੋਂ ਬੰਦਾ ਕਰਮ ਕਰਦਾ ਸਮਾਂ ਹੋਰ ਹੁੰਦਾ, ਜਦੋਂ ਕਰਮ ਦੀ ਸਜ਼ਾ ਭੁਗਤਣੀ ਪੈਂਦੀ ਸਮਾਂ ਹੋਰ ਹੁੰਦਾ। ਘਰ ਗੁਰੂ ਕੀ ਸੰਗਤ ਇਹ ਕਹਿਣ ਲੱਗੇ ਬੜੀ ਖੁਸ਼ੀ ਨਾਲ ਜੀ ਇਸ਼ਨਾਨ ਕਰੋ ਜੀ। ਰਾਵੀ ਦਰਿਆ ਭਾਣਾ ਵਰਤਿਆ ਰਾਵੀ ਦੇ ਤੱਟ ਉੱਤੇ, ਜਿਹਨੇ ਧਰਤ ਆਕਾਸ਼ ਕਮਾ ਦਿੱਤਾ। ਇੱਕ ਦਿਲਬਰ ਦੀ ਵਾਰ ਹੈ, ਉਹ ਕਹਿੰਦਾ ਸੁਣੋ ਵੀਰ ਪੰਜਾਬੀਆ, ਅਸੀਂ ਵੀ ਬਿਲੋਂਗ ਟੂ ਹਰਿਆਣਾ, ਸਾਡੇ ਹਰਿਆਣੇ ਤੋਂ ਅੱਗੇ ਕੈਥਲ, ਕੈਥਲ ਤੋਂ ਅੱਗੇ ਉਹ ਜੇ ਵੇਖੀਏ ਫਿਰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਵੀ ਹਰਿਆਣੇ 'ਚ ਰਹਿੰਦੇ ਹਾਂ। ਪਰ ਪੰਜਾਬ ਦੀਆਂ ਰੌਣਕਾਂ, ਪੰਜਾਬ ਦੀਆਂ ਫਸਲਾਂ, ਪੰਜਾਬ ਦੇ ਬਾਗ, ਪੰਜਾਬ ਦੇ ਦਰਿਆ, ਪੰਜਾਬ ਦੀਆਂ ਨਦੀਆਂ, ਪੰਜਾਬ ਦੇ ਪਹਾੜ। ਉਹ ਲਿਖਦਾ ਸੁਣ ਵੀਰ ਪੰਜਾਬੀਆ, ਤੂੰ ਭਾਰਤ ਦਾ ਸ਼ਿੰਗਾਰ, ਤੇਰੇ ਦੇਸ਼ 'ਚ ਕੁਦਰਤ ਵਸਦੀ ਤੇ ਗਿੱਧਾ ਪਾਏ ਬਹਾਰ। ਇੱਥੇ ਲੱਟੂ ਹੋਈਆਂ ਬੁਲਬੁਲਾਂ, ਤੇਰੀ ਦੇਖ ਖਿੜੀ ਗੁਲਜ਼ਾਰ, ਤੇਰਾ ਇਸ਼ਕ ਚਿੰਨ੍ਹਾਂ ਵਿੱਚ ਨੱਚਦਾ ਤੇ ਢੋਲੇ ਗਾਉਂਦੀ ਨਾਰ। ਮਾਫ ਕਰਨਾ, ਤੇਰੀਆਂ ਕੁੰਡੀਆਂ ਮੁੱਛਾਂ ਵੇਖ ਕੇ ਜੱਗ ਭੁੱਲਿਆ ਹਾਰ ਸ਼ਿੰਗਾਰ। ਮਾਫ ਕਰਨਾ, ਅੱਗੇ ਜਾ ਕੇ ਲਿਖਦਾ, ਅੱਗੇ ਜਾ ਕੇ ਲਿਖਦਾ ਕਹਿੰਦਾ ਤੈਨੂੰ ਰਾਵੀ ਭੁੱਲ ਨਾ ਸਕਦੀ, ਕਿਉਂਕਿ ਰਾਵੀ ਦੇ ਕੰਢੇ ਤੇ ਮੇਰੇ ਪਾਤਸ਼ਾਹ ਸ਼ਹੀਦ ਕੀਤੇ ਗਏ ਸਨ। ਤੈਨੂੰ ਰਾਵੀ ਭੁੱਲ ਨਾ ਸਕਦੀ, ਤੇਰਾ ਸਤਲੁਜ ਪੱਕਾ, ਸਤਲੁਜ ਪੱਕਾ ਯਾਰ, ਜਿਹਦੇ ਕੰਢੇ ਤੇਗਾ ਮਾਰੀਆਂ ਨੀਲੇ ਦੇ ਸ਼ਾਹ ਸਵਾਰ। ਤੇਰੀ ਸ਼ਾਨ ਉੱਤੋਂ ਦਸ਼ਮੇਸ਼ ਨੇ ਸੇ ਪੁੱਤਰ ਵਾਰੇ ਚਾਰ। ਤੂੰ ਲੰਡਨ ਦੇ ਵਿੱਚ ਮਾਰਿਆ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ, ਤੂੰ ਲੰਡਨ ਦੇ ਵਿੱਚ ਮਾਰਿਆ। ਮਾਫ ਕਰਨਾ ਡਾਇਰ ਜਿਹਾ ਬਦਕਾਰ, ਉਹ ਤੂੰ ਦਿਲਬਰ ਸ਼ੇਰ ਪੰਜਾਬ ਦਾ, ਤੇਰੇ ਢਾਡੀ ਗਾਉਂਦੇ ਵਾਰ ਗੁਰੂ ਕੀ ਸੰਗਤ। ਜਰਾ ਧਿਆਨ ਦੇਣਾ ਪਵੇਗਾ। ਪਾਤਸ਼ਾਹ ਰਾਵੀ ਦਰਬਾਰ ਨੂੰ ਬੜੀ ਮੁਸ਼ਕਿਲ ਨਾਲ ਰੁੜਕ ਰਹੇ ਸਨ। ਇੱਕ ਵਾਰੀ ਕਹਿ ਰਹੇ ਵੈਰੂ ਬੜੀ ਮੁਸ਼ਕਿਲ ਨਾਲ, ਇਹ ਕਹਿੰਦਾ ਜੀ ਇੱਥੇ ਇਸ਼ਨਾਨ ਕਰ ਲਓ, ਇੱਥੇ ਇਸ਼ਨਾਨ ਕਰ ਲਓ। ਪਾਤਸ਼ਾਹ ਅੱਗੇ ਵਧ ਰਹੇ ਸਨ, ਹੋਰ ਅੱਗੇ ਹੋਰ ਅੱਗੇ। ਤਨ ਤੇ ਕੱਪੜੇ ਨਹੀਂ ਸਨ। ਵਾਹ ਮੁੱਕਦੀ ਕਹਿੰਦੇ ਨੇ ਰਾਵੀ ਦੀ ਛੱਤ ਦੇ ਪਾਣੀ ਨੇ ਇੱਕ ਛਲ ਮਾਰੀ। ਮੇਰੇ ਪਾਤਸ਼ਾਹ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ, ज्योति ज्योत रली संपूर्ण थिया राम। रावी दरिया विच माफ करना मेरे पातशाह जदों प्रवेश कर रहे सन, ये 5 सिख जिहड़े गए सन, इन्हां नूं आख्या जाओ, बाबा बुढ़ा जी सियाणे हन, उन्होंने कहना कि संगतां नूं दिलासा देना। मुकरी गल की तती तवी ने मीरी ते पीरी दियां 2 तलवारां नूं जन्म दिता। 2 तलवारी बधियां, एक मीरी दी एक पीरी दी। धन गुरु हरगोबिंद महाराज एक अजमत दी, एक राज दी, एक राखी करे फकीरी दी। तत्ती तवी ने शहीदां नूं जन्म दिता, और तत्ती तवी ने श्री अकाल तख्त साहब नूं जन्म दिता। एक बारी कह दे वैरू, अकाल तख्त साहब नूं जन्म दिता। तत्ती तवी ने फौजां नूं जन्म दिता। मुक्कदी गल की गुरु घर दे विच भगती ते आ रही सी। कदी गल की 5वें पातशाह शहीद कर दिते गए। समा थोड़ा जरा ध्यान देना पवेगा। इथों कहते JNK का जम्मू कश्मीर का दौरा करके जदों जहांगीर दिल्ली वापस आया तो चंदू ने जाके आख्या पातशाह वो तो है जिहदी बीमारी ने चले गए ने, पर सज्जणों हाँ हाँ जरा ध्यान देना पवेगा खालसा जी, पर पाप नहीं लुक सकते। कबीर जो जो कर्म किए राखे तले दबाए,
माफ करना प्रगट भय निधान सब, जब पूछे धर्म राय। मदाई लाख भी करे, मदाई लाख भी करे तो क्या होता है, वही होता है जो मंजूर खुदा होता है। कहते ने कुछ दिनों बाद उदों पैदल देश परदेस में जाना हुंदा सी। अमीरां लोगों कोल घोड़े हाथी आवाजाई के साधन हुंदे सन। मियाँ मीर दा घोड़े ते सवार होके अपने मरीदां दे समेत कहते ने बादशाह जहांगीर दे कोल पुजना। एक बारी कह दिओ वैरू, एक बारी फिर कह दिओ वैरू। वो तवारीख खालसा जिथे उन्हें तवारीख जहांगीर लिखिया है, पर मुड़ के समा नहीं मिलिया। पर सज्जनों कलंक लाउणा बड़ा सौखा है, कलंक लाउणा बड़ा औखा है। कहते हैं जदों मियाँ मीर बादशाह जहांगीर दे पुजा अगे बादशाह जहांगीर दा दरबार लगा सी। एक बारी कह दिओ वैरू, दरबार लगा सी। जदों दरबार लगा सी ते कहते ने पता लगा कि मियाँ मीर जी आए ने। ते कहते ने बादशाह जहांगीर अगू उठ खलोता होया अपने नालों कहते ने एक चौंकी मंगवा के उस ते बिठाया, 2 फुट उचाई ते बिठाया, क्योंकि उन्होंने अपना पीर मनता सी। खैर आख्या काम बंद करो जी, जिमें किसी के घरे कोई संत महात्मा चला जाए लोग कहते छड्डो परा काम जी, कोई महापुरख आए ने बचन सुनिए, कोई एक बारी कह दो वैरू, कोई गुरु की गल सुनिए, कोई गुरमत की गल सुनिए। तो इधरों जहांगीर ने मुख की गल की, गुरु किस्म का बंदा बड़े पापड़ वेलदा, पर सासू झूठ दे पापड़ नहीं वेले जा सकते। एक बारी कह दे वैरू, झूठ दे पापड़ नहीं वेल सकते, वेले जा सकते, झूठ दे सिक्के भी ज़्यादा नहीं चलते, जाली नोट भी नहीं ज़्यादा चलते बाबा जी, खोटे सिक्के भी नहीं ज़्यादा चलते। इत्थे जदों बिठाया तो विच गलबात चल गई, बड़ी किरपा की जी, पीर जी दर्शन दिता। इथों बादशाह जहांगीर ने हाँ लगे ने परदे यार होण। मुकदी गल की जहांगीर ने पूछा, पीर जी पूर्ण 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 पुरख दे लखण की ने, पूर्ण पुरख दे लखण की ने, जिन्होंने आप कहने वो पूर्ण महापुरख है, वो पूर्ण संत है, वो पूर्ण ब्रह्म ज्ञानी आ, वो माफ करना पूर्ण पुरख दा लखण की ने। जदों बादशाह जहांगीर ने एक गल पूछी तो मियाँ मीर ने आख्या होए हाँ तेनू अजे पूर्ण पुरख दा लखण दा पता नहीं लगा। इत्थे मियाँ मीर सोचदा कि शायद ये बेखबर है। आखा तेन पूर्ण पुरख दे लखणा दा पता नहीं लगा अजे तक। आख्या पीर जी मैं पुछया कि पूर्ण पुरख दे लखण की हुंदे ने, तुसीं मैनू उल्टा डांटण लई पै गए। इत्थे साध संगत जी मियाँ मीर ने आख्या बादशाह जहांगीर पूर्ण पुरख दुख च सुख च भुख च गरीबी च माफ करना, पूर्ण पुरख हर रंग दे विच तैसा हरख तैसा उस सोग, सदा आनंद तै नहीं वियोग। पूर्ण पुरख दुख नूं दुख नहीं मानता, सुख नूं सुख नहीं मानता। 9वें पातशाह का श्लोक आउंदा, जो नर दुख मैं दुख नहीं मानै, सुख स्नेह अर भै नहीं जाकै, कंचन माटी मानै। न निंदिया निंदा नूं निंदा नहीं, निंदा ते वडियाई च फर्क नहीं समझदा, न निंदिया न उस ते जाकै। लोभ मोह अवमाना हरख सोग ते हरख नहीं करदा, सोग नहीं इस तू परे रहिंदा। हरख सोग ते रह नियारिओ, नाहे मान अपमाना, आसा मनसा सगल त्यागे, जागते रहे निराशा। काम क्रोध जे परसे नाहिन, ते घट ब्रह्म निवासा। गुर कृपा जे नरको कीनी, ते ए जुगत पछानी। नानक लीन भयो गोबिंद स्यों, ज्यों पानी संग पानी। बादशाह जहांगीर पूर्ण पुरख लई दुख दुख नहीं। उहदे वास्ते सोने ते मिट्टी, सोना ते मिट्टी एक बराबर होंदे ने, मान अपमान दोवें एक बराबर होंदे ने। वो दुख ते सुख च कोई फर्क नहीं समझदा, वो हरख ते सोग च कोई फर्क नहीं समझदा। इत्थे जहांगीर कहंदा पीर जी इहो जे महापुरख दे दर्शन हो सकदे ने,
ਇੱਥੇ ਜਹਾਂਗੀਰ ਨੂੰ ਮੀਆਂ ਮੀਰ ਨੇ ਆਖਿਆ, ਹੋਏ ਇਹੋ ਜਿਹੇ ਮਹਾਂਪੁਰਖ ਸਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਇਹੋ ਜਿਹੇ ਮਹਾਂਪੁਰਖ ਸਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਤੇਰੇ ਦੁਸ਼ਟ ਚੰਦੂ ਦੀਵਾਨ ਨੇ ਬੜੇ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ। ਆਖਿਆ ਹੈ ਮੈਨੂੰ ਤੇ ਇਹ ਕਹਿੰਦਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਹੈਜ ਦੀ ਬਿਮਾਰੀ ਨਾਲ ਚਲੇ ਗਏ। ਉਹ ਗੱਲ ਬਾਦਸ਼ਾਹ ਜਹਾਂਗੀਰ ਦੇ ਦਿਮਾਗ 'ਚ ਬੈਠੀ ਸੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਜਰਾ ਧਿਆਨ ਦੇਣਾ ਪਵੇਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹ ਗੱਲ ਬਾਦਸ਼ਾਹ ਜਹਾਂਗੀਰ ਦੇ ਦਿਮਾਗ 'ਚ ਬੈਠੀ ਸੀ। ਇੱਥੇ ਜਦੋਂ ਇਹ ਗੱਲ ਕਹੀ ਨਾ ਕਿ ਦੁਸ਼ਟ ਚੰਦੂ ਦੀਵਾਨ ਨੇ ਜਿਨ੍ਹਾਂ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ, ਉਹ ਖਾਲਸਾ ਜੀ ਉਸ ਮੌਕੇ ਬਾਦਸ਼ਾਹ ਜਹਾਂਗੀਰ ਨੇ ਆਖਿਆ ਮੈਨੂੰ ਤੇ ਨਹੀਂ ਕਿਹਾ ਸੀ ਹੈਜ ਦੀ ਬਿਮਾਰੀ ਨਾਲ ਚਲੇ ਗਏ, ਪਰ ਫਿਰ ਵੀ ਪੀਰ ਜੀ ਮੈਂ ਹੈਰਾਨ ਹਾਂ। ਇਸਲਾਮੀ ਮਤ ਵਿੱਚ ਲਿਖਿਆ ਕਿ ਮੁਸਲਮਾਨ ਹੋ ਕੇ ਦੂਜੇ ਦੇ ਧਰਮ ਦੀ ਵਡਿਆਈ ਕਰਨੀ ਮੁਸਲਮਾਨ ਵਾਸਤੇ ਸਭ ਤੋਂ ਵੱਡਾ ਪਾਪ ਹੈ, ਸਭ ਤੋਂ ਵੱਡਾ ਗੁਨਾਹ ਹੈ। ਦੇਖੋ ਕਿਵੇਂ ਵਿਚਾਰ ਚੱਲ ਰਹੀ। ਸਭ ਤੋਂ ਵੱਡਾ ਪਾਪ ਜਾਂ ਸਭ ਤੋਂ ਵੱਡਾ ਗੁਨਾਹ ਮੁਸਲਮਾਨ ਵਾਸਤੇ ਦੂਜੇ ਦੇ ਧਰਮ ਦੀ ਵਡਿਆਈ ਕਰਨੀ ਜਾਂ ਵਡਿਆਈ ਸੁਣਨੀ ਆ। ਇੱਥੇ ਸਾਧ ਸੰਗਤ ਜੀ ਮੀਆਂ ਮੀਰ ਨੂੰ ਜਦੋਂ ਇਹ ਗੱਲ ਪੁੱਛੀ, ਪੀਰ ਜੀ ਮੈਂ ਹੈਰਾਨ ਹਾਂ, ਤੁਸੀਂ ਮੁਸਲਮਾਨ ਹੋ ਕੇ ਫਿਰ ਮੁਸਲਮਾਨ ਹੀ ਨਹੀਂ, ਤੁਸੀਂ ਪੀਰ ਹੋ ਇਸਲਾਮੀ ਮਤ ਦੇ ਵਿੱਚ, ਤੇ ਤੁਸੀਂ ਹਿੰਦੂ ਸਿੱਖ ਗੁਰੂ ਦੀ ਜਾਂ ਹਿੰਦੂ ਗੁਰੂ ਦੀ ਵਡਿਆਈ ਕਰ ਰਹੇ ਹੋ। ਮਾਫ ਕਰਨਾ। ਬਾਦਸ਼ਾਹ ਜਹਾਂਗੀਰ ਨੂੰ ਖਾਲਸਾ ਜੀ ਮੀਆਂ ਮੀਰ ਨੇ ਆਖਿਆ ਜਹਾਂਗੀਰ, ਸਤਿਪੁਰਸ਼ਾਂ ਦੀ ਕੋਈ ਜਾਤ ਨਹੀਂ ਹੁੰਦੀ, ਜਾਤ ਨਹੀਂ ਹੁੰਦੀ। ਇਹਨਾਂ ਦੇ ਆਦਿ ਗੁਰੂ ਨਾਨਕ ਇਸੇ ਗੁਰਤਾ ਗੁਰਗੱਦੀ ਦੇ ਬਾਨੀ ਆਦਿ ਗੁਰੂ ਨਾਨਕ ਸਾਹਿਬ ਹੋਏ ਨੇ, ਜਿਹੜੇ ਪੀਰਾਂ ਦੇ ਪੀਰ ਹੋਏ ਨੇ, ਜਿਹੜੇ ਪੀਰਾਂ ਦੇ ਪੀਰ ਹੋਏ ਨੇ। ਜਿੱਥੇ ਹਿੰਦੂ ਭਰਾਵਾਂ ਦੇ ਤੀਰਥਾਂ ਤੇ ਗਏ, ਬਾਬਾ ਦਵਾਰਕਾ ਗਿਆ, ਬਾਬਾ ਹਰਦੁਆਰ ਗਿਆ, ਬਾਬਾ ਬਿਦਰ ਗਿਆ, ਬਾਬਾ ਗਿਆ, ਬਾਬਾ ਗਇਆ ਗਿਆ, ਬਾਬਾ ਗਿਆ। ਜਿੱਥੇ ਬਾਬਾ ਹਿੰਦੂ ਮਤ ਦੇ ਤੀਰਥਾਂ ਤੇ ਗਿਆ, ਉਹ ਬਾਦਸ਼ਾਹ ਜਹਾਂਗੀਰ ਸਤਿਪੁਰਸ਼ਾਂ ਦੀ ਜਾਤ ਨਹੀਂ ਹੁੰਦੀ। ਬਾਬਾ ਮੱਕੇ ਗਿਆ, ਬਾਬਾ ਕਾਬਲ ਗਿਆ, ਬਾਬਾ ਕੰਧਾਰ ਗਿਆ, ਬਾਬਾ ਮਦੀਨੇ ਗਿਆ, ਬਾਬਾ ਗਿਆ ਬਗਦਾਦ ਨੂੰ। ਭਾਈ ਗੁਰਦਾਸ ਨੇ ਲਿਖਿਆ ਬਾਬਾ ਗਿਆ ਬਗਦਾਦ ਨੂੰ। ਬਾਬਾ ਇਹਨਾਂ ਦੇ ਆਦਿ ਗੁਰੂ ਨਾਨਕ ਸਾਹਿਬ ਉਹ ਮੁਸਲਮਾਨਾਂ ਦੇ ਤੀਰਥਾਂ ਤੇ ਵੀ ਗਏ। ਉਹ ਰਹੀ ਗੱਲ ਤੂੰ ਕਹਿਣਾ ਕਿ ਹਿੰਦੂ ਸਿੱਖ ਗੁਰੂ ਦੀ ਵਡਿਆਈ ਕਰ, ਉਹ ਬਾਦਸ਼ਾਹ ਜਹਾਂਗੀਰ ਇਹ ਗੱਲ ਆਪਣੇ ਪਿਓ ਨੂੰ ਪੁੱਛਣੀ ਸੀ। ਇਹ ਗੱਲ ਤੂੰ ਆਪਣੇ ਪਿਓ ਨੂੰ ਪੁੱਛਣੀ ਸੀ ਜਦੋਂ ਉਹਦੀ ਜੰਗ ਜੈਮਲ ਫਤਿਹ ਦੇ ਨਾਲ ਚਿੱਤੌੜਗੜ੍ਹ ਵਿੱਚ ਹੋ ਰਹੀ ਸੀ। ਮੁੱਕਦੀ ਗੱਲ ਕੀ, ਜੈਮਲ ਤੇ ਫਤਿਹ ਦੀ ਪੇਸ਼ਣੀ ਸੀ, ਜਾਣਦੇ ਰਹਿ। ਤੇਰੇ ਪਿਓ ਨੇ ਪੁੱਛਿਆ ਸੀ ਕੋਈ ਹੋਰ ਵੀ ਪੀਰ ਪੈਗੰਬਰ ਔਲੀਆ ਹੈ? ਕਿਸ ਨੇ ਆਖਿਆ ਸੀ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਤੀਸਰੇ ਵਾਰਿਸ, ਮਾਫ ਕਰਨਾ, ਗੋਇੰਦਵਾਲ ਗੋਬਿੰਦਪੁਰੀ ਸਮ ਦਰਿਆ ਬਿਆਸਾ ਦੇ ਕੰਢੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ ਤੀਜੇ ਵਾਰਿਸ ਨੇ। ਮਾਫ ਕਰਨਾ, ਜੇ ਤੂੰ ਉਹਨਾਂ ਦੇ ਚਰਨਾਂ 'ਚ ਚਲਾ ਜਾਵੇਂ ਤੇ ਤੇਰਾ ਚਿੱਤੌੜਗੜ੍ਹ ਦਾ ਕਿਲਾ ਫਤਿਹ ਹੋ ਸਕਦਾ। ਆਪਣੇ ਪਿਓ ਨੂੰ ਪੁੱਛਣਾ ਸੀ ਕਿ ਉੱਥੇ ਮਾਫ ਕਰਨਾ ਉਹ ਗੋਇੰਦਵਾਲ ਕੀ ਕਰਨ ਗਿਆ ਸੀ। ਤੇਰਾ ਪਿਓ ਅਕਬਰ 2200 ਜਵਾਨਾਂ ਸਮੇਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਪੁੱਜਿਆ। ਮਾਰਗਦਰਸ਼ਨ ਉਹਨੂੰ ਦਿੰਦੇ ਸਨ ਜਿਹੜਾ ਸੰਗਤ 'ਚ ਬਹਿ ਕੇ ਪੰਗ 'ਚ ਬਹਿ ਕੇ ਪ੍ਰਸ਼ਾਦਾ ਛਕਦਾ ਸੀ। ਮੁੱਕਦੀ ਗੱਲ ਕੀ, ਸਮਾਂ ਥੋੜ੍ਹਾ ਹੈ। ਤੇਰੇ ਪਿਓ ਨੇ ਪੰਗ 'ਚ ਬਹਿ ਕੇ ਪ੍ਰਸ਼ਾਦਾ ਛਕਿਆ, ਗੁਰੂ ਅਮਰਦਾਸ ਜੀ ਮਹਾਰਾਜ ਦਰਸ਼ਨ ਦਿੱਤੇ। ਇੰਨੀ ਦਿਨੀ 84 ਪੌੜੀਆਂ ਵਾਲੀ ਬੌਲੀ ਦੀ ਖੁਦਾਈ ਹੋ ਰਹੀ ਸੀ। ਜੇ ਅਸੀਂ ਪਿੰਡਾਂ ਦੇ ਵਿੱਚ ਬੋਰਿੰਗ ਕਰਦੇ ਹਾਂ, ਕੜ ਬੜਾ ਸਖਤ ਆ ਜਾਂਦਾ, ਰੋਡ ਆ ਜਾਂਦੇ ਨੇ, ਬਜਰੀ ਆ ਜਾਂਦੀ। ਤੇ ਇਹਨੇ ਬੇਨਤੀ ਕੀਤੀ, ਮਹਾਰਾਜ ਗੜ ਕਹਿੰਦੇ ਨੇ ਕਿਲੇ ਨੂੰ, ਕੜ ਕਹਿੰਦੇ ਨੇ ਜਿੱਥੇ ਬਜਰੀ ਕੰਕਰੀਟ ਆ ਜਾਏ। ਤੇਰੇ ਪਿਓ ਨੇ ਬੇਨਤੀ ਕੀਤੀ ਸੀ, ਅਕਬਰ ਨੇ ਬੇਨਤੀ ਕੀਤੀ ਸੀ। ਉਹ ਤੈਨੂੰ ਹੋਰ ਤੇ ਕੀ ਦੱਸਾਂ, ਜਿਹੜਾ ਹਰਮੰਦਰ ਸਾਹਿਬ ਹੈ ਉਹ ਤੇਰੇ ਪਿਓ ਦੀ ਦਿੱਤੀ ਜ਼ਗੀਰ 'ਚ, ਤੇਰੇ ਪਿਓ ਦੀ ਦਿੱਤੀ ਜ਼ਗੀਰ 'ਚ ਹੈ। ਤੇਰੇ ਪਿਓ ਅਕਬਰ ਨੇ ਉਹਨਾਂ 12 ਪਿੰਡਾਂ ਦੀ ਜ਼ਮੀਨ ਗੁਰੂ ਅਮਰਦਾਸ ਮਹਾਰਾਜ ਦੀ ਬੇਟੀ ਬੀਬੀ ਭਾਨੀ ਦੇ ਨਾਂ ਤੇ ਕਰਾਈ ਸੀ।
ਤੈਨੂੰ ਮੈਂ ਕਹਿ ਚੁੱਕਾ ਕਿ ਫਕੀਰਾਂ ਦੀ ਕੋਈ ਜਾਤ ਨਹੀਂ ਹੁੰਦੀ। ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ। ਆਖਿਆ ਸੀ ਅਕਬਰ ਆਖਿਆ ਸੀ ਜਹਾਂਗੀਰ, ਤੇਰੇ ਪਿਓ ਨੇ ਬੇਨਤੀ ਕੀਤੀ ਕਿ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਨਹੀਂ ਹੁੰਦਾ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਤੂੰ ਸਾਡਾ ਕੜ ਤੋੜ ਦੇ। ਉਹ 84 ਪੌੜੀਆਂ ਵਾਲੀ ਬੌਲੀ ਦਾ ਜਿਹੜਾ ਕੜ ਸੀ, ਧਰਤੀ ਪਥਰੀਲੀ ਸੀ, ਉਹ ਕੜ ਤੋੜਦੇ, ਅਸੀਂ ਤੇਰਾ ਗੜ ਤੋੜ ਦਿੰਦੇ ਹਾਂ। ਇਹਨੇ ਆਖਿਆ ਸਤ ਬਚਨ ਜੀ। ਇਹਨੇ 2200 ਜਵਾਨ ਲਾਇਆ, ਹੋਰ ਮਜ਼ਦੂਰ ਵਗੈਰਾ ਲਾ ਕੇ ਜਿੱਥੇ ਸੰਗਤਾਂ ਸੇਵਾ ਕਰਦੀਆਂ ਸਨ ਉੱਥੇ ਸੇਵਾ ਕਰਨੀ ਸ਼ੁਰੂ ਕੀਤੀ। ਇੱਧਰ ਗੋਇੰਦਵਾਲ ਦੀ ਬੌਲੀ ਦਾ ਕੜ ਟੁੱਟ ਗਿਆ, ਉਧਰ ਜੈਮਲ ਤੇ ਫਤਿਹ ਦੀ ਮੌਤ ਹੋ ਗਈ, ਚਿਤੌੜਗੜ੍ਹ ਟੁੱਟ ਗਿਆ। ਖਾਲਸਾ ਜੀ ਇਸੇ ਗੱਲ ਤੇ ਖੁਸ਼ ਹੋ ਕੇ ਤੇਰੇ ਪਿਓ ਨੇ ਆਖਿਆ ਸੀ ਜੀ ਇੱਥੇ 24 ਘੰਟੇ ਲੰਗਰ ਚੱਲਦੇ ਨੇ ਜੀ। ਮੈਂ ਕੋਈ ਜਗੀਰ 12 ਪਿੰਡਾਂ ਦੀ ਜਗੀਰ, ਇਹ ਪਾਰਗਣੇ ਦਾ ਇਲਾਕਾ ਵੱਜਦਾ ਜੀ, ਮੈਂ ਤੁਹਾਡੇ ਨਾਂ ਤੇ ਕਰਾਉਣਾ ਚਾਹੁੰਦਾ। ਤੇਰੇ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਇਹ ਲੰਗਰ ਕਿਤੇ ਜ਼ਮੀਨਾਂ ਕਰਕੇ ਚੱਲਦੇ ਨੇ। ਇਹਨੇ ਆਖਿਆ ਸੀ ਮਾਫ ਕਰਨਾ ਮਹਾਰਾਜ, ਜੇ ਤੁਸੀਂ ਆਪਣੇ ਨਾਂ ਨਹੀਂ ਕਰਾਉਣੀ ਤੇ ਮੁੱਕਦੀ ਗੱਲ ਕੀ, ਮੈਂ ਇਹ ਜ਼ਮੀਨ ਹੈ ਜਿਹੜੀ ਤੁਹਾਡੀ ਬੇਟੀ ਬੀਬੀ ਭਾਨੀ ਦੇ ਨਾਂ ਤੇ ਕਰਾ ਦੇਣਾ। ਤੁਹਾਡੀ ਬੇਟੀ ਤੇ ਮੇਰੀ ਬੇਟੀ 'ਚ ਕੋਈ ਫਰਕ ਨਹੀਂ। ਕਹਿੰਦੇ ਨੇ ਜਦੋਂ ਆਖਿਆ ਫਿਰ ਤੈਨੂੰ ਨਵੀਂ ਗੱਲ ਦੱਸੀਏ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੈਨੂੰ ਨਵੀਂ ਗੱਲ ਦੱਸੀਏ ਬਾਦਸ਼ਾਹ ਜਹਾਂਗੀਰ, ਤੈਨੂੰ ਨਵੀਂ ਗੱਲ ਦੱਸਾਂ। ਜਦੋਂ ਕਿਸੇ ਵੀ ਧਰਮ ਦਾ ਕੋਈ ਬੰਦਾ ਮਰਦਾ ਨਾ, ਮਰ ਕੇ ਬਿਸਤਾਂ ਨੂੰ ਜਾਂਦਾ, ਮੁਸਲਮਾਨ ਬਿਸਤ ਕਹਿੰਦੇ ਨੇ, ਅਸੀਂ ਸੱਚਖੰਡ ਕਹਿੰਦੇ ਹਾਂ, ਬਕੁੰਠ ਕਹਿੰਦੇ ਹਾਂ, ਕੋਈ ਕੁਛ ਕਹਿੰਦਾ, ਸਵਰਗ ਕਹਿੰਦਾ। ਕਹਿੰਦੇ ਜਦੋਂ ਕਿਸੇ ਵੀ ਧਰਮ ਦਾ ਨਾ ਬੰਦਾ ਮਰ ਕੇ ਸੱਚਖੰਡ ਜਾਂਦਾ, ਬਾਦਸ਼ਾਹ ਜਹਾਂਗੀਰ ਹਰ ਸੱਚਖੰਡ ਜਾਣ ਵਾਲੇ ਦੇ, ਹਰ ਬਿਸਤਾਂ ਨੂੰ ਜਾਣ ਵਾਲੇ ਬੰਦੇ ਦੇ ਮੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਲੱਗਦੇ ਨੇ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਲੱਗਦੇ ਨੇ। ਮੁੱਕਦੀ ਗੱਲ ਕੀ ਖਾਲਸਾ ਜੀ, ਇੱਥੇ ਬਾਦਸ਼ਾਹ ਜਹਾਂਗੀਰ ਇਹਨੇ ਆਖਿਆ ਪੀਰ ਜੀ ਜੇ ਇਹ ਗੱਲ ਸੀ ਤੁਸੀਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ, ਤੁਸੀਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ। ਮੈਂ ਇਹੋ ਜਿਹੇ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਉਹਨਾਂ ਦੀ ਖੁਸ਼ੀ ਪ੍ਰਾਪਤ ਕਰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਉਹਨਾਂ ਦੀ ਖੁਸ਼ੀ ਪ੍ਰਾਪਤ ਕਰਦਾ। ਇੱਥੇ ਬਾਦਸ਼ਾਹ ਜਹਾਂਗੀਰ ਨੂੰ ਮੀਆਂ ਮੀਰ ਨੇ ਆਖਿਆ ਜਹਾਂਗੀਰ ਸੱਚ ਤੇ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਚਾਹੁੰਦੇ ਹੀ ਨਹੀਂ ਸਨ ਕਿ ਉਹਨਾਂ ਦੇ ਭਾਣੇ ਦੀ ਖੇਡ ਵਿੱਚ ਕੋਈ ਰੋਕ ਪਾਵੇ, ਉਹਨਾਂ ਦੀ ਖੇਡ ਵਿੱਚ ਕੋਈ ਰੋਕ ਪਾਵੇ। ਮੀਆਂ ਮੀਰ ਦਾ ਉੱਥੇ ਖੁਲਾਸਾ ਕਰਨਾ, ਇੱਧਰ ਛੇਵੇਂ ਪਾਤਸ਼ਾਹ ਦਾ ਗੁਰਤਾ ਗੁਰਗੱਦੀ ਤੇ ਬਹਿਣਾ। ਮਾਫ ਕਰਨਾ ਵਕਤ ਹੱਥੋਂ ਨਿਕਲਦਾ ਜਾਂਦਾ ਸੀ, ਪਰ ਸੱਜਣੋ ਸਿਆਣਿਆਂ ਦੀ ਕਹਾਵਤ ਹੈ, ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਇਹਨੇ ਮਾਫ ਕਰਨਾ ਗੁਰੂ ਕੀ ਸੰਗਤ, ਇਹਨੇ ਦੇਖਿਆ ਵੀ ਗੱਲ, ਚੰਦੂ ਨੇ ਫਿਰ ਦੇਖਿਆ, ਮਾਫ ਕਰਨਾ ਇਹਨੇ ਕੋਈ ਕਾਜੀ ਮਲਾਣੇ ਪੰਡਤ ਇਕੱਠੇ ਕਰਕੇ ਨਾ, ਸਮਾਂ ਥੋੜਾ ਹੈ, ਬਾਦਸ਼ਾਹ ਜਹਾਂਗੀਰ ਦੇ ਕੋਲ ਭੇਜੇ। ਪੈਸਾ ਬੜੇ ਬੜੇ ਕੰਮ ਕਰਵਾ ਦਿੰਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਪੈਸਾ ਬੜੇ ਬੜੇ ਯਾਜ ਨਜਾਇਜ਼ ਕੰਮ ਕਰਵਾ ਦਿੰਦਾ। ਮਾਫ ਕਰਨਾ ਯਾਜ ਤੇ ਕੀ ਕਰਨੇ ਨੇ, ਨਜਾਇਜ਼ ਜ਼ਿਆਦਾ ਕਰਵਾ ਦਿੰਦਾ। ਪਰ ਕਹਿੰਦੇ ਨੇ ਗੁਰੂ ਕੀ ਸੰਗਤ, ਇਹਨੇ ਆਖਿਆ ਬਾਦਸ਼ਾਹ ਜਹਾਂਗੀਰ ਦੇ ਕੋਲ ਜਾਓ, ਪੰਡਤਾਂ ਨੂੰ ਆਖਿਆ ਕੋਈ ਤੁਸੀਂ ਪੋਥੀਆਂ ਪਾਥੀਆਂ ਲੈ ਜਾਓ, ਹਾਂ ਪੋਥੀਆਂ ਲੈ ਜਾਓ ਜਿਹੜੀਆਂ ਜੋਸ਼ ਦੀਆਂ ਨੇ, ਤੇ ਜਾ ਕੇ ਕਹਿਣਾ ਸਰਕਾਰ ਸਰਕਾਰ ਹਨੇਰਾ ਆ ਗਿਆ, ਸਰਕਾਰ ਤੇ ਬੜੀ ਵੱਡੀ ਸਾੜ ਸਤੀ ਆ ਰਹੀ ਹੈ। ਪਰ ਗੁਰੂ ਤੇ ਸਮਰੱਥ ਹੈ, ਜੀ ਸਾਧ ਸੰਗਤ ਜੀ ਜਰਾ ਧਿਆਨ ਦੇਣਾ ਪਵੇਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਇੱਧਰੋਂ ਇੱਕ ਕਾਜੀ ਮਲਾਣੇ ਕੁਝ ਜੋਸ਼ ਵਿਦਿਆ ਦੇ ਮਾਹਿਰ ਪੰਡਤ ਇਹ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ 'ਚ ਪੇਸ਼ ਹੋਏ, ਸਰਕਾਰ 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 ਤੇ ਕੋਈ ਬਹੁਤ ਵੱਡੀ ਸਾੜ ਸਤੀ ਆਈ ਹੈ। ਉਹ ਕਹਿੰਦਾ ਉਹ ਸਾੜ ਸਤੀ ਕੀ? ਆਖਿਆ ਸਾੜ ਸਤੀ ਸਰਕਾਰ ਦੀ ਜਾਨ ਲੇਵਾ ਵੀ ਹੋ ਸਕਦੀ ਹੈ, ਤੁਹਾਡੀ ਜਾਨ ਵੀ ਲੈ ਸਕਦੀ। ਨਾਲ ਗੱਲ ਸਮਝਾਤੀ ਕਿ ਜੇ ਬਾਦਸ਼ਾਹ ਜਹਾਂਗੀਰ ਕਹੇ ਕਿ ਉਪਾ, ਤੇ ਇਹ ਗੱਲ ਕਹਿਣਾ ਕੋਈ ਬਹੁਤ ਵੱਡਾ ਮਹਾਂਪੁਰਖ ਤੁਹਾਡੇ ਨਿਮਿਤ ਕੋਈ ਇਕਾਂਤ ਜਗ੍ਹਾ ਤੇ ਬੈਠ ਕੇ ਕੋਈ ਜਪ ਤਪ ਕਰੇ ਤੇ ਇਹ ਸਾੜ ਸਤੀ ਟਲ ਸਕਦੀ। ਤੇ ਜੇ ਜਪ ਤਪ ਦੀ ਗੱਲ ਜੇ ਮਹਾਂਪੁਰਖ ਪੁੱਛੇ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਲੈ ਦੇਣਾ। ਇੱਕ ਵਾਰੀ ਕਹਤੇ ਬਾਹਰੋਂ, ਕਿਉਂਕਿ
ਪੰਜਵੇਂ ਛੇਵੇਂ ਪਾਤਸ਼ਾਹ ਨੇ ਪ੍ਰਣ ਕੀਤਾ ਸੀ ਕਿ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਾ ਲਿਆ, ਰੱਜ ਕੇ ਖਾਣਾ ਤੇ 2 ਘੜੀਆਂ ਆਰਾਮ ਕਰਨਾ ਸਾਡੇ ਵਾਸਤੇ ਆਰਾਮ ਹੋਵੇਗਾ। ਇੱਥੋਂ ਸਾਧ ਸੰਗਤ ਜੀ ਇਹ ਤੇ ਜੇ ਇਕਾਂਤ ਜਗ੍ਹਾ ਪੁੱਛੇ ਤੇ ਗਵਾਲੀਅਰ ਦਾ ਕਿਲ੍ਹਾ ਕਹਿ ਦੇਣਾ, ਉੱਥੇ ਬੈਠ ਕੇ ਉਦੋਂ ਇਕਾਂਤ ਜਗ੍ਹਾ ਕਿਹੜੀ ਹੋ ਸਕਦੀ। ਖੈਰ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਮਾਰੋਹ ਦਿੱਲੀ ਇਹਨਾਂ ਨੇ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਆਖਿਆ ਕਿ ਸਰਕਾਰ ਤੇ ਬਹੁਤ ਵੱਡੀ ਸਾੜ ਸਤੀ ਆਈ ਹੈ, ਇਹ ਸਾੜ ਸਤੀ ਜਾਨਲੇਵਾ ਵੀ ਹੋ ਸਕਦੀ। ਕਹਿਣ ਲੱਗਾ ਪਾ, ਉਹ ਕੰਬ ਗਿਆ, ਘਬਰਾ ਗਿਆ, ਲੱਗਾ ਕਹਿਣ ਵੀ ਉਹ ਪਾ ਆਖਿਆ ਸਰਕਾਰ ਦੇ ਨਿਮਿਤ ਕੋਈ ਇਕਾਂਤ ਜਗ੍ਹਾ ਤੇ ਕੋਈ ਬਹੁਤ ਵੱਡਾ ਮਹਾਂਪੁਰਖ ਬੈਠ ਕੇ ਜਪ ਤਪ ਕਰੇ, ਸਾੜ ਸਤੀ ਨਹੀਂ ਤੇ ਸਾੜ ਸਤੀ ਬੜੀ ਭਾਰੂ ਹੈ ਸਰਕਾਰ ਤੇ। ਆਖਿਆ ਮਹਾਂਪੁਰਖ ਕਿਹੜਾ? ਆਖਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਸਪੁੱਤਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ। ਉਹ ਬਾਦਸ਼ਾਹ ਜਹਾਂਗੀਰ ਬੰਤਾਂ ਬਣ ਜਾਂਦੀਆਂ ਨੇ। ਘਰ ਗੁਰੂ ਕੀ ਸੰਗਤ ਬੜੀ ਕੋਸ਼ਿਸ਼ ਕੀਤੀ ਸੀ। ਕੰਸ ਨੂੰ ਕਾਸ਼ਬਾਣੀ ਹੋਈ ਸੀ, ਤੈਨੂੰ ਮਾਰਨ ਵਾਲਾ ਤੇਰੀ ਭੈਣ ਦੀ ਕੁੱਖ ਤੋਂ ਜਨਮ ਲਊਗਾ। ਉਹਨੇ ਬੜੇ ਉਪਾਅ ਕੀਤੇ ਮੌਤ ਤੋਂ ਬਚਣ ਵਾਸਤੇ। ਆਪਣੀਆਂ 7 ਭਾਣਜੀਆਂ ਦੇਵਕੀ ਦੀਆਂ ਬੇਟੀਆਂ ਪੱਥਰ ਤੇ ਚਲਾ ਚਲਾ ਕੇ ਮਾਰੀਆਂ, ਪਰ ਗੱਲ ਇਹ ਘਰ ਕਰ ਚੁੱਕੀ ਸੀ। 8ਵੀਂ ਬੇਟੀ ਨੇ ਜਦ ਜਨਮ ਲੈਣਾ ਸੀ, ਮਾਫ ਕਰਨਾ ਗੁਰੂ ਕੀ ਸੰਗਤ, ਇਧਰ ਯਸ਼ੋਦਾ ਜਿਹੜੀ ਦੇਵਕੀ ਦੀ ਸਹੇਲੀ ਵੀ ਸੀ, ਇੱਕੋ ਪਿੰਡ ਦੀਆਂ ਸਨ। ਮੁੱਕ ਦੀ ਗੱਲ ਕੀ, ਉਸ ਅਵਤਾਰੀ ਬਲਕ ਨੇ ਜਦ ਜਨਮ ਲੈਣਾ ਸੀ, ਉਧਰ ਕਹਿੰਦੇ ਨੇ ਉਹਦੀ ਕੁੱਖ ਦੇਵਕੀ ਦੀ ਹਰੀ ਹੈ, ਉਦੋਂ ਵਾਸਦੇਵ ਦੀ ਹਰੀ ਹੈ। ਕਹਿੰਦੇ ਮਾਫ ਕਰਨਾ ਸੌਰੀ ਯਸ਼ੋਦਾ ਦੀ ਹਰੀ ਕੋਖਾ। ਕਹਿੰਦੇ ਨੇ ਜਿਸ ਰਾਤ ਜਨਮ ਲੈਣਾ ਸੀ, ਤਾਲੇ ਆਪਣੇ ਆਪ ਹੀ ਖੁੱਲ ਗਏ, ਦਰਿਆ ਨੇ ਰਾਹ ਤੇ ਦਿੱਤਾ। ਮੁੱਕ ਦੀ ਗੱਲ ਕੀ, ਪਹਿਰੇਦਾਰ ਗੂੜੀ ਨਿੰਦਰੇ ਸੁੱਤੇ ਸਨ। ਸੱਸ ਜਨਮਾਸ਼ਟਮੀ ਵਾਲੇ ਦਿਨ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ ਦਾ ਜਨਮ ਹੋਇਆ। ਉਧਰ ਲੜਕੀ ਨੇ ਜਨਮ ਲਿਆ, ਉਧਰ ਕ੍ਰਿਸ਼ਨ ਭਗਵਾਨ ਨੇ ਜਨਮ ਲਿਆ। ਮੁੱਕ ਦੀ ਗੱਲ ਕੀ, ਆਪਸੇ ਅਦਲਾ ਬਦਲੀ ਕੀਤੀ ਗਈ। ਦਿਨ ਚੜ੍ਹਿਆ, ਕੰਸ ਨੂੰ ਖਬਰ ਮਿਲੀ ਕਿ ਇੱਕ ਲੜਕੀ ਨੇ ਹੋਰ ਜਨਮ ਲਿਆ, ਉਹ ਵੀ ਪਟਕਾ ਕੇ ਪੱਥਰ ਤੇ ਮਾਰੀ ਗਈ। ਕ੍ਰਿਸ਼ਨ 12 ਸਾਲ ਦਾ ਹੋ ਚੁੱਕੇ ਨੇ। 12 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਨੇ ਕੰਸ ਦਾ ਵਧ ਕੀਤਾ ਸੀ। ਤੇ ਕੰਸ ਜੋਸ਼ੀਆਂ ਤੇ ਵਿਦਵਾਨਾਂ ਨੂੰ ਸੱਦ ਕੇ ਪੁੱਛਦਾ, ਤੁਸੀਂ ਕਹਿੰਦੇ ਸੀ ਕਿ ਤੈਨੂੰ ਮਾਫ ਕਰਨਾ ਤੈਨੂੰ ਮਾਰਨ ਵਾਲਾ ਤੇਰੀ ਭੈਣ ਦੀ ਕੁੱਖ ਤੋਂ ਜਨਮ ਲਵੇਗਾ। ਉਸ ਮੌਕੇ ਜੋਸ਼ੀਆਂ ਨੇ ਆਖਿਆ ਸੀ, ਸਰਕਾਰ ਤੈਨੂੰ ਮਾਰਨ ਵਾਲਾ ਗੋਕਲ ਦੇ ਵਿੱਚ ਪਲ ਰਿਹਾ, ਤੈਨੂੰ ਮਾਰਨ ਵਾਲਾ ਗੋਕਲ ਦੇ ਵਿੱਚ ਪਲ ਰਿਹਾ। ਖੈਰ ਮੈਂ ਇੱਧਰ ਨਾ ਜਾਵਾਂ, ਇੱਧਰ ਖਾਲਸਾ ਜੀ, ਹਾਂ ਇਹਨੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਿੰਘ ਨੂੰ ਸੱਦਣਾ। ਸੰਗਤਾਂ ਘਬਰਾ ਗਈਆਂ ਕਿਉਂਕਿ ਪੰਜਵੇਂ ਪਾਤਸ਼ਾਹ ਨੂੰ ਵੀ ਸੱਦਿਆ ਸੀ, ਪਰ ਮੇਰੇ ਪਾਤਸ਼ਾਹ ਨੇ ਆਖਿਆ ਸੀ ਤੁਸੀਂ ਘਬਰਾਓ ਨਾ, ਮੀਰੀ ਤੇ ਪੀਰੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਜੀ ਪੈਂਡਾ ਤੈਅ ਕਰਦੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ 'ਚ ਪੁੱਜੇ। ਇਹਨੇ ਆਖਿਆ ਮਹਾਰਾਜ ਜੀ ਮੈਨੂੰ ਪਤਾ ਲੱਗਾ ਕਿ ਮੈਨੂੰ ਦੱਸਿਆ ਜੋਸ਼ੀਆਂ ਨੇ, ਮਾਫ ਕਰਨਾ ਕਿ ਤੇਰੇ ਤੇ ਬੜੀ ਵੱਡੀ ਸਾੜ ਸਤੀ ਆਈ ਹੈ, ਤੇਰੀ ਜਾਨ ਲੇਵਾ ਵੀ ਹੋ ਸਕਦੀ। ਪਾਤਸ਼ਾਹ ਲੱਗੇ ਕਹਿਣ, ਬਾਦਸ਼ਾਹ ਜਹਾਂਗੀਰ ਤੂੰ ਸੱਚ ਕਹਿੰਦਾ, ਸਾੜ ਸਤੀ ਆਈ ਹੈ, ਇਹ ਜ਼ਰੂਰ ਆਈ ਹੈ, ਇਹ ਤੇਰੇ ਤੇ ਨਹੀਂ ਆਈ, ਕਿਸੇ ਹੋਰ ਤੇ ਆਈ ਹੈ। ਆਈ ਜ਼ਰੂਰ ਹੈ, ਆਈ ਜ਼ਰੂਰ, ਪਰ ਤੇਰੇ ਤੇ ਨਹੀਂ ਆਈ, ਕਿਸੇ ਹੋਰ ਤੇ ਆਈ ਹੈ। ਖੈਰ ਮਹਾਰਾਜ ਗਵਾਲੀਅਰ ਕਿਲ੍ਹੇ ਦੇ ਵਿੱਚ ਪੁੱਜਣਾ, ਇੱਕ ਸਮੇਂ 'ਚ 6 ਭਾਵਨਾਵਾਂ ਪੂਰੀਆਂ ਕੀਤੀਆਂ ਨੇ। ਜਹਾਂਗੀਰ ਚਾਹੁੰਦਾ ਕਿ ਮੇਰੀ ਸਾੜ ਸਤੀ ਟਲ ਜੇ, ਚੰਦੂ ਚਾਹੁੰਦਾ ਕਿ ਮੈਂ ਮਾਰ ਕੈਦੀ ਕਰਵਾ ਦਿਆਂ। ਹਰਪਾਲ ਨਾਂ ਦਾ ਉੱਥੇ ਦਰੋਗਾ ਸੀ, ਦਿਨ ਰਾਤ ਅਰਦਾਸਾਂ ਕਰਦਾ ਸੀ ਕਿ ਗੁਰੂ ਹਰਗੋਬਿੰਦ ਸਿੰਘ ਦੀ ਸੇਵਾ ਕਰਨ ਦਾ ਮੌਕਾ ਮਿਲ ਜੇ। 52 ਧਰ ਦੇ ਰਾਜੇ ਚਾਹੁੰਦੇ ਸਨ ਕਿ ਕਿਸੇ ਤਰੀਕੇ ਨਾਲ, ਮੁੱਕ ਦੀ ਗੱਲ ਕੀ, ਚਾਹੁੰਦੇ ਸਨ ਕਿ ਅਸੀਂ ਇਸ ਕੈਦ ਤੋਂ ਰਿਹਾ ਹੋ ਜਾਈਏ। ਮੁੱਕ ਦੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਸਨ। ਸਿੱਖ ਚਾਹੁੰਦੇ ਸਨ ਕੋਈ ਸਮਾਂ ਬਣੇ ਤੇ ਚੰਦੂ ਸਾਡੇ ਹੱਥ ਲੱਗੇ ਤੇ ਗਣ ਕੇ ਬਦਲੇ ਲਈਏ। ਖੈਰ ਗੁਰੂ ਕੀ ਸੰਗਤ, ਪਾਤਸ਼ਾਹ ਗਵਾਲੀਅਰ ਕਿਲ੍ਹੇ ਦੀ ਕੈਦ ਵਿੱਚ 40 ਦਿਨ ਗੁਜ਼ਰਨ ਤੇ ਗਏ ਤੇ ਜੋਸ਼ੀਆਂ ਨੇ ਫਿਰ ਭੇਜਿਆ ਜੀ ਅਜੇ ਨਹੀਂ ਗੱਲ ਬਣੀ, 40 ਦਿਨ ਹੋਰ ਵਧਾ ਦਿੱਤੇ ਗਏ, ਅਜੇ ਵੀ ਨਹੀਂ ਬਣੀ। ਮੁੱਕ ਦੀ ਗੱਲ ਕਿ 6 ਮਹੀਨੇ ਦਾ ਸਮਾਂ ਬੀਤਣ ਵਾਲਾ ਸੀ। ਸਿੱਖਾਂ ਕੋਲ ਇੰਨੀਆਂ ਸ਼ਕਤੀਆਂ ਸਨ, ਅੱਗੇ ਲੋਕ ਸਿੱਖ ਨਾਮ ਜਪਦੇ ਸਨ, ਭਜਨ ਕਰਦੇ ਸਨ,
ਭਾਈ ਪੁਰਾਣੇ ਤੇ ਜੇਠੇ ਵਰਗੇ ਸਿੱਖ ਨਾ ਜਦੋਂ 6 ਮਹੀਨੇ ਦਾ ਸਮਾਂ ਬੀਤਣ ਤੇ ਗਿਆ, ਪੂਰਾ ਹੋਣ ਤੇ ਗਿਆ, ਜਾ ਕੇ ਬਾਦਸ਼ਾਹ ਜਹਾਂਗੀਰ ਦੀ ਛਾਤੀ ਤੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਜਾ ਚੜੇ ਸੁੱਤੇ ਤੇ। ਆਖਿਆ ਤੂੰ ਕੀ ਮਜ਼ਾਕ ਬਣਾਇਆ? ਇੱਕਦਮ ਪੈਪੀਤ ਹੋਇਆ। ਇਹਨਾਂ ਆਖਿਆ ਛੱਡਣਾ ਕਿ ਨਹੀਂ ਗੁਰੂ ਸਾਹਿਬ, ਰਿਆ ਕਰਨਾ ਕਿ ਨਹੀਂ? ਉਹ ਮੈਂ ਕੱਲ ਨੂੰ ਕਰ ਦਿਆਂਗਾ। ਗੁਰੂ ਕੀ ਸੰਗਤ ਮੁੱਕਦੀ ਗੱਲ ਕੀ, ਦੂਜੇ ਦਿਨ ਦਾ ਸੂਰਜ ਨਿਕਲਣਾ, ਇਹਦਾ ਦਰਬਾਰ ਲੱਗਣਾ, ਆਪਣੇ ਵਜ਼ੀਰਾਂ ਮੰਤਰੀਆਂ ਨੂੰ ਕਹਿਣਾ। ਖੈਰ ਗੁਰੂ ਕੀ ਸੰਗਤ ਤੇ ਉਹਨਾਂ ਨੇ ਕਹਿਣਾ ਜੀ ਉਹ ਸੁਪਨੇ ਦੀ ਗੱਲ ਹੈ ਜੀ, ਛੱਡੋ ਪਰਾਂ ਜੀ। ਪਰ ਦੂਜਾ ਦਿਨ ਜਦੋਂ ਰਾਤ ਛਿਪਦੀ, ਉਹਨੂੰ ਚੈਨ ਨਹੀਂ ਆਉਂਦਾ, ਅੱਖ ਲੱਗਦੀ, ਫਿਰ ਸਿੱਖ ਆਉਂਦਾ ਕਿ ਮਾਫ ਕਰਨਾ। ਜਦੋਂ ਸਿੱਖ ਆਉਂਦੇ ਇਹਦੀ ਛਾਤੀ ਤੇ ਚੜ੍ਹਦੇ। ਉਹਨੇ ਕਹਿੰਦਾ ਜੀ ਮੈਂ ਕੱਲ੍ਹ ਨੂੰ ਜ਼ਰੂਰ ਛੱਡ ਦਿਆਂਗਾ। ਖੈਰ ਦਿੱਲੀ ਤੋਂ ਗਵਾਲੀਅਰ ਇਹਨੇ ਆਪਣੇ ਸਿਪਾਹੀ ਵਗੈਰਾ ਭੇਜੇ, ਜਾਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਇੱਕ ਜਰਨੈਲ ਵੀ ਭੇਜਿਆ, ਬਾਸ ਸਤਿਕਾਰ ਦਿੱਲੀ ਲਿਆਂਦਾ ਜਾਵੇ। ਜਦੋਂ ਪਾਤਸ਼ਾਹ ਦਿੱਲੀ ਪੁੱਜੇ, ਅੱਗੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਬੜਾ ਸਤਿਕਾਰ ਕੀਤਾ। ਖੈਰ ਗੁਰੂ ਕੀ ਸੰਗਤ ਜਰਾ ਧਿਆਨ ਦੇਣਾ ਪਵੇਗਾ। ਇੱਧਰ ਮਹਾਰਾਜ ਦੇ ਹੱਥਾਂ ਦੇ ਵਿੱਚ ਵੇਖੋ ਪਾਪ ਕਿਵੇਂ ਲੱਗੇ ਨੇ ਉਗੜਨ। ਪਰ ਉਹ ਗੱਲ ਦਿਮਾਗ 'ਚ ਬੈਠੀ ਸੀ। ਇੱਕ ਇੱਥੇ ਬੜੀ ਸਮਝਣ ਵਾਲੀ ਗੱਲ ਹੈ। ਬਹੁਤੇ ਲੋਕੀ ਤੇ ਤਵਾਰੀਖੀ ਜਹਾਂਗੀਰ ਬਾਦਸ਼ਾਹ ਦਾ ਜ਼ਿਕਰ ਕਰਕੇ ਕਹਿੰਦੇ ਨੇ ਕਿ ਬਾਦਸ਼ਾਹ ਜਹਾਂਗੀਰ ਨੇ 5ਵੇਂ ਪਾਤਸ਼ਾਹ ਨੂੰ ਸ਼ਹੀਦ ਕਰਾਇਆ। ਪਰ ਇੱਥੇ ਗੱਲ ਬੜੀ ਸਮਝਣ ਵਾਲੀ ਹੈ। ਮਹਾਰਾਜ ਦੇ ਹੱਥਾਂ ਦੇ ਵਿੱਚ ਨਾ ਸੁੱਚੇ ਮੋਤੀਆਂ ਦਾ ਸਿਮਰਨਾ ਵੇਖ ਕੇ ਜਹਾਂਗੀਰ ਨੇ ਆਖਿਆ ਜੀ ਇੱਕ ਮੋਤੀ ਮੈਨੂੰ ਇਸ ਸਿਮਰਨੇ ਦਾ ਦੇ ਦਿਓ, ਜੋ ਮੈਂ ਮਣਕਾ ਜਿਹਨੂੰ ਕਹਿ ਲਓ ਮੈਂ ਆਪਣੀ ਤਸਵੀਰ 'ਚ ਰੱਖਾਂਗਾ। ਤਸਵੀਰ ਕਹਿੰਦੇ ਨੇ ਮਾਲਾ ਨੂੰ। ਮੇਰੇ ਪਾਤਸ਼ਾਹ ਨੇ ਆਖਿਆ ਜਹਾਂਗੀਰ ਇੱਕ ਮਣਕੇ ਦੀ ਗੱਲ ਕਰਦਾ, ਮੇਰੇ ਪਿਤਾ ਦੇ ਹੱਥਾਂ ਦੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਹੱਥਾਂ ਦੀ, ਸੁੱਚੇ ਮੋਤੀਆਂ ਦੀ, ਕਪੂਰ ਦੇ ਮੋਤੀਆਂ ਦੀ 108 ਮਣਕਿਆਂ ਦੀ ਬਣੀ ਮਾਲਾ ਤੇਰੇ ਦੁਸ਼ਟ ਚੰਦੂ ਦੀਵਾਨ ਦੇ ਘਰੇ ਪਈ ਹੈ, ਸਾਰੀ ਲੈ ਲਾ, ਅਸੀਂ ਕੀ ਕਰਨੀ ਆ। ਉਹ ਮੁੱਕਦੀ ਗੱਲ ਕੀ, ਚੰਦੂ ਹੁਣ ਨੀਵੀਂ ਪਾ ਰਿਹਾ ਸੀ। ਉਹ ਨਿੰਦਕ ਕਾ ਮੂੰਹ ਕਾਲਾ ਹੋਆ, ਦੀਨ ਦੁਨੀਆ ਕੇ ਦਰਬਾਰ। ਕਹਿੰਦੇ ਉਸ ਮੌਕੇ ਬਾਦਸ਼ਾਹ ਜਹਾਂਗੀਰ ਪੁੱਛਿਆ ਚੰਦੂ ਕਿਉਂ? ਕਹਿੰਦਾ ਜੀ ਝੂਠ ਪਾ ਬੋਲਦੇ ਨੇ। गीता ਦੇ ਵਿੱਚ ਲਿਖਿਆ पापी को मारने के लिए पाप महाबली है, पापी को मारने के लिए पाप महाबली है। ਜਦੋਂ ਕਹਿੰਦੇ ਨੇ ਇਹਨੇ ਝੂਠ ਬੋਲਿਆ ਤੇ ਮੇਰੇ ਪਾਤਸ਼ਾਹ ਕਹਿੰਦੇ ਅੱਗੇ 2 ਮਿੰਟ ਦਾ ਕੀਰਤਨ ਜ਼ਰੂਰ ਸੁਣ ਕੇ ਜਾਣਾ। ਇੱਕ ਵਾਰੀ ਕਹਿ ਦਿਓ ਭੈਰੂ, ਇੱਥੋਂ ਸਭ ਕੁਝ ਕਲੀਅਰ ਹੋ ਜਾਏਗਾ। ਇੱਥੇ ਗੁਰੂ ਘਰ 'ਚ ਇੱਕ ਫੋਟੋ ਭੇਜਾਂਗੇ, ਤੁਸੀਂ ਦੇਖ ਕੇ ਹੈਰਾਨ ਹੋਣਾ ਮਾਤਾ ਗੰਗਾ ਦੀ ਫੋਟੋ ਨੂੰ। ਕਹਿੰਦੇ ਨੇ ਕਿ ਸਿੱਖ ਨੂੰ ਭੇਜਿਆ ਜਾਓ ਫਲਾਣੇ ਟਰੰਕ ਦੇ ਵਿੱਚ ਮਾਲਾ ਪਈ ਹੈ। ਸਿੱਖ ਟਰੰਕ ਹੀ ਚੱਕ ਲਿਆ ਹੈ, ਵਿੱਚੋਂ ਮਾਲਾ ਨਿਕਲੀ। ਜਦੋਂ ਮਾਲਾ ਨਿਕਲੀ ਤੇ ਉਸ ਮੌਕੇ ਬਾਦਸ਼ਾਹ ਜਹਾਂਗੀਰ ਨੇ ਆਖਿਆ ਮਹਾਰਾਜ ਇਹ ਤੁਹਾਡਾ ਗੁਨਾਹਗਾਰ, ਬੋਲੋ ਇਹਨੂੰ ਮੈਂ ਕੀ ਸਜ਼ਾ ਦਿਆਂ, ਇਹਨੂੰ ਮੈਂ ਕੀ ਸਜ਼ਾ ਦਿਆਂ। ਉਸ ਮੌਕੇ ਪਾਤਸ਼ਾਹ ਕਹਿੰਦੇ ਜਹਾਂਗੀਰ ਤੂੰ ਸਜ਼ਾ ਕੀ ਦੇਣੀ ਹੈ, ਤੇਰੇ ਸਜ਼ਾ ਦਿੱਤਿਆਂ ਨਾ ਮੇਰੇ ਸਿੱਖਾਂ ਦਾ ਗੁੱਸਾ ਠੰਡਾ ਨਹੀਂ ਹੋਣਾ। ਇਹਨੂੰ ਸਾਡੇ ਹਵਾਲੇ ਕਰ ਦੇ, ਅਸੀਂ ਆਪੇ ਨਿਬੜ ਲਾਂਗੇ। ਜਦੋਂ ਉਸ ਮੌਕੇ ਜਹਾਂਗੀਰ ਨੇ ਆਖਿਆ ਮਹਾਰਾਜ ਠੀਕ ਹੈ ਤੁਹਾਡਾ ਗੁਨਾਹਗਾਰ ਤੁਹਾਡੇ ਹਵਾਲੇ ਆ। ਸਿੱਖਾਂ ਨੇ ਬਾਂਹ ਤੋਂ ਫੜ ਲਿਆ। ਤੇ ਜੇ ਜਹਾਂਗੀਰ ਨੇ 5ਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਹੁੰਦਾ ਤੇ ਚੰਦੂ ਕਹਿ ਸਕਦਾ ਸੀ ਕਿ ਮਹਾਰਾਜ ਤੁਹਾਡੇ ਕਹਿਣ ਤੇ ਮੈਂ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ। ਇੱਕ ਵਾਰੀ ਕਹਿ ਦਿਓ ਵੈਰੂ, ਤੇ ਮੈਨੂੰ ਹੁਣ ਸਜ਼ਾ ਕਿਸ ਗੱਲ ਦੀ? ਬੜੀ ਸਮਝਣ ਵਾਲੀ ਗੱਲ ਹੈ। ਮੈਨੂੰ ਸਜ਼ਾ ਕਿਸ ਗੱਲ ਦੀ? ਉਸ ਮੌਕੇ ਸਿੱਖਾਂ ਨੇ ਮਾਰਿਆ ਨੱਕ ਦੇ ਵਿੱਚ ਸੂਆ ਤੇ ਨੱਕ ਦੇ ਵਿੱਚ ਨਕੇਲ ਪਾ ਲਈ। ਤੇ ਮੁੱਕਦੀ ਗੱਲ ਕੀ, ਪਾਤਸ਼ਾਹ ਨੇ ਬਚਨ ਕੀਤਾ ਕਿ ਜਿਹੜਾ ਇਹਦੇ ਸਿਰ ਤੋਂ 5 ਜੁੱਤੀਆਂ ਮਾਰੂਗਾ। ਮੁੱਕਦੀ ਗੱਲ ਕੀ, ਸਾਡਾ ਸਿੱਖ ਉਹ ਹੈ। ਸਿੱਖਾਂ ਦੇ ਸਮੇਂ ਦੀ ਇੰਤਜ਼ਾਰ 'ਚ ਹੀ ਸਨ। ਜਦੋਂ ਲੱਗੇ ਤੁਰਨ ਉਸ ਮੌਕੇ ਬਾਦਸ਼ਾਹ ਜਹਾਂਗੀਰ ਨੇ ਆਖਿਆ ਮਹਾਰਾਜ ਇਸ ਗੁਨਾਹ ਦੀ ਸਜ਼ਾ ਮੈਨੂੰ ਤਾਂ ਨਹੀਂ ਭੁਗਤਣੀ ਪਵੇਗੀ। ਮਹਾਰਾਜ ਮੇਰਾ ਤਾਂ ਕੋਈ ਕਸੂਰ ਨਹੀਂ। ਇਹਨੇ ਮੈਨੂੰ ਦੱਸਿਆ ਸੀ ਕਿ ਪਾਤਸ਼ਾਹ
हैज की बीमारी ने चले गए गुरु अर्जन देव महाराज, मेरा तो कोई कसूर नहीं। पातशाह कहते, गुरु हरगोबिंद समर कहते, तेरा तो कोई गुनाह नहीं, पर होया तो तेरे राज च है ना। एक बारी कह दे वैरू, होया तो तेरे राज च है ना, जुल्म तेरे राज च होया ना, ये तेरे राज च होया ना, होया तो तेरे राज च। मुकदी गल की गुरु की संगत आख्या बई, इन्हें आख्या मर मेरा गुनाह माफ कर दो। पातशाह कहते, असी तो तेरा गुनाह नहीं माफ कर सकते, तेरा ये गुनाह ना साड़ी माता गंगा कर सकती है। ये गुनाह माफ माता गंगा कर सकती है। इधरों पातशाह कहते हैं, दिल्ली तो दिवाली वाले दिन खालसा जी हरमंदर साहब पुजे ने। अज हरमंदर साहब दियां रौनकां, लोगों ने देसी घ्यो के दीवे जगाए। खैर गुरु की संगत, 2 दिन के बाद बादशाह जहांगीर माफ़ी मंगण वास्ते ना माता गंगा कोलों कहते ने, दिल्ली तू चल के लाहौर पुजया। जदों लाहौर पुजया ना, तो अगे जाके माता गंगा जी दे जदों लगा ना चरण फड़न, ये गल कह लगा, माता जी मैनू इस गुनाह की माफ़ी दे दिओ। एक पासे जहांगीर दोवें हथ अगे करता है, तो माता गंगा ना जहांगीर के हथ ना फड़ के परे कर रहे हैं, तो दूजे हथ च ना वो फोटो वेखण वाली खालसा जी। माता गंगा जी उंगली उतां करके कह रहे हैं, कहते हैं बादशाह जहांगीर कुछ समा पहला आ जाता शायद माफ़ी हो सकती सी, एक केस हुण दरगाह च चला गया, एक केस हुण दरगाह चला गया, फैसले दरगाह दे विच जाके होणगे। उस मौके जहांगीर ने अपनी राणी नूर जहां नूं आख्या तू 5वें पातशाह के चरण फड़, माफ़ करना गुरु किस्म माता गंगा के चरण फड़ लै। जदों साध संगत जी नूर जहां माता गंगा के चरण फड़ लगी, माता गंगा ने आख्या, नूर जहां इस्त्री जामे वास्ते इक्को ही थां है जिथे किसी के पैर फड़ने ਉਹਦੇ पति दे पैर हैं, मेरे पैरों नूं हथ ना ला। खैर गुरु की संगत, और जिथों मुकदी मजनूआ रांझियां दी, उतों शुरू होंदे दस्तान साडी महाराज ने ऐसे शहीद पैदा किए। साध संत साडे लड़दियां लड़दियां सीस लै गए। धन बाबा दीप सिंह, कढ़ सकी ना मौत भी जान साडी, साडे डकरे डकरे जिस्म हो गए। भाई मनी सिंह कीती सी ना फिर भी जुबान साडी। साध संगत जी अपनी गैर ते अणख लई मरण बदले रीझ रही है सदा, जुबान साडी साडे सबर नूं परखिया रंबईयां ने। भाई तारू सिंह दा खोपर लहरिया सी, साडे सबर नूं परखिया रंबईयां ने, साडे प्यार नूं परखिया आरियां ने। भाई मती दास, आरा प्यारा लगता है सहजे सहजे जाए, साडे प्यार नूं परखिया आरियां ने। लोकी रहे चिन्हा दे विच तरदे, असी खून च लाइयां तारियां ने। और दुनिया एवें नहीं सानू सरदार कहंदी, सिर दे के लाइयां सरदारियां ने। और कलगियां वाले आनंदपुर छड़ दिता, जोड़ा किसे पासे, माफ करना घोड़ा किसे पासे, खेरू खेरू हो परवार गया, थोड़ा किसे पासे थोड़ा किसे पासे, चारे लाल धर्म तू वार दिते, जोड़ा किसे पासे जोड़ा किसे पासे। माफ करना माछी वाड़े जंगलों में आन सुता, कलगी किसे पासे ते तोड़ा किसे पासे। तो 9वां गुरु ना दिल्ली विच सीस दिंदा, 9वां गुरु ना दिल्ली विच सीस दिंदा। अज सारा हिंदुस्तान ही पाकिस्तान हुंदा, सारा हिंदुस्तान ही पाकिस्तान हुंदा। लाल किले ते झूलदा चन तारा, बैठा दिल्ली दे तख्त ते कोई मोमन खान हुंदा। गल मुक जाती इत्थे इंसानियत दी, हर बंदा ही इत्थे शैतान हुंदा। धन गुरु तेग बहादुर, धन गुरु गोबिंद सिंह महाराज, धन गुरु अर्जन देव महाराज, जिन्हां दी कृपा करके अज असीं दुनिया दे विच जिउंदे हां। घर गुरु की संगत इन्हें शब्द प्रवान करो, इस तरह आउंदे रहना जी। ये तुहाडे वास्ते ही है जी। लंगर नूं वध तो वध तैयार करया करो जी, वध तो वध छकिया करो जी। होर तो गल मन्नी जा सकती है, सरकारां नूं घाटे पैंदे वेखे ने,
ਮਾਫ ਕਰਨਾ ਸ਼ੌਕਾਰਾਂ ਨੂੰ ਘਾਟੇ ਪੈਂਦੇ ਵੇਖੇ ਨੇ, ਮਾਫ ਕਰਨਾ। ਪਰ ਖਾਲਸਾ ਜੀ ਗੁਰੂ ਨਾਨਕ ਦੇ ਘਰ 'ਚ ਕਦੀ ਘਾਟਾ ਪੈ ਨਹੀਂ ਸਕਦਾ। ਉਹ 20 ਦਾ ਲੰਗਰ ਕਿੱਥੇ ਮੁੱਕਣਾ ਖਾਲਸਾ ਜੀ, 20 ਦਾ ਵਿਆਜ ਨਹੀਂ ਮੁੱਕਣਾ। ਮਾਲਵਾ TV ਵਾਲੇ ਨੈੱਟ 'ਤੇ ਤੁਹਾਨੂੰ ਅਨੰਦਪੁਰ ਸਾਹਿਬ ਦਾ ਸਾਰਾ ਪ੍ਰੋਗਰਾਮ ਮਾਫ ਕਰਨਾ ਦਿਖਾਉਣਗੇ। ਹੋਰ ਦੂਜੇ ਪਾਸੇ ਦੂਜੇ ਚੈਨਲਾਂ ਨੇ ਵੀ ਭਾਵੇਂ ਦਿਖਾਉਣਾ। ਇੱਕ ਬੜਾ ਮਹਾਨ ਨਗਰ ਕੀਰਤਨ ਖਾਲਸਾ ਜੀ ਜਿਹੜਾ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਰੋਪੜ ਤੋਂ ਸ਼ੁਰੂ ਕੀਤਾ ਜਾ ਰਿਹਾ, ਕਿਉਂਕਿ ਗਰਮੀ ਦੀ ਰੁੱਤ ਹੈ, ਭੇਵਾ ਦੂਰ ਪੈਂਦਾ, ਉਹ ਤੋਂ ਸ਼ੁਰੂ ਕੀਤਾ ਜਾ ਰਿਹਾ। ਇਹ ਨਗਰ ਕੀਰਤਨ ਆਪਣੀ ਮਿਸਾਲ ਆਪ ਹੋਵੇਗਾ। 1623 ਦੇ ਮੁਤਾਬਕ 19 ਜੂਨ ਵਾਲੇ ਦਿਨ ਮੇਰੇ 9ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ ਸੀ। ਉਹ ਅਨੰਦਪੁਰ ਦੀ ਧਰਤੀ ਜਿਹੜੀ ਸਮਾਂ ਆਉਣ 'ਤੇ ਜਿਹਨੂੰ ਖਾਲਸੇ ਦੀ ਜਨਮ ਭੂਮੀ ਦਾ ਮਾਣ ਪ੍ਰਾਪਤ ਹੋਇਆ, ਉਹ ਅਨੰਦਪੁਰ ਦੀ ਧਰਤੀ ਜਿੱਥੇ ਪਿਤਾ ਤੇ ਪੁੱਤਰ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਦਾ ਫੈਸਲਾ ਕੀਤਾ। ਉਹ ਅਨੰਦਪੁਰ ਦੀ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਨੀਂਹ ਰੱਖੀ। ਇਹਨਾਂ ਕੁ ਸ਼ਬਦ ਪ੍ਰਵਾਨ ਕਰੋ। ਉਹਨਾਂ ਭੁੱਲਾਂ ਦੀ ਮਾਫੀ, ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ। ਭੈਣ ਜੀ ਅੰਮ੍ਰਿਤਾ ਮਾਨ, ਉਹਨਾਂ ਦੇ ਹਸਬੈਂਡ ਭਾਈ ਸਾਹਿਬ ਮਨਜਿੰਦਰ ਸਿੰਘ, ਜਿਨ੍ਹਾਂ ਨੇ 5ਵੇਂ ਪਾਤਸ਼ਾਹ ਦੇ ਇਸ ਸ਼ਹੀਦੀ ਪੁਰਬ ਨੂੰ ਮੁੱਖ ਰੱਖ ਕੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਅਤੇ ਸਾਰੀ ਸੇਵਾ ਲਈ ਮਹਾਰਾਜ ਪਰਿਵਾਰ ਦੇ ਸਿਰ 'ਤੇ ਮੇਰੇ ਪਰ ਹੱਥ ਰੱਖਣ। ਹੋਈਆਂ ਭੁੱਲਾਂ ਦੀ ਮਾਫੀ। ਇਹ ਨਿਕ ਸ਼ਬਦ ਪ੍ਰਵਾਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ, ਤਨ ਹੈ ਤਨ ਤਨ ਗੁਰੂ ਅੰਗਦ ਸਾਹਿਬ ਜੀ, ਤਨ 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 ਹੈ ਗੁਰੂ ਅਮਰਦਾਸ ਜੀ, ਤਨ ਹੈ ਤਨ ਤਨ ਗੁਰੂ ਅਮਰਦਾਸ ਜੀ, ਤਨ ਤਨ ਹੈ ਗੁਰੂ ਰਾਮਦਾਸ ਜੀ, ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ, ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ, ਤਨ ਹੈ ਤਨ ਤਨ ਗੁਰੂ ਹਰਗੋਬਿੰਦ ਸਾਹਿਬ, ਤਨ 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 ਗੁਰੂ ਹਰਗੋਬਿੰਦ ਸਾਹਿਬ, ਤਨ ਹੈ ਸ੍ਰੀ ਰਾਏ ਤੋਂ, ਤਨ ਹੈ ਤਨ ਗੁਰੂ ਤੇਰੀ ਯਾਰ ਕ੍ਰਿਸ਼ਨ ਜੀ, ਤਨ ਹੈ ਤਨ ਤਨ ਗੁਰੂ ਤੇਰੇ ਯਾਰ ਕ੍ਰਿਸ਼ਨ ਜੀ, ਤਨ ਤਨ ਹੈ ਗੁਰੂ ਤੇਗ ਬਹਾਦਰ,
ਤਨ ਹੈ ਤਨ ਤਨ ਗੁਰੂ ਤੇਗ ਬਹਾਦਰ ਤਨ 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 ਗੁਰੂ ਤੇਗ ਬਹਾਦਰ ਤਨ ਤਨ ਹੈ ਤਨ ਤਨ ਹੈ ਗੋਬਿੰਦ ਸਿੰਘ ਜੀ ਤਨ ਹੈ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਤਨ 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 ਹੈ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਤਨ ਸਾਹਿਬ ਜੀ ਤਨ ਹੈ ਧਨ ਹੈ ਧਨ ਕਾ ਧਨ ਹੈ ਤੇਰਾ ਪੰਥ ਕਾਲ ਕਾ ਧਨ ਹੈ ਤਨ ਤਨ ਤੇਰਾ ਪੰਥ ਖਾਲਸਾ ਤਨ ਤੇਰਾ ਪੰਥ ਖਾਲਸਾ ਧਨ ਹੈ ਧਨ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ ਤਨ ਤਨ ਤੇਰੀ ਸਾਧ ਸੰਗਤ ਜੀ ਤਨ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ 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 ਬੋਲ ਪਿਆਰਿਆ ਤੇਰਾ ਕਛੂ ਨਾ ਲੱਗੂਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੁਛ ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਭਾਵੇਂ ਗਰਮੀ ਦੀ ਰੁੱਤ ਆ ਪੰਜਾਬ ਦੇ ਵਿੱਚ ਉਧਰੋਂ ਫਸਲਾਂ ਝੋਨਾ ਜਾਂ ਧਾਨ ਦੀ ਲਗਾਈ ਵੀ ਸ਼ੁਰੂ ਹੈ ਔਰ ਪੰਜਾਬ ਦੀਆਂ ਸੰਗਤਾਂ ਸਾਧ ਸੰਗਤ ਜੀ ਜਿਹਨੇ ਆਪਣੇ ਘਰ 'ਚ ਸਿੱਖੀ ਰੱਖਣੀ ਆਨੰਦਪੁਰ ਨੂੰ ਨਾ ਭੁੱਲਿਓ। ਜਦੋਂ ਮੂਲੇ ਖੱਤਰੀ ਦਾ ਉਧਾਰ ਕੀਤਾ ਜਿੱਥੇ ਗੁਰਦੁਆਰਾ ਸ਼ਿਕਾਰਘਾਟ ਪੈਂਦਾ ਇੱਕ ਹਵਾ ਨਾ ਬੋਲਾ ਗੋਦਾਵਰੀ ਦੇ ਉੱਤੋਂ ਉੱਠ ਕੇ ਤੇ ਦਸਵੇਂ ਪਾਤਸ਼ਾਹ ਨੂੰ ਟੱਚ ਕਰਕੇ ਛੂਹ ਕੇ ਚਲਾ ਗਿਆ। ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਸੁਭਾਅ ਦੇ ਬੁੱਲੇ ਦੀ ਹਵਾ ਬੜੀ ਠੰਡੀ ਹੈ। ਮਹਾਰਾਜ ਆਨੰਦਪੁਰ ਛੱਡਿਆ ਨਹੀਂ ਸੀ, ਛਡਾਇਆ ਗਿਆ ਸੀ। ਇੱਕ ਵਾਰੀ ਕਹਦੇ ਭੈਰੋ ਸਿੱਖਾਂ ਦੇ ਬੇਨਤੀ ਕਰਨ ਤੇ ਛੱਡਿਆ ਸੀ,
ਮਹਾਰਾਜ ਨੇ ਛੱਡਿਆ ਨਹੀਂ ਸੀ, ਛਡਾਇਆ ਗਿਆ ਸੀ। ਜਦੋਂ ਹਵਾ ਦਾ ਬੋਲਾ ਨਾ 10ਵੇਂ ਪਾਤਸ਼ਾਹ ਨੂੰ ਟੱਚ ਕਰਕੇ ਲੰਘ ਗਿਆ, ਤੇ ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਇਸ ਹਵਾ ਦੇ ਬੋਲੇ ਦੀ ਹਵਾ ਬੜੀ ਠੰਡੀ ਹੈ। ਤੇ ਪਾਤਸ਼ਾਹ ਨੇ ਆਖਿਆ ਸੀ, ਦਇਆ ਸਿਆਂ ਇਸ ਹਵਾ ਦੇ ਬੋਲੇ ਦੀ ਹਵਾ ਆਨੰਦਪੁਰ ਦੀਆਂ ਪਹਾੜੀਆਂ ਨਾਲ ਮਿਲਦੀ ਜੁਲਦੀ ਹੈ। ਇੱਥੇ ਸਦਾ ਹੀ ਆਨੰਦਪੁਰ ਤੋਂ ਠੰਡੀ ਠੰਡੀ ਹਵਾ ਆਉਂਦੀ ਰਹੇਗੀ। ਇੰਨੀ ਕੜਕ ਦੀ ਧੁੱਪ ਦੇ ਵਿੱਚ ਥਾਂ ਥਾਂ 'ਤੇ ਕਿਸੇ ਦਿਨ ਕੋਈ ਘੱਟੋ ਘੱਟ ਮਾਰਚ, ਅਪ੍ਰੈਲ, ਮਈ, ਜੂਨ, ਚੌਥਾ ਮਹੀਨਾ ਸ਼ੁਰੂ ਹੋ ਗਿਆ। 1 ਮਾਰਚ ਤੋਂ ਲੈ ਕੇ ਲਗਾਤਾਰ ਨਗਰ ਕੀਰਤਨ ਜਾ ਰਹੇ ਨੇ। ਕਿਸੇ ਪਾਸੇ ਕੋਈ ਸੰਤ ਲੈ ਕੇ ਜਾ ਰਿਹਾ, ਸੰਗਤਾਂ ਜਾ ਰਹੀਆਂ, ਕੋਈ ਲੈ ਕੇ ਜਾ ਰਿਹਾ। 17 ਜੂਨ ਵਾਲੇ ਦਿਨ ਸੰਗਤਾਂ ਨੂੰ ਜਿਹੜੀਆਂ ਜਾ ਰਹੀਆਂ ਨੇ, ਕਈਆਂ ਆਖਿਆ ਬਾਬਾ ਗੁਲਾਬੀ ਦਸਤਾਰਾਂ ਬਣਨੀਆਂ ਨੇ, ਗੁਲਾਬੀ ਦੁਪੱਟੇ ਲੈਣੇ ਨੇ, ਕਿਉਂਕਿ ਜਦੋਂ ਖੁਸ਼ੀ ਦਾ ਮੌਕਾ ਹੁੰਦਾ, ਜਿਵੇਂ ਲੋਕ ਬਰਾਤਾਂ 'ਤੇ ਜਾਂਦੇ ਨੇ, ਅੱਗੇ ਪਿੱਛੇ ਹੋਰ ਜਿਹੜੇ ਕਾਰੋਬਾਰ ਹੁੰਦੇ ਨੇ, ਉਹ ਗੁਲਾਬੀ ਰੰਗ ਨੂੰ ਲੋਕ ਵਰਤਦੇ ਨੇ। ਤੇ ਉਹ ਕਈ ਕਹਿੰਦੇ ਬਾਬਾ ਇਸ ਦਾ ਭੰਗੜੇ ਮਾਰਦੇ ਜਾਣਾ। ਮੁੱਕ ਦੀ ਗੱਲ ਕੀ, ਦੇਖੋ ਕਿੰਨਾ ਸ਼ੌਂਕ ਹੈ ਲੋਕਾਂ ਦੇ ਮਨਾਂ 'ਚ। ਖੈਰ ਸਾਧ ਸੰਗਤ ਜੀ, ਆਪ ਜੀ ਸਾਰਿਆਂ ਨੇ ਉਸ ਦਿਨ ਦਾ ਪ੍ਰੋਗਰਾਮ ਆਪਣੇ ਘਰਾਂ ਦੇ ਵਿੱਚ ਬੈਠੇ ਨੈੱਟ ਖੋਲ੍ਹ ਕੇ TV 'ਤੇ ਵੀ ਲਾ ਕੇ ਉਹਨੂੰ ਦੇਖ ਸਕਦੇ ਆ। ਚਲੋ ਚੱਲੀਏ ਅਨੰਦਪੁਰ ਸਾਹਿਬ ਨੂੰ, ਚਲੋ ਚੱਲੀਏ, ਚੱਲੀਏ ਅਨੰਦਪੁਰ ਸਾਹਿਬ ਨੂੰ, ਅਜਿੱਤ ਮੇਰਾ ਪਿਆਰਾ ਵਸਦਾ ਸੰਗਤੇ, ਸੰਗਤੇ ਉਹ ਜਿੱਥੇ ਮੇਰਾ ਪਿਆਰਾ ਵਸਦਾ। ਚਲੋ ਚੱਲੀਏ ਅਨੰਦਪੁਰ ਸਾਹਿਬ ਨੂੰ, ਚਲ ਚੱਲੀਏ, ਚੱਲੀਏ ਅਨੰਦਪੁਰ ਸਾਹਿਬ ਨੂੰ, ਜਿੱਥੇ ਮੇਰਾ ਪਿਆਰਾ ਵਸਦਾ ਸੰਗਤੇ, ਸੰਗਤੇ ਜਿੱਥੇ ਮੇਰਾ ਪਿਆਰਾ ਵਸਦਾ। ਚਲੋ ਚੱਲੀਏ, ਚਲੋ ਚੱਲੀਏ ਅਨੰਦਪੁਰ ਸਾਹਿਬ ਨੂੰ, ਚਲੋ ਚੱਲੀਏ, ਚੱਲੀਏ ਅਨੰਦਪੁਰ ਸਾਹਿਬ ਨੂੰ, ਜਿੱਥੇ ਮੇਰਾ ਪਿਆਰਾ ਵਸਦਾ ਸੰਗਤੇ, ਸੰਗਤੇ ਜਿੱਥੇ ਮੇਰਾ ਪਿਆਰਾ ਵਸਦਾ। ਚਲੋ ਚੱਲੀਏ। ਸਿੱਖ ਜਿਉਂਦਾ ਗੁਰਾਂ ਦੇ ਨਾਂ 'ਤੇ ਪ੍ਰੋਫੈਸਰ ਪੂਰਨ ਸਿੰਘ ਹੋਇਆ ਇੱਕ, ਕਹਿੰਦਾ ਮੇਰਾ ਰੰਗਲਾ ਪੰਜਾਬ, ਜਿੱਥੇ ਅੰਮ੍ਰਿਤ ਵੇਲੇ ਗੁਰੂ ਨਾਨਕ ਦੀ ਬਾਣੀ, ਜਿੱਥੇ ਭਾਈ ਮਰਦਾਨੇ ਦੀ ਰਬਾਬ, ਕਹਿੰਦਾ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਨੀਲੇ ਦੀਆਂ ਦੇ ਪੈੜਾਂ ਦੀਆਂ ਟਾਪਾਂ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਖੈਰ ਗੁਰੂ ਕੀ ਸੰਗਤ, ਇੰਨੇ ਕੁ ਸ਼ਬਦ ਪ੍ਰਵਾਨ ਕਰੋ। ਤੁਸੀਂ ਵਸਦੇ ਰਹੋ, ਤੁਸੀਂ ਹੱਸਦੇ ਰਹੋ, ਸਿੱਖੀ ਦੇ ਰਾਹ 'ਤੇ ਚੱਲਦੇ ਰਹੋ, ਅਸੀਂ ਦੇਖਦੇ ਰਹੀਏ। ਗੁਰੂ ਕਿਰਪਾ ਕਰੇ ਤੁਹਾਡੇ ਪਰਿਵਾਰਾਂ ਦੇ ਵਿੱਚ ਪਿਆਰ ਆ ਜਾਏ। ਜਿਹੜੇ ਘਰ ਦੇ ਵਿੱਚ ਜਿਹੜੇ ਪਰਿਵਾਰ 'ਚ ਪਿਆਰ ਨਹੀਂ, ਉਹ ਤਾਂ ਘਰ ਜਿਉਂਦੇ ਜੀ ਨਰਕ ਹੈ। ਪੁੱਛ ਕੇ ਵੇਖੋ ਉਹਨਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਬੇਇਤਫਾਕੀ ਹੈ। ਰੱਬ ਨਾ ਕਰੇ ਕਿਸੇ ਦੇ ਘਰੇ ਬੇਇਤਫਾਕੀ ਵੜ ਜਾ। ਸਤਿਗੁਰ ਕਿਰਪਾ ਕਰਨ, ਤੁਹਾਡੇ ਸਾਰਿਆਂ ਦੇ ਨੂੰ ਖੁਸ਼ੀਆਂ ਬਖਸ਼ਣ, ਖੇੜੇ ਬਖਸ਼ਣ, ਤੁਸੀਂ ਸੁਖੀ ਵਸੋ, ਹੱਸਦੇ ਰਹੋ, ਸਿੱਖੀ ਦੇ ਰਾਹ 'ਤੇ ਚੱਲਦੇ ਰਹੋ। ਮਾਫ ਕਰਨਾ ਖਾਲਸਾ ਜੀ। ਸਿੱਖ ਜੇ ਗੱਲ ਕਰੀਏ, ਸਮਾਂ ਆਗਿਆ ਨਹੀਂ ਦੇ ਰਿਹਾ, ਪਰ ਜਦੋਂ ਕਹਿੰਦੇ ਨੇ ਸ਼ੇਰੇ ਪੰਜਾਬ ਨਾ ਮਹਾਰਾਜਾ ਰਣਜੀਤ ਸਿੰਘ ਨੇ, ਕਿੱਥੇ ਸਾਸਨ ਲਾਹੌਰ ਉਹਦੀ ਰਾਜਧਾਨੀ ਸੀ, ਅਤੇ ਕਿੱਥੇ ਦੱਖਣ ਨੰਦੇੜ। ਜਦੋਂ ਕਹਿੰਦੇ ਉੱਥੇ ਸੱਚਖੰਡ ਨਾ ਹਜ਼ੂਰ ਸਾਹਿਬ ਦੀ ਸੇਵਾ ਕੀਤੀ ਨਾ, ਜੰਗਲਾਂ ਦੇ ਰਾਹ ਸਨ, ਸ਼ੇਰੇ ਪੰਜਾਬ ਨੇ ਰੱਥਾਂ ਦੇ ਇੱਟਾਂ ਲੱਦ ਕੇ ਲਾਹੌਰ ਤੋਂ ਫਿਰ ਖਾਲਸਾ ਜੀ ਦੱਖਣ ਭੇਜੀਆਂ ਸਨ। ਫਿਰ ਦੱਖਣ, ਅਤੇ ਆਪਾਂ ਹੁਣ ਝਾਤੀ ਮਾਰ ਕੇ ਵੇਖ ਲਓ, ਆਪਾਂ ਘਰਾਂ 'ਚੋਂ ਨਿਕਲ ਸਕਦੇ। ਮਹਾਰਾਜ ਚਰਨਾਂ ਨਾਲ ਜੁੜਿਆ ਕਰੋ, ਤੁਹਾਡੀ ਬੜੀ ਚੜ੍ਹਦੀ ਕਲਾ ਰਹੇਗੀ, ਤੁਹਾਨੂੰ ਬੜੇ ਰੰਗ ਲੱਗਣਗੇ। ਹੁਣ ਅਰਦਾਸ ਹੋਵੇਗੀ। ਤੂੰ ਠਾਕਰ तुम ते होए सो जी तुमरी गत मित नानक दास
ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਜੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੁਣੀ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਗੁਰ ਤੇਗ ਬਹਾਦਰ ਸਿਮਰਿਐ, ਕਰਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ। ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਏ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਦਸੋ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜਾਗਦੀ ਜੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ। ਸ਼੍ਰੀ ਗੁਰੂ ਜੀ ਕੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਸ਼ਹੀਦਾਂ ਮਰੀਦਾਂ, ਹੱਠੀਆਂ ਜੱਪੀਆਂ ਤਪੀਆਂ। ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ। ਦੇਖ ਕੇ ਅੰਨ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ। ਸ਼੍ਰੀ ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਤੁਰਵਾਈਆਂ, ਆਰਿਆਂ ਨਾਲ ਤਨ ਚਰਵਾਏ। ਜਿਨ੍ਹਾਂ ਮਾਈਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ। ਸਵਾਸਾਂ ਮਨ ਦੇ ਪੀਸਣੇ ਪੀਸੇ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਿਦਕਵਾਨਾਂ ਸਿੰਘਾਂ ਸਿੰਘਣੀਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ। ਸ਼੍ਰੀ ਵਾਹਿਗੁਰੂ ਜੀ। ਸਿੱਖਾਂ ਨੂੰ ਸਿੱਖੀ ਦਾਨ, ਰਹਿਦਾਨ, ਵਿਸਾਹਾ ਦਾਨ, ਭਰੋਸਾ ਦਾਨ, ਨਾਮਦਾਨ, ਦਾਨਾ ਕੇ ਸਿਰਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰਾ ਵੀ ਖਾਲਸਾ ਜੀ ਸਾਹਿਬ ਬੋਲਣਾ। ਸ਼੍ਰੀ ਗੁਰੂ ਜੀ ਕੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ। ਸ਼੍ਰੀ ਵਾਹਿਗੁਰੂ ਜੀ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੀ। ਧੰਨ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ। ਧੰਨ ਧੰਨ ਦਸੋ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜਾਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ ਹੈ। ਆਪ ਜੀ ਦੇ ਗੁਰੂ ਘਰ ਦੇ ਸ਼ਰਧਾਲੂ ਸੇਵਕ ਗੁਰਸਿੱਖ ਭਾਈ ਮਨਜਿੰਦਰ ਸਿੰਘ, ਬੀਬੀ ਅਮਰਤਾ ਮਾਨ, ਕਾਕਾ ਸੁਖ ਸਿਮਰਨ ਸਿੰਘ, ਕਾਕਾ ਕੰਵਰ ਗੁਰਕੀਰਤ ਸਿੰਘ, ਸਮੂਹ ਪਰਿਵਾਰ ਨੇ ਰਲ ਮਿਲ ਕੇ ਮੇਰੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ। ਤੇਰਾ ਕੀਆ ਮੀਠਾ ਲਾਗੇ ਹਰ ਨਾਮ, ਪਦਾਰਥ ਨਾਨਕ ਮੰਗੇ ਦੇ ਮਾਂ ਵਾਕ ਅਨੁਸਾਰ। ਮੇਰੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹਾਂ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਆਤੁ ਮੱਧ ਮਾਤੂ ਅੰਤ ਤੱਕ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਹਨ। ਭੋਗ ਤੋਂ ਉਪਰੰਤ ਮਹਾਂਪੁਰਖਾਂ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਾਂ ਵਾਕ ਅਨੁਸਾਰ। ਕੀਰਤਨ ਕੀਤਾ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਮਨ ਬਚ ਕਰਮ ਨਗਹਿਲੀ ਕਰਕੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਖਿਮਾ ਕਰਨੀਆਂ। ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਤਾਕਤ ਬਲ ਬੁੱਧ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਸਮੂਹ ਮਾਈ ਭਾਈ ਦੇ ਦੁੱਖਾਂ ਕਲੇਸ਼ਾਂ ਦਲਿੱਦਰਾਂ ਦਾ ਨਾਸ਼ ਕਰਕੇ ਦਰੋਂ ਘਰੋਂ ਗੁਰਸਿੱਖੀ ਬਖਸ਼ਿਸ਼ ਕਰਨੀ। ਮੇਰੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੇ ਜਿਸ ਮਨੋ ਸ਼ੁਭਕਾਮਨਾ ਨੂੰ ਮੁੱਖ ਰੱਖ ਕੇ ਪਾਤਸ਼ਾਹ ਜੀ ਆਪ ਜੀ ਦੀ ਆਰਾਧਨਾ ਕੀਤੀ ਸੀ, ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ। ਮੇਰੇ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਦੀਆਂ ਮਨੋ ਸ਼ੁਭਕਾਮਨਾ ਪੂਰਨ ਕਰਨੀਆਂ। ਕਾਕਾ ਕੰਵਰ ਗੁਰਕੀਰਤ ਸਿੰਘ ਨੂੰ ਸਮਤ ਬਖਸ਼ਿਸ਼ ਕਰਨੀ, ਦੇਹ ਅਰੋਗਤਾ ਤੰਦਰੁਸਤੀ
ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਦੇ ਸਿਰ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖਾਂ ਵਾਲਾ ਜੀਵਨ ਬਖਸ਼ਿਸ਼ ਕਰਨਾ। ਮੇਰੇ ਪਾਤਸ਼ਾਹ ਜੀ, ਪਾਤਸ਼ਾਹ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮੁਖ ਪਿਆਰਿਆਂ ਨੇ ਭਾਈ ਰਜਿੰਦਰ ਸਿੰਘ, ਸਰਬਜੀਤ ਕੌਰ, ਪਰਮਜੀਤ ਸਿੰਘ, ਮਨਜੀਤ ਕੌਰ, ਭਾਈ ਗੁਰਚਰਨ ਸਿੰਘ, ਬੀਬੀ ਗਰਮੇਲ ਕੌਰ ਅਤੇ ਉਹਨਾਂ ਦੇ ਸੁਪੁੱਤਰ ਪਰਮਜੀਤ ਸਿੰਘ ਜੀ ਤੇ ਗੁਰਮੁਖ ਪਰਿਵਾਰ ਭਾਈ ਪਰਮਜੀਤ ਸਿੰਘ, ਗੁਰਮੁਖ ਪਰਿਵਾਰ ਭਾਈ ਜਤਿੰਦਰ ਸਿੰਘ ਔਜਲਾ, ਭਾਈ ਦਲਬੀਰ ਸਿੰਘ ਬਰਾੜ, ਖੁਸ਼ਵਿੰਦਰ ਸਿੰਘ, ਰਾਮ ਗੋਪਾਲ ਜੀ ਦਾ ਭਤੀਜਾ ਭਾਈ ਸਾਹਲ, ਗੁਰਮੁਖ ਪਰਿਵਾਰਾਂ ਨੇ ਆਪ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਨ। ਆਪ ਦੇ ਦਰ ਦੀ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ। ਗੁਰਮੁਖ ਪਰਿਵਾਰਾਂ ਨੂੰ ਤੰਦਰੁਸਤੀ, ਦੇਹ ਅਰੋਗਤਾ, ਲੰਬੀ ਆਯੂ ਬਖਸ਼ਿਸ਼ ਕਰਨੀ। ਮੇਰੇ ਪਾਤਸ਼ਾਹ ਜੀ ਪਰਿਵਾਰਾਂ ਨੇ ਜਿਸ ਮਨੋਂ ਸ਼ੁਭ ਕਾਮਨਾ ਨੂੰ ਮੁੱਖ ਰੱਖ ਕੇ ਆਪ ਜੀ ਦੇ ਦਰ ਤੇ ਸੇਵਾ ਕਰਾਈ ਹੈ। ਸਭ ਦੀ ਸੇਵਾ ਘਾਲ ਥਾਏ ਪਾਉਣੀ, ਬੀਜਿਆ ਹਰਿਆ ਕਰਨਾ, ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪ ਜੀ ਦੇ ਦਰ ਦੀ ਸੇਵਾ ਕੀਤੀ ਹੈ। ਸੇਵਾ ਘਾਲ ਥਾਏ ਪਾਉਣੀ, ਗੁਰਮੁਖ ਪਰਿਵਾਰਾਂ ਦੇ ਬੱਚਿਆਂ ਨੂੰ ਗੁਰਸਿੱਖਾਂ ਵਾਲਾ ਜੀਵਨ ਬਖਸ਼ਿਸ਼ ਕਰਨਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਲੰਬੀ ਆਯੂ ਬਖਸ਼ਿਸ਼ ਕਰਨੀ। ਮੇਰੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਦਰ ਤੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਕੋ ਵਰਤੇ। ਜੋ ਵੀ ਆਪ ਜੀ ਦਾ ਪ੍ਰਸ਼ਾਦ ਛਕੇ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜਪੇ। ਇਸ ਵਕਤ ਆਪਣਾ ਪਾਵਨ ਪਵਿੱਤਰ ਸ਼ੁਭ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਹੋਰ ਜੋ ਵੀ ਆਪ ਜੀ ਦੇ ਦਰ ਆਵੇ ਸੋ ਰਾਜੀ ਜਾਵੇ। ਕਲਾ ਕੁਦਰਤ ਤੇਰੀ ਵਰਤੇ, ਧੰਨ ਸਤਿਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਸਭ ਸੀਖਣ ਕੋ ਹੁਕਮ ਹੈ, ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ, ਆਕੀ ਰਹੇ ਨਾ ਕੋਏ, ख्वार ਹੋਏ ਸਭ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ। ਖੰਡਾ ਜਾਂ ਕੇ ਹਾਥ ਮੈਂ ਕਲਗੀ, ਸੋ ਹਮਰੀ ਰਸਿਆ ਕਰੇ ਗੁਰੂ ਜੀ, ਸੋ ਹਮਰੀ ਰਸਿਆ ਕਰੇ ਗੁਰੂ। ਜੋ ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੈ ਰਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕਰ ਪ੍ਰਤਪਾਲਕ,
नायक खसम हमारे निमख निमख तुम ही प्रतिपाल हो। हम बारक धारे तुम दाते ठाकर प्रतिपालक। नायक खसम हमारे निमख निमख तुम ही प्रतिपाल हो। हम बारक तुमरे धारे जिहवा एक कवण गुण कहिया। बेसुमार बेअंत स्वामी तेरो अंत ना किन ही लहिया। रहाओ कोट पराध हमारे खंड हो। अनक विधि समझाव हो। हम अज्ञान अल्प मत थोरी तुम आपन बिरद रखावो। तुमरी शरण तुम्हारी आसा तुम ही सज्जन सुहेले। राखो राखनहार दयाला नानक घर के गोले। तुमरी शरण तुम्हारी आसा तुम ही सज्जन सुहेले। राखो राखनहार दयाला नानक घर के गोले। वाहिगुरु जी का ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੀਆਂ ਲਾਡਲੀਆਂ ਸੰਗਤਾਂ ਨੇ ਆ ਕੇ ਸਾਹਿਬਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਤਹਿ ਦਿਲੋਂ ਧੰਨਵਾਦੀ ਹਾਂ। ਆਪ ਸਭ ਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਈ ਧਿਆਨਾਂ ਦੇ ਮਹਾਂਵਾਕ ਅਨੁਸਾਰ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਚੰਦ ਸਵਾਸਾਂ ਨੂੰ ਸਫਲਿਆਂ ਕੀਤਾ। ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ। ਤੇ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਵਿਖੇ ਪਹੁੰਚਣ ਤੇ ਜੀ ਆਇਆਂ। ਮਹਾਂਪੁਰਖਾਂ ਨੇ ਆਪ ਜੀ ਨੂੰ ਕਿਹਾ ਹੈ ਇਹ ਤੁਹਾਡਾ ਘਰ ਹੈ, ਤੁਸੀਂ ਆ ਕੇ ਬੜੇ ਪਿਆਰ ਨਾਲ ਜਿਵੇਂ ਮਰਜ਼ੀ ਰੱਜ ਕੇ ਸੇਵਾ ਕਰ ਸਕਦੇ ਹੋ। ਤੇ ਆ ਕੇ ਦਿਨੇ ਰਾਤ ਜਦੋਂ ਮਰਜ਼ੀ ਬਣਾਓ ਤੇ ਜਿਵੇਂ ਮਰਜ਼ੀ ਖਾਵੋ ਖਰਚੋ ਰਲ ਮਿਲ ਭਾਈ। ਟੋਟ ਨਾ ਆਵੇ ਵੱਧ ਹੋ ਜਾਈ। ਮਹਾਂਪੁਰਖਾਂ ਦਾ ਇਹੋ ਹੀ ਏਮ ਹੈ। ਤੁਸੀਂ ਇੱਥੇ ਆ ਕੇ ਰਲ ਮਿਲ ਕੇ ਪਿਆਰ ਨਾਲ ਆਪਸ ਵਿੱਚ ਪ੍ਰੇਮ ਵਧਾਓ, ਕੀਰਤਨ ਕਰੋ, ਕੀਰਤਨ ਸੁਣੋ। ਹੋਰ ਵੀ ਬੀਬੀਆਂ ਵੱਧ ਤੋਂ ਵੱਧ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਜੋ ਹੁੰਦਾ ਹੈ ਉਹਦੇ ਵਿੱਚ ਹਿੱਸਾ ਪਾਇਆ ਕਰੋ। ਅਤੇ ਕੁਝ ਹੋਰ ਬੀਬੀਆਂ ਨੂੰ ਬੇਨਤੀ ਹੈ, ਜਿਵੇਂ ਮਹਾਂਪੁਰਖਾਂ ਨੇ ਬੇਨਤੀ ਕੀਤੀ ਵੀ ਲੜੀਵਾਰ ਆਪਾਂ ਪਾਠ ਚਲਾਉਣਾ ਹੈ। ਅਤੇ ਜਿਹੜਾ ਕੋਈ ਬੰਦਾ ਧੰਨ ਕਰਕੇ ਸੇਵਾ ਨਹੀਂ ਕਰ ਸਕਦਾ ਉਹ ਬਾਣੀ ਪੜ੍ਹ ਕੇ ਅਤੇ ਆਪਣਾ ਇੱਥੇ ਆ ਕੇ ਅਖੰਡ ਪਾਠ ਸਾਹਿਬ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਤੁਸੀਂ ਥੋੜ੍ਹੇ ਥੋੜ੍ਹੇ ਅੱਖਰ ਮਹਾਰਾਜ ਦੀ ਬਾਣੀ ਦੇ ਪੜ੍ਹ ਕੇ ਸ਼ੁੱਧ ਕਰਕੇ ਪਾਠ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਅਤੇ ਵੱਧ ਤੋਂ ਵੱਧ ਆ ਕੇ ਅਤੇ ਇੱਥੇ ਸੰਥਿਆ ਲੈ ਕੇ ਕੋਈ ਪੜ੍ਹਿਆ ਸੱਜਣ ਹੋਵੇ ਅਤੇ ਉਹ ਇੱਕ ਟਾਈਮ ਬਣਾ ਲਵੇ ਸ਼ਾਮ ਦਾ, ਜਦੋਂ ਸੰਗਤਾਂ ਵਿਹਲੀਆਂ ਥੋੜ੍ਹਾ ਟਾਈਮ ਸੰਥਿਆ ਦੇਵੇ। ਅਤੇ ਫਿਰ ਤੁਸੀਂ ਜਦੋਂ 10-20 ਆਦਮੀ ਅਤੇ ਬੀਬੀਆਂ ਅਤੇ ਭਾਈ ਇਹ ਡਿਊਟੀ ਲਾਉਣ ਵਾਲੇ ਬਣ ਜਾਣ, ਜਿਨ੍ਹਾਂ ਨੂੰ ਇੱਕ ਘੰਟਾ ਅਤੇ ਆ ਕੇ 24 ਘੰਟਿਆਂ ਦੇ ਵਿੱਚ 1 ਘੰਟਾ ਕੱਢ ਕੇ ਅਤੇ ਡਿਊਟੀ ਲਾ ਕੇ ਘੰਟਾ ਕਿਤੇ ਚਲਾ ਜਾਏ, ਨਾਲੇ ਇੱਥੋਂ ਆ ਕੇ ਲੰਗਰ ਛਕ ਜਾਏ ਅਤੇ ਨਾਲੇ ਇੱਕ ਡਿਊਟੀ ਲਾ ਕੇ ਅਤੇ ਬਾਣੀ ਪੜ੍ਹ ਕੇ ਆਪਣਾ ਜਨਮ ਸਫਲਾ ਕਰ ਜਾਏ।
ਤੇ ਮਹਾਂਪੁਰਖਾਂ ਦੀ ਕੱਲ੍ਹ ਨੂੰ ਇੰਡੀਆ ਦੀ ਰਵਾਨਗੀ ਹੈ। ਤਾਂ ਕੱਲ੍ਹ ਨੂੰ 10 ਵਜੇ ਇੱਥੋਂ ਡੇਰਾ ਸਾਹਿਬ ਤੋਂ ਚੱਲਣਗੇ ਤੇ ਜਿਨ੍ਹਾਂ ਸੰਗਤਾਂ ਨੇ ਮਿਲਣਾ ਹੋਵੇ ਅੱਜ ਸ਼ਾਮ ਨੂੰ ਵੀ ਇੱਥੇ ਹੀ ਮਿਲਣਗੇ। ਕੱਲ੍ਹ ਸਵੇਰੇ 10 ਵਜੇ ਤੱਕ ਸੰਗਤਾਂ ਨੂੰ ਇਸੇ ਅਸਥਾਨ 'ਤੇ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਵਿਖੇ ਸੰਗਤਾਂ ਦੇ ਮਹਾਂਪੁਰਖ ਦਰਸ਼ਨ ਕਰਨਗੇ। ਜਿਨ੍ਹਾਂ ਨੇ ਆ ਕੇ ਮਿਲਣਾ ਹੋਵੇ ਸੰਗਤਾਂ ਵੱਧ ਤੋਂ ਵੱਧ ਮਿਲ ਸਕਦੀਆਂ ਨੇ ਤੇ ਤੁਸੀਂ ਵੱਧ ਤੋਂ ਵੱਧ ਇੱਥੇ ਲਾਹਾ ਲੈਣਾ ਹੈ। ਤੁਸੀਂ ਕਿਸੇ ਇਨਸਾਨ ਕਰਕੇ ਗੁਰੂ ਘਰ ਨਹੀਂ ਆਉਣਾ, ਤੁਸੀਂ ਗੁਰੂ ਘਰ ਕਰਕੇ ਗੁਰੂ ਘਰ ਦੇ ਵਿੱਚ ਆਉਣਾ ਹੈ। ਜਿਹੜਾ ਗੁਰੂ ਕਰਕੇ ਆਉਂਦਾ ਹੈ ਗੁਰੂ ਅਸਥਾਨ 'ਤੇ, ਗੁਰੂ ਉਹਦੀ ਉਡੀਕ ਕਰਦਾ ਹੈ। ਜਿਵੇਂ ਮਾਂ-ਬਾਪ ਸਕੂਲ ਭੇਜੇ ਬੱਚੇ ਦੀ ਉਡੀਕ ਕਰਦਾ ਹੈ, ਬਾਹਰ ਗਏ ਪ੍ਰਦੇਸ਼ ਗਏ ਬੱਚੇ ਦੀ ਉਡੀਕ ਕਰਦਾ ਹੈ, ਐਵੇਂ ਗੁਰੂ ਨਾਨਕ ਪਾਤਸ਼ਾਹ ਗੁਰੂ ਘਰ ਦੇ ਵਿੱਚ ਬਹਿ ਕੇ ਤੇ ਸਿੱਖ ਦੀ ਉਡੀਕ ਕਰਦਾ ਹੈ। ਮੁਕਤੀ ਦਾ ਧਨ ਮਿਲਦਾ ਇੱਥੋਂ, ਮੁਕਤੀ ਦਾ ਧਨ ਮਿਲਦਾ ਇੱਥੋਂ, ਮੁਕਤੀ ਦਾ ਧਨ ਸਾਧ ਸੰਗਤ ਵਿੱਚ ਆਇਆ, ਮੁਕਤੀ ਦਾ ਧਨ ਮਿਲਦਾ ਹੈ, ਮੁਕਤੀ ਦਾ ਧਨ ਮਿਲਦਾ ਹੈ ਜੀ ਸਾਧ ਸੰਗਤ ਵਿੱਚ।